श्री वाहिगुरु साहिब जी दोहरा। सिरता कन ते मेर किए, मेरे ते कन कीन। श्री गोबिंद सिंह नमै ममा, केवल दानी दीना दोहरा। सिकता कन ते मेर किया, वाहिगुरु जी का खालसा वाहिगुरु जी की फतेह। सतगुरां दी साजी नवाजे, गुरु प्यारे, गुरु सवारे, गुरु खालसा साध संगत जी, ਵੱਡਿਆਂ ਭਾਗਾਂ ਦੇ ਨਾਲ ਗਰੀਬ ਨਵਾਜ਼ ਪਾਤਸ਼ਾਹ ਜੁਗੋ ਜੁਗ ਅਟਲ ਗੁਰਤਾ ਗੱਦੀ ਤੇ ਸ਼ੁਭਾਇਮਾਨ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਵਿੱਚ ਸੰਧਿਆ ਦੇ ਦੀਵਾਨ ਵਿੱਚ ਹਾਜ਼ਰੀਆਂ ਲਵਾਉਣ ਦਾ ਸਮਾਂ ਪ੍ਰਾਪਤ ਹੋ ਰਿਹਾ ਹੈ। ਸਤਿਗੁਰੂ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਨਗਰ ਤਲਣ ਵਿਖੇ ਰੋਜ਼ਾਨਾ ਦੇ ਸ਼ਾਮ ਦਾ ਜੋ ਨਿਯਮ ਹੈ, ਇਸ ਦੇ ਮੁਤਾਬਕ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਲੜੀਵਾਰ ਕਥਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਜੋ ਸੁੰਦਰ ਛੰਦਾਬੰਦੀ ਵਿੱਚ ਰਚਨਾ ਕੀਤੀ ਹੈ, ਨੇਤਾ ਪ੍ਰਤੀ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਇਤਿਹਾਸ ਆਪਾਂ ਰਲ ਮਿਲ ਕੇ ਸਾਂਝਾ ਕਰਦੇ ਹਾਂ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ, ਉਹਨਾਂ ਦੀ ਬਰਾਤ ਬਟਾਲੇ ਵਿਖੇ ਕੁਝ ਬਰਾਤੀ ਜਿਹੜੇ ਆ ਸਤਿਗੁਰੂ ਜੀ ਦੇ ਪਿਤਾ ਜੀ ਦੇ ਸਮੇਤ ਉਹ ਰਾਏ ਭੋਏ ਦੀ ਤਲਵੰਡੀ ਤੋਂ ਚੱਲ ਕੇ ਆਏ ਹਨ। ਕੁਝ ਭਾਈ ਪਰਮਾਨੰਦ ਜੀ, ਭਾਈ ਜੈ ਰਾਮ ਜੀ ਦੇ ਨਗਰ ਸੁਲਤਾਨਪੁਰ ਤੋਂ, ਜਿੱਥੇ ਸਤਿਗੁਰੂ ਸਾਹਿਬ ਜੀ ਮੋਦੀ ਖਾਨੇ ਦੀ ਕਿਰਤ ਕਰਦੇ ਹਨ, ਉੱਥੋਂ ਇਹ ਦੋ ਨਗਰਾਂ ਦੇ ਜਿਹੜੇ ਗੁਰਮੁਖ ਪਿਆਰੇ ਰਲ ਕੇ ਸਤਿਗੁਰੂ ਜੀ ਦੀ ਬਰਾਤ ਵਿੱਚ ਗਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਲਾਵਾਂ ਫੇਰੇ ਹੋਏ ਹਨ। ਮੂਲ ਮੰਤਰ ਦੇ ਦੁਆਲੇ ਸਤਿਗੁਰੂ ਪਾਤਸ਼ਾਹ ਜੀ ਨੇ ਅਗਨੀ ਦੁਆਲੇ ਫੇਰੇ ਲੈਣ ਤੋਂ ਮਨ੍ਹਾ ਕਰ ਦਿੱਤਾ ਹੈ। ਉਸ ਤੋਂ ਬਾਅਦ ਬ੍ਰਾਹਮਣਾਂ ਨੇ, ਜਾਤ ਹੰਕਾਰੀਆਂ ਨੇ, ਉਹਨਾਂ ਨੇ ਸਾਧ ਸੰਗਤ ਜੀ ਆਪਣੀ ਹੇਠੀ ਸਮਝਦਿਆਂ ਹੋਇਆਂ ਸਤਿਗੁਰੂ ਸਾਹਿਬ ਜੀ ਦੇ ਉੱਤੇ ਕੰਧ ਨੂੰ ਡੇਗਣ ਦਾ ਯਤਨ ਕੀਤਾ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇੱਕ ਮਾਤਾ ਨੇ ਐਨ ਮੌਕੇ ਦੇ ਉੱਤੇ ਆ ਕੇ ਦੱਸਿਆ ਸਤਿਗੁਰੂ ਜੀ ਦੇ ਹੁਕਮ ਦੇ ਮੁਤਾਬਕ ਕਿ ਬੱਚਿਓ, ਨੌਜਵਾਨੋ, ਆਹ ਕੰਧ ਡਿੱਗਣ ਵਾਲੀ ਹੈ, ਇਹਦੇ ਕੋਲ ਨਾ ਬੈਠੋ। ਸਤਿਗੁਰੂ ਜੀ ਨੇ ਵਰਦਾਨ ਦੇ ਵਚਨ ਕੀਤੇ, ਕਹਿੰਦੇ ਮਾਤਾ, ਇਹ ਕੰਧ ਸਾਡੇ ਵਿਆਹ ਦੀ ਨਿਸ਼ਾਨੀ ਹੈ। ਇਸ ਯਾਦਗਾਰ ਦੇ ਵਜੋਂ ਸੰਗਤਾਂ ਇਹਦੇ ਦਰਸ਼ਨ ਕਰਿਆ ਕਰਨਗੀਆਂ ਕਿ ਅਸੀਂ ਅਗਨੀ ਨੂੰ ਦੇਵਤਾ ਮੰਨ ਕੇ ਉਹਦੇ ਦੁਆਲੇ ਲਾਵਾਂ ਨਹੀਂ ਲਈਆਂ, ਨਾ ਬ੍ਰਾਹਮਣ ਦੇ ਕਹੇ ਲੱਗੇ ਹਾਂ, ਸਗੋਂ ਅਸੀਂ ਆਪਣੇ ਇਸ਼ਟ, ਆਪਣੇ ਗੁਰੂ ਗੁਰਬਾਣੀ ਦੇ ਮੂਲ ਮੰਤਰ ਦੇ ਦੁਆਲੇ ਲਾਵਾਂ ਲਈਆਂ ਹਨ। ਸੋ ਇਹ ਜਿਹੜੀ ਕੰਧ ਹੈ ਇਹ ਕਦੇ ਡਿੱਗੇਗੀ ਨਹੀਂ, ਇਹ 4 ਯੁੱਗਾਂ ਤੱਕ ਇਸੇ ਤਰ੍ਹਾਂ ਅਟੱਲ ਖੜੀ ਰਹੇਗੀ। ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ। ਸਤਿਗੁਰੂ ਜੀ ਨੇ ਵਰਦਾਨ ਦਿੱਤਾ, ਜਿਸ ਕੰਧ ਨੂੰ ਅੱਜ ਬਟਾਲੇ ਵਿਖੇ ਸਤਿਗੁਰੂ ਜੀ ਦੇ ਵਿਆਹ ਦੀ ਯਾਦ ਵਿੱਚ ਉਹ ਜਿਹੜੀ ਕੰਧ ਹੈ, ਉੱਥੇ ਗੁਰਦੁਆਰਾ ਕੰਧ ਸਾਹਿਬ ਉਸਾਰਿਆ ਗਿਆ ਹੈ। ਸੰਗਤਾਂ ਦੇਸ਼ਾਂ ਵਿਦੇਸ਼ਾਂ ਦੀਆਂ ਜਾ ਕੇ ਉੱਥੇ ਦਰਸ਼ਨ ਕਰਦੀਆਂ ਹਨ। ਸੋ ਇਸ ਪ੍ਰਕਾਰ ਬਰਾਤ ਦੀ ਬਹੁਤ ਚੰਗੀ ਤਰ੍ਹਾਂ ਸੇਵਾ ਕੀਤੀ ਗਈ। ਬੜੀ ਸੋਹਣੇ ਮਾਹੌਲ ਦੇ ਵਿੱਚ ਬਰਾਤ ਨੂੰ ਵਿਦਾਇਗੀ ਦਿੱਤੀ ਗਈ। ਮਾਤਾ ਸੁਲੱਖਣੀ ਜੀ ਸਤਿਗੁਰੂ ਜੀ ਦੇ ਮਹਿਲ, ਉਹਨਾਂ ਦੇ ਮਾਤਾ ਜੀ ਚੰਦੋ ਰਾਣੀ ਔਰ ਬੀਬੀ ਸੁਲੱਖਣੀ ਦੀਆਂ ਹੋਰ ਸਹੇਲੀਆਂ, ਉਹ ਸਾਧ ਸੰਗਤ ਜੀ ਵਿਦਾਇਗੀ ਵੇਲੇ ਮਿਲ ਕੇ ਵਿਰਾਗ ਕਰਦੀਆਂ ਹਨ। ਇਉਂ ਡੋਲੇ ਦੇ ਵਿੱਚ ਬਿਠਾ ਕੇ ਮਾਤਾ ਸੁਲੱਖਣੀ ਜੀ ਨੂੰ ਤੋਰ ਦਿੱਤਾ ਗਿਆ। ਬਰਾਤ ਚੱਲਦੀ ਚੱਲਦੀ ਹੋਈ ਸਾਧ ਸੰਗਤ ਜੀ ਫਿਰ ਹੁਣ ਜਿਵੇਂ ਪੜਾਅ ਦਰ ਪੜਾਅ ਸੁਲਤਾਨਪੁਰ ਪਹੁੰਚਦੀ ਹੈ। ਸੁਲਤਾਨਪੁਰ ਵਿਖੇ
ਕਿਵੇਂ ਭੈਣ ਨਾਨਕੀ ਅਤੇ ਹੋਰ ਨਗਰ ਦੀਆਂ ਬੀਬੀਆਂ ਖੁਸ਼ੀਆਂ ਮਨਾਉਂਦੀਆਂ ਹਨ, ਜਿਵੇਂ ਇਤਿਹਾਸ ਆ ਰਿਹਾ ਹੈ। ਆਓ ਬੜੇ ਪਿਆਰ ਦੇ ਸਹਿਤ, ਅਦਬ ਦੇ ਸਹਿਤ, ਇਕਾਗਰਤਾ ਦੇ ਨਾਲ ਸਰਵਣ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਿਕਤਾ ਕੰਨ ਤੇ ਮੇਰ ਕੀਏ। ਜਿਵੇਂ ਕਵੀ ਜੀ ਆਪਣੇ ਇਸ਼ਟਾ ਭਾਵ ਨੂੰ ਜਣਾਉਂਦਿਆਂ ਹੋਇਆਂ, ਆਪਣੇ ਗੁਰੂ ਨੂੰ ਸਮਰਪਿਤ ਹੁੰਦਿਆਂ ਹੋਇਆਂ ਦਸੇ ਪਾਤਸ਼ਾਹੀਆਂ ਦੇ ਗੁਰਬਾਣੀ ਦੇ ਮੰਗਲ ਪਿੱਛੇ ਕਰਦੇ ਆ ਰਹੇ ਹਨ। ਇਸ ਅਧਿਆਏ ਦੀ ਸ਼ੁਰੂਆਤ ਦੇ ਉੱਤੇ ਵੀ ਕਵੀ ਭਾਈ ਸੰਤੋਖ ਸਿੰਘ ਜੀ ਨੇ ਦਸਮ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਸ਼ਮੇਸ਼ ਪਿਤਾ ਜੀ ਦੀ ਮਹਿਮਾ ਦੇ ਵਿੱਚ ਮੰਗਲ ਉਚਾਰਨ ਕੀਤਾ ਹੈ। ਸਿਕਤਾ ਕੰਨ ਤੇ ਮੇਰ ਕੀਏ। ਸਿਕਤਾ ਨਾਮ ਹੈ ਰੇਤੇ ਦਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉਹ ਇੰਨੇ ਸਮਰੱਥਾਵਾਨ ਹਨ ਕਿ ਉਹਨਾਂ ਨੇ ਰੇਤ ਦੇ ਕਿਣਕਿਆਂ ਨੂੰ ਪਰਬਤ ਬਣਾ ਦਿੱਤਾ। ਸਿਕਤਾ ਕੰਨ ਤੇ ਮੇਰ ਕੀਏ। ਮੇਰ ਨਾਮ ਪਰਬਤ ਦਾ, ਸੁਮੇਰ ਦਾ, ਵੱਡੇ ਪਹਾੜ ਦਾ। ਸਿਕਤਾ ਕੰਨ ਤੇ ਮੇਰ ਕੀਏ। ਜਿਵੇਂ ਸਾਧ ਸੰਗਤ ਜੀ ਜਦੋਂ ਸਤਿਗੁਰੂ ਪਾਤਸ਼ਾਹ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਤੇ ਉਸ ਵੇਲੇ ਪਹਾੜੀ ਰਾਜਿਆਂ ਨੂੰ ਵੀ ਆਖਿਆ ਕਿ ਤੁਸੀਂ ਵੀ ਖੰਡੇ ਕੀ ਪਾਹੁਲ ਲੈ ਕੇ ਗੁਰੂ ਵਾਲੇ ਬਣ ਜਾਓ, ਨਿਗੁਰੇ ਪੁਣੇ ਦੀ ਜੂਠ ਲਾ ਦਿਓ। ਤਾਂ ਸਾਧ ਸੰਗਤ ਜੀ ਇਹਨਾਂ ਬ੍ਰਾਹਮਣਾਂ ਨੇ, ਇਹ ਜਿਹੜੇ ਰਾਜੇ ਸੀ ਹਿੰਦੂ ਪਹਾੜੀ ਰਾਜੇ ਪਰਬਤੀਆਂ ਨੇ, ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਆਖਿਆ, ਕਹਿੰਦੇ ਜੀ ਸਾਨੂੰ ਤੁਹਾਡੀਆਂ ਦੋ ਤਿੰਨ ਗੱਲਾਂ ਠੀਕ ਨਹੀਂ ਲੱਗੀਆਂ, ਨਹੀਂ ਤਾਂ ਅਸੀਂ ਅੰਮ੍ਰਿਤ ਛਕ ਲੈਂਦੇ। ਉਹ ਕਿਹੜੀਆਂ? ਕਹਿੰਦੇ ਜੀ ਇੱਕ ਤਾਂ ਤੁਸੀਂ ਉੱਚੀਆਂ ਨੀਵੀਆਂ ਜਾਤੀਆਂ ਨੂੰ ਸਾਰਿਆਂ ਨੂੰ ਇਕੱਠਿਆਂ ਨੂੰ ਅੰਮ੍ਰਿਤ ਛਕਾਉਂਦੇ ਹੋ, ਤੇ ਅਸੀਂ ਸਵਰਨ ਜਾਤੀਆਂ ਦੇ ਬ੍ਰਾਹਮਣ ਲੋਕ, ਅਸੀਂ ਇਹਨਾਂ ਨੀਚ ਜਾਤੀ ਵਾਲੇ ਸ਼ੂਦਰਾਂ ਆਦਿਕ ਦੇ ਨਾਲ, ਵੈਸ਼ਾਂ ਦੇ ਨਾਲ ਅਸੀਂ ਕਿਵੇਂ ਅੰਮ੍ਰਿਤ ਛਕ ਲਈਏ ਇੱਕੋ ਬਾਟੇ ਵਿੱਚੋਂ? ਇਸ ਕਰਕੇ ਸਾਡਾ ਮਨ ਨਹੀਂ ਮੰਨਦਾ। ਦੂਜੀ ਬੇਨਤੀ ਕੀਤੀ, ਕਹਿਣ ਲੱਗੇ ਮਹਾਰਾਜ ਤੁਸੀਂ ਰਖਾਉਂਦੇ ਹੋ ਕੇਸ, ਕੇਸ ਦਾੜਾ ਸਾਬਤ ਸੂਰਤ ਰੱਖੋ, ਦਸਤਾਰ ਸਜਾਓ, ਤੇ ਅਸੀਂ ਆਪਣੇ ਜਿਹੜੇ ਉਹ ਮਰਨੇ ਪਰਨੇ ਦੇ ਉੱਤੇ ਹੋਰ ਵਿਆਹ ਖੁਸ਼ੀਆਂ ਦੇ ਮੌਕਿਆਂ ਦੇ ਉੱਤੇ ਆਪਣਾ ਉਹ ਬੋਦਾ ਜਿਹਾ ਛੱਡ ਕੇ ਤੇ ਬਾਕੀ ਸਿਰ ਦਾ ਮੁੰਡਨ ਕਰਾਉਣਾ ਹੁੰਦਾ। ਤੇ ਇਸ ਕਰਕੇ ਮਹਾਰਾਜ ਸਾਡੇ ਤੋਂ ਤਾਂ ਨਹੀਂ ਨਿਭਣੀ ਤੁਹਾਡੀ ਆ ਮਰਿਆਦਾ, ਅਸੀਂ ਨਹੀਂ ਛਕ ਸਕਦੇ। ਸੋ ਇਸ ਪ੍ਰਕਾਰ ਸਾਧ ਸੰਗਤ ਜੀ ਇਹਨਾਂ ਨੇ ਹੋਰ ਵੀ ਕਈ ਬਹਾਨੇਬਾਜ਼ੀਆਂ ਕੀਤੀਆਂ। ਕਹਿੰਦੇ ਮਹਾਰਾਜ ਜੇ ਇਹਨਾਂ ਚੀਜ਼ਾਂ ਤੋਂ ਛੋਟ ਦੇ ਦਿਓ, ਸਾਨੂੰ ਅੰਮ੍ਰਿਤ ਵੱਖਰਾ ਛਕਾ ਦਿਓ, ਆ ਕੇਸ ਰੱਖਣ ਦੇ ਲਈ ਨਾ ਆਖੋ, ਤੇ ਫਿਰ ਮਹਾਰਾਜ ਅਸੀਂ ਤੁਹਾਡਾ ਅੰਮ੍ਰਿਤ ਛਕ ਸਕਦੇ ਹਾਂ, ਤੁਹਾਡੇ ਸਿੱਖ ਬਣ ਸਕਦੇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਵੇਲੇ ਆਖਿਆ, ਭਾਈ ਸਿੱਖ ਉਹ ਹੁੰਦਾ ਜਿਹੜਾ ਗੁਰੂ ਦਾ ਹੁਕਮ ਮੰਨੇ, ਤੇ ਜੇ ਤੁਸੀਂ ਗੁਰੂ ਦਾ ਹੁਕਮ ਮੰਨਣਾ ਹੀ ਨਹੀਂ, ਉਹਦੇ ਵਿੱਚੋਂ ਛੋਟ ਡਿਸਕਾਊਂਟ ਚਾਹੁੰਦੇ ਹੋ, ਤੇ ਫਿਰ ਤੁਸੀਂ ਸਿੱਖ ਕਾਹਦੇ ਹੋਏ? ਅੱਜ ਆਪਾਂ ਵੀ ਖਾਲਸਾ ਜੀ ਆਪਣੇ ਜੀਵਨ ਵੱਲ ਝਾਤ ਮਾਰ ਕੇ ਦੇਖ ਲਈਏ, ਕਹਾਉਂਦੇ ਅਸੀਂ ਸਾਰੇ ਹੀ ਸਿੱਖ ਹਾਂ, ਕੋਈ ਇੱਕ ਦੂਜੇ ਤੋਂ ਘੱਟ ਨਹੀਂ। ਹਰ ਕੋਈ ਕਹਿੰਦਾ ਮੈਂ ਵੱਡਾ ਸਿੱਖ, ਦੂਜਾ ਛੋਟਾ ਸਿੱਖ, ਮੇਰੀ ਵੱਧ ਸ਼ਰਧਾ, ਦੂਜੇ ਦੀ ਘੱਟ ਸ਼ਰਧਾ। ਪਰ ਕੀ ਅਸੀਂ ਗੁਰੂ ਦੇ ਹੁਕਮ ਨੂੰ ਇੰਨ ਬਿੰਨ ਮੰਨਦੇ ਹਾਂ? ਗੁਰੂ ਕਹਿੰਦਾ ਪ੍ਰਥਮ ਰਹਿਤ ਯਹ ਜਾਨ, ਖੰਡੇ ਕੀ ਪਾਹੁਲ ਛਕੇ, ਸੋਈ ਸਿੰਘ ਪ੍ਰਧਾਨ, ਅਵਰ ਨਾ ਪਾਹੁਲ ਜੋ ਲੇ। ਕਹਿੰਦੇ ਉਹ ਮੇਰਾ ਪਿਆਰਾ ਸਿੱਖ ਹੈ ਜਿਹੜਾ ਹੋਰ ਕਿਸੇ ਦੇ ਚਰਨਾਂ ਦੀ ਪਾਹੁਲ, ਕਿਸੇ ਦਾ ਕੰਨਾਂ ਦੇ ਵਿੱਚ ਮੰਤਰ ਨਹੀਂ ਲੈਂਦਾ, ਬਲਕਿ ਖੰਡੇ ਬਾਟੇ ਦਾ ਅੰਮ੍ਰਿਤ ਗੁਰੂ ਮਰਿਆਦਾ ਮੁਤਾਬਕ ਛਕ ਕੇ ਗੁਰੂ ਕਾ ਸਿੰਘ ਸਿੰਘਣੀ ਸਜਦਾ। ਕਹਿੰਦੇ ਉਹ ਰਹਿਤ ਮਰਿਆਦਾ ਵਿੱਚ ਪੂਰਨ ਪ੍ਰਪੱਕ ਗੁਰੂ ਕਾ ਸਿੱਖ ਹੈ, ਤੇ ਐਸੇ ਸਿੱਖ ਦੇ ਮੈਂ ਸਦਾ ਅੰਗ ਸੰਗ ਰਹਿੰਦਾ। ਔਰ ਪ੍ਰਥਮ ਰਹਿਤ ਜਾਨ, ਸਾਰਿਆਂ ਤੋਂ ਪਹਿਲੀ ਰਹਿਤ ਹੀ ਇਹ ਹੈ ਸਿੱਖੀ ਵਿੱਚ ਦਾਖਲ ਹੋਣ ਦੀ। ਪੰਜ ਕਕਾਰਾਂ ਨੂੰ ਧਾਰਨ ਕਰਨਾ, ਪੰਜ ਪਿਆਰਿਆਂ ਦੇ ਪਾਸੋਂ ਅੰਮ੍ਰਿਤ ਛਕਣਾ, ਔਰ ਪੰਜ ਬਾਣੀਆਂ ਦੇ ਨਿਤਨੇਮੀ ਹੋਣਾ। ਜੇ ਗੁਰਬਾਣੀ ਨਹੀਂ ਪੜ੍ਹ ਸਕਦੇ, ਵਾਹਿਗੁਰੂ ਮੰਤਰ ਦਾ, ਮੂਲ ਮੰਤਰ ਦਾ ਸਿਮਰਨ ਕਰਨਾ। ਜਿਹੜੇ ਪੜ੍ਹਨ ਜਾਣਦੇ ਆ ਉਹਨਾਂ ਨੇ ਗੁਰਬਾਣੀ ਵੀ ਪੜ੍ਹਨੀ ਤੇ ਸਿਮਰਨ ਵੀ ਨਾਲ ਕਰਨਾ। ਇਹ ਵੀ ਕਈ ਵਾਰ ਸਾਨੂੰ ਭੁਲੇਖਾ ਹੁੰਦਾ ਕਿ ਅਸੀਂ ਤਾਂ ਪੰਜ ਬਾਣੀਆਂ ਦਾ ਨਿਤਨੇਮ ਕਰ ਲੈਂਦੇ ਆ, ਸਿਮਰਨ ਸਾਡੇ ਵਾਸਤੇ ਕੋਈ ਜ਼ਰੂਰੀ ਨਹੀਂ। ਪਰ ਗੁਰਮੁਖ ਪਿਆਰਿਓ, ਸਤਿਗੁਰੂ ਜੀ ਦੁਆਰਾ ਬਖਸ਼ੀ ਹੋਈ ਰਹਿਤ ਮਰਿਆਦਾ ਦੇ ਮੁਤਾਬਕ ਅੰਮ੍ਰਿਤ ਵੇਲੇ ਪੰਜ ਬਾਣੀਆਂ, ਜਪਜੀ ਸਾਹਿਬ, ਜਾਪ ਸਾਹਿਬ, ਸੁਦਾ ਸਵਈਏ, ਚੌਪਈ ਸਾਹਿਬ, ਸੰਪੂਰਨ 40 ਪੌੜੀਆਂ ਆਨੰਦ ਸਾਹਿਬ ਦਾ ਪਾਠ ਹਰ ਗੁਰਸਿੱਖ ਨੇ ਘੱਟੋ ਘੱਟ ਨਿਤਨੇਮ ਇਹ ਜ਼ਰੂਰ ਕਰਨਾ। ਸ਼ਾਮ ਦੇ ਵੇਲੇ ਰਹਿਰਾਸ ਸਾਹਿਬ,
ਰੱਖਿਆ ਦੇ ਸ਼ਬਦ ਕੀਰਤਨ ਸੋਹਿਲਾ, ਇਹ ਨਿਤਨੇਮ ਜਿਹੜਾ ਸਤਿਗੁਰੂ ਨੇ ਜ਼ਰੂਰੀ ਕਰਾਰ ਦਿੱਤਾ ਹੋਇਆ ਹਰ ਇੱਕ ਗੁਰੂ ਕੇ ਸਿੱਖ ਵਾਸਤੇ। ਜੇ ਬਾਣੀ ਪੜ੍ਹਨੀ ਨਹੀਂ ਆਉਂਦੀ ਤੇ ਪੜ੍ਹਨ ਦਾ ਯਤਨ ਕਰਨਾ, ਸਿੱਖਣ ਦਾ ਯਤਨ ਕਰਨਾ। ਹੋਰ ਵੀ ਬਹੁਤ ਚੀਜ਼ਾਂ ਆਪਾਂ ਜ਼ਿੰਦਗੀ ਵਿੱਚ ਸਿੱਖਦੇ ਹੀ ਹਾਂ। ਇੱਕ ਇੱਕ ਬੰਦੇ ਨੇ ਸਾਧ ਸੰਗਤ ਜੀ 10-10 ਕੰਮ ਸਿੱਖ ਰੱਖੇ ਹੁੰਦੇ ਆ, ਹਾਲਾਂਕਿ ਵਰਤਦਾ ਜ਼ਿੰਦਗੀ ਵਿੱਚ ਇੱਕ ਦੋ ਨੂੰ ਹੀ ਹੈ। ਸਾਰੇ ਕੰਮ ਨਹੀਂ ਕਰਦਾ ਬੰਦਾ, ਕੰਮ ਬਹੁਤ ਆਉਂਦੇ ਹੁੰਦੇ ਆ, ਪਰ ਉਹਨਾਂ ਦੇ ਵਿੱਚੋਂ ਵਰਤੋਂ ਵਿੱਚ ਜਿਹੜੇ ਕੋਈ ਇੱਕ ਦੋ ਆਉਂਦੇ ਆ, ਬਾਕੀ ਸਪੇਅਰ ਪਏ ਰਹਿੰਦੇ ਆ, ਵਾਧੂ ਪਏ ਰਹਿੰਦੇ ਆ, ਐਕਸਟਰਾ ਸਾਡੇ ਕੋਲ ਹੁੰਦੇ ਆ ਵੀ ਲੋੜ ਵੇਲੇ ਅਸੀਂ ਉਹ ਕੰਮ ਕਰ ਸਕਦੇ ਹਾਂ। ਪਰ ਜਿਹੜਾ ਕੰਮ ਕਰਨਾ ਅਤੀ ਜ਼ਰੂਰੀ ਹੈ, ਸਤਿਗੁਰੂ ਦਾ ਹੁਕਮ ਹੈ, ਉਹ ਕੰਮ ਕਰਨ ਵੱਲ ਸਾਡਾ ਪ੍ਰੇਮੀਓ ਧਿਆਨ ਨਹੀਂ ਜਾਂਦਾ। ਅਸੀਂ ਕੋਸ਼ਿਸ਼ ਨਹੀਂ ਕਰਦੇ, ਸਾਡੇ ਕੋਲੇ ਬਹਾਨਾ ਹੀ ਬੜਾ ਵਧੀਆ ਹੁੰਦਾ, ਅਸੀਂ ਤਾਂ ਅਨਪੜ੍ਹ ਹਾਂ ਜੀ, ਸਾਨੂੰ ਪੜ੍ਹਨਾ ਨਹੀਂ ਆਉਂਦਾ। ਬਈ ਦੁਨੀਆ ਵਿੱਚ ਜਿੰਨੇ ਲੋਕ ਜੰਮੇ ਆ ਕਿ ਉਹ ਪਹਿਲਾਂ ਪੜ੍ਹ ਕੇ ਆਏ ਆ ਕੇ ਇੱਥੇ ਧਰਤੀ 'ਤੇ ਹੀ ਸਿੱਖਦੇ ਆ ਨਾ। ਗੁਰਬਾਣੀ ਦੀ ਸੰਥਿਆ ਕਰੋ, ਕਿਸੇ ਚੰਗੇ ਗਿਆਨੀ ਸਿੰਘ ਸੰਤ ਮਹਾਂਪੁਰਖ ਦੇ ਕੋਲੇ ਜਾ ਕੇ ਸਮਾਂ ਕੱਢੋ। ਮੁਸ਼ਕਲ ਇਹ ਹੈ ਵੀ ਅਸੀਂ ਸਮਾਂ ਨਹੀਂ ਕੱਢਦੇ, ਹੋਰ ਕੰਮਾਂ ਵਾਸਤੇ ਸਾਡੇ ਕੋਲ ਬਹੁਤ ਸਮਾਂ ਹੈ। ਆ ਮੋਬਾਈਲ ਫੋਨਾਂ ਦੀ ਟੱਚ ਘਸਾ ਦਿੰਦੇ ਹਾਂ ਅਸੀਂ, ਸਾਰਾ ਦਿਨ ਅੰਗੂਠਾ ਘਸਾ ਕੇ। ਆ WhatsApp ਦੇਖ ਲਓ ਜੀ, ਆ Facebook ਦੇਖ ਲਓ, Instagram ਦੇਖ ਲਓ, ਪਤਾ ਨਹੀਂ ਕਿੰਨੀਆਂ ਕਿ ਐਪਲੀਕੇਸ਼ਨਸ ਅੱਜ ਕੱਲ੍ਹ ਚੱਲੀਆਂ। ਕਮਿਊਨੀਕੇਸ਼ਨ ਦੇ ਜਿਹੜੇ ਸੋਰਸ ਹੈ, ਇੱਕ ਦੂਜੇ ਨਾਲ ਗੱਲਬਾਤ ਰਾਬਤਾ ਕਾਇਮ ਕਰਨ ਦੇ, ਪੂਰੀ ਦੁਨੀਆ ਇੱਕ ਛੋਟੇ ਜਿਹੇ ਪਿੰਡ ਵਾਂਗੂ ਬਣ ਕੇ ਰਹਿ ਗਈ ਹੈ। ਜਿਵੇਂ ਪਿੰਡ ਚ ਜਦੋਂ ਮਰਜ਼ੀ ਕਿਸੇ ਦੇ ਘਰ ਜਾ ਕੇ ਗੱਲ ਕਰ ਸਕਦੇ ਹਾਂ, ਇਵੇਂ ਬਸ ਆ ਸਾਧ ਸੰਗਤ ਜੀ ਜੇਬ ਦੇ ਵਿੱਚੋਂ ਮੋਬਾਈਲ ਕੱਢੋ, ਨੰਬਰ ਡਾਇਲ ਕਰੋ, ID ਭਰੋ ਅਤੇ ਨਾਲ ਦੀ ਨਾਲ ਜਦੋਂ ਮਰਜ਼ੀ ਗੱਲਬਾਤ ਕਰ ਲਓ। ਕੀ ਅਸੀਂ ਇਹ ਕੰਮ ਸਿੱਖ ਕੇ ਆਏ ਸੀ? ਆਏ ਮੋਬਾਈਲ ਫੋਨ ਜਿਹੜੇ ਟੱਚ ਵਾਲੇ, ਇੰਟਰਨੈਟ ਵਾਲੇ ਕਿੰਨਾ ਕੁ ਸਮਾਂ ਹੋਇਆ ਚੱਲਦਿਆਂ ਨੂੰ? ਥੋੜ੍ਹੇ ਸਾਲ ਹੀ ਹੋਏ ਆ, 5-7 ਸਾਲ ਹੋਏ ਹੋਣਗੇ, ਵੱਧ ਤੋਂ ਵੱਧ 10 ਹੋ ਗਏ ਹੋਣਗੇ। ਉਸ ਤੋਂ ਪਹਿਲਾਂ ਤਾਂ ਹੁੰਦੇ ਹੀ ਨੰਬਰਾਂ ਵਾਲੇ ਸੀ, ਸਿੱਧੇ ਹੀ ਟੂ ਕਰਕੇ ਉਹਨਾਂ ਨੂੰ ਲਾਉਣਾ, ਇਕੱਲੇ ਨੰਬਰ ਡਾਇਲ ਹੁੰਦੇ। ਅਤੇ ਆ ਜਿਹੜੀਆਂ ਬਾਕੀ ਬਹੁਤ ਸਾਰੀਆਂ ਚੀਜ਼ਾਂ, ਇਹ ਤਾਂ ਸਾਧ ਸੰਗਤ ਜੀ ਥੋੜ੍ਹੇ ਸਾਲਾਂ ਦੀਆਂ ਸ਼ੁਰੂ ਹੋਈਆਂ। ਕੀ ਕਦੇ ਕਿਸੇ ਨੇ ਬਹਾਨਾ ਲਾਇਆ ਵੀ ਸਾਨੂੰ ਇਹ ਨਹੀਂ ਆਉਂਦਾ? ਸਿੱਖੇ ਹੀ ਆ ਨਾ ਸਾਰੇ, ਅਨਪੜ੍ਹ ਤੋਂ ਅਨਪੜ੍ਹ ਵੀ Facebook ਚਲਾਈ ਤੁਰਿਆ ਆਉਂਦਾ। ਇਹ ਚੀਜ਼ਾਂ ਜੇ ਅਸੀਂ ਸਿੱਖ ਸਕਦੇ ਹਾਂ, ਫਿਰ ਗੁਰੂ ਦਾ ਹੁਕਮ ਮੰਨ ਕੇ ਗੁਰਬਾਣੀ ਕਿਉਂ ਨਹੀਂ ਸਿੱਖਦੇ? ਬਹਾਨੇਬਾਜ਼ੀਆਂ ਸਾਡੀਆਂ, ਨਹੀਂ ਜੀ ਅਸੀਂ ਤਾਂ ਅਨਪੜ੍ਹ ਹੈ, ਸਾਨੂੰ ਆਉਂਦਾ ਨਹੀਂ। ਜੇ ਸਿੱਖਣ ਦਾ ਯਤਨ ਕਰਾਂਗੇ, ਦੁਨੀਆ ਵਿੱਚ ਖਾਲਸਾ ਜੀ ਕੋਈ ਵੀ ਕਾਰਜ ਐਸਾ ਨਹੀਂ ਜਿਹੜਾ ਅਸੀਂ ਸਿੱਖਣ ਦਾ ਯਤਨ ਕਰੀਏ, ਸਾਡੀ ਲਗਨ ਹੋਵੇ ਤੇ ਸਾਨੂੰ ਨਾ ਆਵੇ। ਭਾਵਨਾ ਹੋਣੀ ਚਾਹੀਦੀ ਹੈ, ਦ੍ਰਿੜਤਾ ਹੋਣੀ ਚਾਹੀਦੀ ਹੈ, ਨਿਸ਼ਚਾ ਹੋਣਾ ਚਾਹੀਦਾ, ਪੈਸ਼ਨ ਹੋਣਾ ਚਾਹੀਦਾ, ਸਾਡੇ ਅੰਦਰ ਜਨੂਨ ਹੋਣਾ ਚਾਹੀਦਾ। ਇੱਕ ਅਸੀਂ ਸਿੱਖ ਸਕਦੇ ਹਾਂ। ਕਿਹੜਾ ਦੁਨੀਆ ਦਾ ਕੰਮ ਹੈ ਜਿਹੜਾ ਮਨੁੱਖ ਕਰ ਨਹੀਂ ਸਕਦਾ? ਆ ਹੁਣ ਤੱਕ ਆ ਬੱਚਿਆਂ ਨੂੰ ਸਾਡੀਆਂ ਬਜ਼ੁਰਗ ਬੀਬੀਆਂ ਚੰਦ ਨੂੰ ਮਾਮਾ ਕਹਿ ਕੇ ਦਿਖਾਉਂਦੀਆਂ ਰਹੀਆਂ, ਤੇ ਅੱਜ ਚੰਦ ਦੇ ਉੱਤੇ ਲੋਕ ਜਾਂਦੇ ਨਹੀਂ। ਨਥਿੰਗ ਇਜ਼ ਇੰਪੋਸੀਬਲ, ਇਹ ਦੁਨੀਆ ਵਿੱਚ ਕੁਝ ਵੀ ਅਸੰਭਵ ਨਹੀਂ ਹੈ। ਹਰ ਇੱਕ ਯਤਨ ਕੀਤਿਆਂ ਮਨੁੱਖ ਪ੍ਰਾਪਤੀ ਕਰ ਸਕਦਾ ਹੈ। ਹਰ ਇੱਕ ਪ੍ਰਾਪਤੀ ਹੋ ਸਕਦੀ ਹੈ, ਪਰ ਉਹਦੇ ਵਾਸਤੇ ਸਾਨੂੰ ਮਿਹਨਤ ਤਾਂ ਕਰਨੀ ਪਏਗੀ। ਪਰ ਅਸੀਂ ਮਿਹਨਤ ਕਰਦੇ ਨਹੀਂ। ਅੰਮ੍ਰਿਤ ਛਕਣ ਦੀ ਗੱਲ ਕਰੋ ਤਾਂ ਵੀ ਬਹਾਨੇਬਾਜ਼ੀਆਂ ਸਾਡੇ ਕੋਲੇ ਜੀ। ਅੰਮ੍ਰਿਤ ਤਾਂ ਛਕ ਲਈਏ, ਪਰ ਆ ਕਿਰਪਾਨ ਬੜੀ ਭਾਰੀ ਲੱਗਦੀ। ਅੰਮ੍ਰਿਤ ਤਾਂ ਛਕ ਲਈਏ, ਰਹਿਤ ਮਰਿਆਦਾ ਨਹੀਂ ਰੱਖੀ ਜਾਣੀ। ਅੰਮ੍ਰਿਤ ਛਕ ਤਾਂ ਲਈਏ ਜੀ, ਅੰਮ੍ਰਿਤ ਰੱਖਿਆ ਨਹੀਂ ਜਾਣਾ। ਦੇਖੋ ਸਾਡੇ ਬੋਲ ਹਉਮੈ ਹੰਕਾਰ ਵਿੱਚ ਕਿਸ ਤਰ੍ਹਾਂ ਦੇ ਆ ਵੀ ਅੰਮ੍ਰਿਤ ਨੇ ਸਾਨੂੰ ਰੱਖਣਾ ਹੈ ਜਾਂ ਅਸੀਂ ਅੰਮ੍ਰਿਤ ਨੂੰ ਰੱਖਣਾ? ਅਸੀਂ ਕੌਣ ਜੰਮ ਪਏ ਅੰਮ੍ਰਿਤ ਨੂੰ ਰੱਖਣ ਵਾਲੇ? ਇਹ ਤਾਂ ਗੁਰੂ ਕਲਗੀਧਰ ਪਾਤਸ਼ਾਹ ਜਿਨ੍ਹਾਂ ਉੱਤੇ ਤਰੁੱਠਦੇ ਹੈ, ਪ੍ਰਸੰਨ ਹੁੰਦੇ ਹੈ, ਮਿਹਰ ਕਰਦੇ ਹੈ, ਸੋ ਉਹਨਾਂ ਨੂੰ ਤਰੁੱਠ ਕੇ, ਪ੍ਰਸੰਨ ਹੋ ਕੇ, ਖੁਸ਼ ਹੋ ਕੇ ਸਤਿਗੁਰੂ ਦਾਤ ਬਖਸ਼ਿਸ਼ ਕਰਦੇ ਹੈ। ਕੇਸ ਦਾੜੀ ਰੱਖ ਲਓ ਜੀ, ਰੱਖ ਤਾਂ ਲਈਏ ਜੀ, ਔਖਾ ਲੱਗਦਾ, ਕੇਸ ਭਾਰੀ ਲੱਗਦੇ ਆ, ਕਿਰਪਾਨ ਭਾਰੀ ਲੱਗਦੀ ਹੈ। ਅਤੇ ਗੁਰਮੁਖੋਂ ਕਈ ਵਾਰ ਬੇਨਤੀ ਕਰਨੀ ਪੈਂਦੀ ਆ, ਜਿਹੜੇ ਵੀਰ ਇੱਦਾਂ ਦੀਆਂ ਬਹਾਨੇਬਾਜ਼ੀਆਂ ਕਰਦੇ ਆ, ਸ਼ਰਾਬ ਦੇ ਠੇਕੇ 'ਤੇ 2 ਕਿਲੋਮੀਟਰ ਤੱਕ ਤੁਰ ਕੇ ਜਾਣਗੇ, ਉਹ 1 ਲੀਟਰ ਦੀ ਜਿਹੜੀ ਬੋਤਲ ਡੱਬ ਦੇ ਵਿੱਚ ਅੜਾ ਕੇ ਲਈ ਆਉਣਗੇ, ਉਹ ਭਾਰੀ ਨਹੀਂ ਲੱਗਦੀ, ਕਹਿਣਗੇ ਕਿਰਪਾਨ ਭਾਰੀ ਲੱਗਦੀ ਹੈ। ਕਿਰਪਾਨ ਦਾ ਭਾਰ ਲੱਗਦਾ ਹੈ। ਕਿਰਪਾਨ ਦੇ ਮਸਲੇ ਨੂੰ ਹੀ, 5 ਕਕਾਰਾਂ ਦੇ ਮਸਲੇ ਨੂੰ ਹਿੰਦੁਸਤਾਨ ਪਾਕਿਸਤਾਨ ਦੀ ਸਰਹੱਦ ਦਾ, ਜੰਮੂ ਕਸ਼ਮੀਰ ਦਾ ਮਸਲਾ ਬਣਾ ਰੱਖਿਆ ਵੀ ਪਤਾ ਨਹੀਂ ਹੱਲ ਹੋਣਾ ਜਾਂ ਨਹੀਂ ਹੋਣਾ। ਬਹਾਨੇਬਾਜ਼ੀਆਂ ਸਾਡੀਆਂ। ਬੀਬੀਆਂ ਨੂੰ ਬੇਨਤੀ ਕਰੋ, ਬੀਬੀਓ ਅੰਮ੍ਰਿਤ ਛਕ ਲਓ ਜੀ। ਅੰਮ੍ਰਿਤ ਤਾਂ ਛਕ ਲਈਏ, ਪਰ ਕਿਰਪਾਨ ਭਾਰੀ ਲੱਗਦੀ ਹੈ। ਨੱਕ ਤੇ ਕੰਨ ਪਾੜ ਕੇ ਕਿਲੋ ਸੋਨਾ ਪਾ ਦਿਓ, ਗਹਿਣੇ ਪਾ ਦਿਓ, ਕੰਨ ਲੰਮਕ ਕੇ ਮਹਾਤਮਾ ਗਾਂਧੀ ਵਰਗੇ ਲੰਮੇ ਹੋ ਜਾਣ,
ਉਹ ਸੋਨਾ ਨਹੀਂ ਭਾਰੀ ਲੱਗਦਾ, ਕਹਿਣਗੇ ਕਿਰਪਾਨ ਭਾਰੀ ਲੱਗਦੀ ਹੈ। ਕਿਰਪਾਨ ਭਾਰੀ ਨਹੀਂ, ਅਸੀਂ ਜ਼ਿੰਮੇਵਾਰੀਆਂ ਚੁੱਕਣ ਨੂੰ ਤਿਆਰ ਨਹੀਂ। ਅਸੀਂ ਜ਼ਿੰਮੇਵਾਰ ਬਣਨਾ ਹੀ ਨਹੀਂ ਚਾਹੁੰਦੇ, ਗੁਰੂ ਕੇ ਬਣਨਾ ਹੀ ਨਹੀਂ ਚਾਹੁੰਦੇ। ਤੇ ਕਹਾਉਂਦੇ ਆਪਣੇ ਆਪ ਨੂੰ ਅਸੀਂ ਸਿੱਖ ਹੈ, ਅਸੀਂ ਵੀ ਸਿੱਖ ਹੈ। ਅੰਮ੍ਰਿਤਾ ਛਕ ਲਈਏ ਜੀ, ਆਖੇ ਕਿਤੇ ਕਿਰਪਾਨ ਸੁੱਤੇ ਪਿਆਂ ਦੇ ਢਿੱਡ 'ਚ ਨਾ ਵੱਜ ਜਾਏ। ਕਈ ਜਾਣ ਬੁੱਝ ਕੇ ਮਖੌਲ ਨਾਲ ਕਹਿਣਗੇ ਬਈ ਜਿੰਨਿਆਂ ਨੇ ਅੰਮ੍ਰਿਤ ਛਕਿਆ, ਆ ਦੇਖ ਲਓ 2 ਅਸੀਂ ਬੈਠੇ ਹਾਂ ਸਟੇਜ 'ਤੇ, ਜਾਂ ਸੰਗਤ ਵਿੱਚ ਕਿੰਨੇ ਬੈਠੇ ਆ, ਸਾਰਿਆਂ ਦੇ ਕੁੜਤੇ ਚੱਕ ਚੱਕ ਕੇ ਦੇਖ ਲਓ, ਸਾਰਿਆਂ ਦਾ ਢਿੱਡ ਸਬੂਤਾ ਹੈ, ਕਿਸੇ ਦੇ ਟਾਂਕੇ ਨਹੀਂ ਲੱਗੇ ਹੋਏ। ਇਹ ਭੁਲੇਖਾ ਤੁਹਾਡਾ ਵੀ ਕਿਰਪਾਨ ਨੇ ਢਿੱਡ ਪਾੜ ਦੇਣਾ। ਬਹਾਨੇਬਾਜ਼ੀਆਂ ਜਿੰਨੀਆਂ ਮਰਜ਼ੀ, ਉਹ ਜਿਵੇਂ ਕਹਾਵਤ ਆ ਨਾ, ਕਹਿੰਦੇ ਮਨ ਹਰਾਮੀ ਹੁਜਤਾਂ ਢੇਰ। ਜਦੋਂ ਮਨ ਹਰਾਮੀ ਹੋਵੇ ਨਾ ਤੇ ਹੁਜਤਾਂ ਬਹੁਤ ਕਰਦਾ, ਆਨੇ ਬਹਾਨੇ ਬੜੇ ਕਿੰਤੂ ਪਰੰਤੂ ਸਾਨੂੰ ਸੁਝਦੇ ਆ। ਪਰ ਸਾਧ ਸੰਗਤ ਜੀ, ਗੁਰੂ ਕਾ ਹੁਕਮ ਮੰਨਣ ਵਿੱਚ ਭਲਾਈ ਹੈ, ਗੁਰੂ ਕਾ ਹੁਕਮ ਮੰਨਣ ਵਿੱਚ ਸਾਡਾ ਭਲਾ ਹੈ। ਸਤਿਗੁਰੂ ਪਾਤਸ਼ਾਹ ਨੇ ਵਚਨ ਕੀਤੇ ਆ ਨਾ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮੰਨੈ। ਧਿਆਨ ਦਿਓ ਇਹ ਸ਼ਬਦ ਦੇ ਵੱਲ, ਗੁਰ ਬਾਣੀ ਕਹੈ। ਗੁਰੂ ਜਿਹੜੀ ਬਾਣੀ ਕਹਿੰਦਾ, ਗੁਰੂ ਜਿਹੜੇ ਬਚਨ ਕਹਿੰਦਾ। ਸੇਵਕ ਜਨ ਮੰਨੈ, ਸੇਵਕ ਜਨ ਉਹ ਹੈ, ਸਿੱਖ ਉਹ ਹੈ ਜਿਹੜਾ ਉਹਨਾਂ ਨੂੰ ਮੰਨ ਲਵੇ। ਫਿਰ ਪ੍ਰਤੱਖ ਗੁਰੂ ਨਿਸਤਾਰੇ, ਫਿਰ ਗੁਰੂ ਪ੍ਰਤੱਖ ਹੀ ਪਾਰ ਉਤਾਰਾ ਕਰ ਦਿੰਦਾ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ, ਆਪਣੇ ਭਾਣਿਆਂ ਜੋ ਚੱਲੈ ਭਾਈ, ਵਿਛੜ ਝੋਟਾਂ ਖਾਵੇ। ਜਿਹੜਾ ਆਪਣੇ ਭਾਣੇ, ਆਪਣੇ ਮੁਤਾਬਕ, ਆਪਣੇ ਮਨ ਦੀ ਮਤ ਮੁਤਾਬਕ ਚੱਲਦਾ, ਉਹ ਮਨਮਤੀਆ ਤਾਂ ਹੋ ਸਕਦਾ ਹੈ, ਮਨਮੁਖ ਤਾਂ ਹੋ ਸਕਦਾ ਹੈ, ਗੁਰਮੁਖ ਨਹੀਂ, ਗੁਰੂ ਦਾ ਸਿੱਖ ਨਹੀਂ ਹੋ ਸਕਦਾ। ਸੋ ਗੁਰੂ ਦੇ ਸਿੱਖ ਬਣਨ ਵਾਸਤੇ ਜ਼ਰੂਰੀ ਹੈ ਭਾਈ, ਅੰਮ੍ਰਿਤ ਛਕੋ, ਸਿੰਘ ਸਜੋ, ਗੁਰੂ ਵਾਲੇ ਬਣੋ, ਆਪਣੇ ਮਨ ਨੂੰ ਮਨਾਓ। ਛਕ ਲਵਾਂਗੇ ਜੀ ਜਦੋਂ ਮਨ ਮੰਨ ਗਿਆ। ਮਨ ਤਾਂ ਮੰਨਦਾ ਹੀ ਨਹੀਂ, ਮਨ ਤਾਂ ਬਹੁਤ ਚੀਜ਼ਾਂ ਵਾਸਤੇ ਨਹੀਂ ਮੰਨਦਾ, ਪਰ ਕਈ ਵਾਰ ਕਈ ਚੀਜ਼ਾਂ ਆਪਾਂ ਅਣਮੰਨੇ ਮਨ ਦੇ ਨਾਲ ਕਰਦੇ ਹਾਂ ਕਿ ਨਹੀਂ। ਦੁਨੀਆ ਵਿੱਚ ਕਿਸੇ ਮੁੰਡੇ ਕੁੜੀ ਦਾ ਵਿਆਹ ਕਰ ਦਿੱਤਾ, ਪੁੱਤਰ ਧੀ ਦਾ, ਕਿਸੇ ਨੇ ਜਵਾਈ ਭਾਈ ਚੰਗਾ ਨਹੀਂ ਨਿਕਲਿਆ, ਤੇ ਫਿਰ ਕੀ ਆਪਾਂ ਉਹਦੇ ਗੋਲੀ ਮਾਰ ਦਿੰਦੇ ਆ। ਨਿਭਾਉਂਦੇ ਹੀ ਆ ਉਹਦੇ ਨਾਲ, ਅਣਮੰਨੇ ਮਨ ਦੇ ਨਾਲ ਵੀ ਸਾਧ ਸੰਗਤ ਜੀ ਉਹਦੇ ਨਾਲ ਕੱਟਦੇ ਆ। ਕੋਈ ਧੀ ਪੁੱਤ ਐਸਾ ਅੱਗੇ ਬੋਲਦਾ ਨਹੀਂ, ਉਹਦੀ ਬੋਲ ਬਾਣੀ ਠੀਕ, ਕੀ ਘਰੋਂ ਕੱਢ ਦਿੰਦੇ ਆ, ਨਿਭਾਉਂਦੇ ਹੀ ਆ। ਅਣਮੰਨੇ ਮਨ ਨਾਲ ਦੁਨਿਆਵੀ ਕੰਮ ਬਹੁਤ ਕਰਦੇ ਆ, ਪਰ ਸਾਡਾ ਮਨ ਨਹੀਂ ਮੰਨਦਾ ਜੀ ਅੰਮ੍ਰਿਤ ਛਕ ਲਈਏ। ਕਿਉਂ? ਉਹ ਗੁਰੂ ਦਾ ਵਚਨ ਆ, ਗੁਰੂ ਨੇ ਕਿਹੜਾ ਧੱਕੇ ਨਾਲ ਛਕਾ ਦੇਣਾ ਆ ਕੇ। ਗੁਰੂ ਨੇ ਕਹਿ ਦੇਣਾ, ਸੇਵਾਦਾਰਾਂ ਨੇ ਬੇਨਤੀਆਂ ਕਰੀ ਜਾਣੀਆਂ, ਤੇ ਸਾਨੂੰ ਲੱਗਦਾ ਵੀ ਇਹ ਜਿਹੜੇ ਵਚਨ ਹੈ ਇਹ ਸ਼ਾਇਦ ਕਿਸੇ ਹੋਰ ਵਾਸਤੇ ਕੀਤੇ ਜਾ ਰਹੇ। ਕੱਲਾ ਕੱਲਾ ਸਿੱਖ ਸੰਗਤ ਵਿੱਚ ਜਿਹੜਾ ਵੀ ਬੈਠਾ ਹੋਵੇ, ਕਥਾ ਹੁੰਦੀ ਹੋਵੇ, ਕੀਰਤਨ ਹੁੰਦਾ ਹੋਵੇ, ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ, ਜਿਹੜਾ ਉਪਦੇਸ਼ ਕੀਤਾ ਜਾ ਰਿਹਾ ਹੈ ਗੁਰਬਾਣੀ ਦਾ, ਜੈਸੋ ਗੁਰ ਉਪਦੇਸਿਆ ਮੈਂ ਤੈਸੋ ਕਹਿਆ ਪੁਕਾਰ। ਹਰ ਇੱਕ ਗੁਰਸਿੱਖ ਨੇ ਸਤਸੰਗ ਵਿੱਚ ਜਾਣਨਾ ਕਿ ਮੇਰੇ ਮਨ ਦੀ ਗੱਲ ਹੋ ਰਹੀ ਹੈ, ਮੈਨੂੰ ਸੰਬੋਧਨ ਕੀਤਾ ਜਾ ਰਿਹਾ, ਤਾਂ ਸਤਸੰਗ ਵਿੱਚ ਆ ਕੇ ਪੂਰਨ ਪ੍ਰਾਪਤੀ ਹੁੰਦੀ ਹੈ ਪਿਆਰਿਓ। ਨਹੀਂ ਤਾਂ ਸਾਧ ਸੰਗਤ ਜੀ, ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗਈ, ਜਿਉਂ ਬਾਂਸ ਵਜਾਈਏ ਫੂਕ। ਬਾਂਸ ਦੇ ਵਿੱਚ ਫੂਕ ਮਾਰ ਦਿਓ ਕਿ ਉਹ ਖੜੇਗੀ, ਪਾਰ ਲੰਘ ਜਾਣੀ ਹੈ, ਖੜਨੀ ਨਹੀਂ। ਇਸੇ ਤਰ੍ਹਾਂ ਜਿਹੜੇ ਸਾਧ ਸੰਗਤ ਅਗਿਆਨਤਾ ਦੇ ਨੇਤਰਾਂ ਦੇ ਨਾਲ ਅੰਨੇ ਹੋਏ ਹੈ, ਸੋ ਉਹਨਾਂ ਨੂੰ ਗੁਰੂ ਦਾ ਕਿਹਾ ਹੋਇਆ ਬਚਨ ਲੱਗਦਾ ਨਹੀਂ। ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਪੋਏ ਗਿਰ ਭਰਿਆ ਭਰਿਆ ਕਰੇਜੇ ਛੇ। ਜਿਨ੍ਹਾਂ ਦੇ ਲੱਗ ਜਾਂਦਾ ਹਿਰਦੇ ਵਿੱਚ, ਫਿਰ ਕਲੇਜੇ ਵਿੱਚ ਛੇਕ ਪਾ ਦਿੰਦੇ ਆ ਗੁਰੂ ਕੇ ਸ਼ਬਦ, ਗੁਰੂ ਕੇ ਬਾਣਾ ਵਾਂਗੂ ਲੱਗਦੇ ਆ ਬਚਨ, ਤੇ ਫਿਰ ਉਹ ਗੁਰੂ ਕੇ ਭਾਣੇ ਵਿੱਚ ਆਉਂਦੇ ਆ, ਗੁਰੂ ਕੇ ਹੁਕਮ ਨੂੰ ਮੰਨਦੇ ਆ, ਉਹ ਸਿੱਖ ਕਹਾਉਂਦੇ ਆ, ਉਹ ਅੰਮ੍ਰਿਤਧਾਰੀ ਬਣਦੇ ਆ। ਵਿਸਾਖੀ ਨੇੜੇ ਆ ਰਹੀ ਹੈ ਪਿਆਰਿਓ। 1699 ਦੀ ਵਿਸਾਖੀ ਤੇ ਸਤਿਗੁਰੂ ਦਸ਼ਮੇਸ਼ ਪਿਤਾ ਜੀ ਨੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਤਿਆਰ ਕੀਤੀ, ਤੇ ਕਿਹਦੇ ਵਾਸਤੇ ਤਿਆਰ ਕੀਤੀ ਆ? ਸਿੱਖਾਂ ਵਾਸਤੇ। ਇਹ ਕੋਈ ਚੰਦ ਤੋਂ ਨਹੀਂ ਲੋਕ ਆਉਣੇ ਜਿਨ੍ਹਾਂ ਨੇ ਅੰਮ੍ਰਿਤ ਛਕਣਾ, ਸਾਡੇ ਵਾਸਤੇ ਤਿਆਰ ਕਰਕੇ ਗਏ ਆ। ਇਸ ਕਰਕੇ ਤਿਆਰੀ ਕਰੋ ਵਿਸਾਖੀ ਦੇ ਦਿਹਾੜੇ ਦੇ ਉੱਤੇ। ਤੇ ਮੈਂ ਪ੍ਰਬੰਧਕਾਂ ਵੀਰਾਂ ਨੂੰ ਵੀ ਬੇਨਤੀ ਕਰਾਂਗਾ ਕਿ ਜਿੱਥੇ ਆਪ ਜੀ ਲੰਗਰਾਂ ਦੀ ਬਹੁਤ ਸੇਵਾ ਕਰਦੇ ਹੋ, ਅਟੁੱਟ ਸੇਵਾ ਹੁੰਦੀ ਹੈ, ਸੇਵਾ ਦਾ ਲੰਗਰਾਂ ਦੇ ਵਿੱਚ ਥਾਂ ਥਾਂ ਦੇ ਉੱਤੇ। ਆ 2-3 ਦਿਨ ਪਹਿਲਾਂ ਹੋਲੇ ਮਹੱਲੇ ਦਾ ਲੰਗਰ ਵੀ ਉਹ ਬਾਟ ਕੈਸਲ ਦੇ ਕੋਲ ਮੇਨ ਰੋਡ ਦੇ ਉੱਤੇ ਲਾ ਕੇ ਰੱਖਿਆ। ਬੜੀ ਭਾਵਨਾ ਨਾਲ ਸੰਗਤਾਂ ਪਹੁੰਚਦੀਆਂ, ਸੇਵਾ ਕਰਦੀਆਂ, ਨੌਜਵਾਨ ਵੀਰ। ਪਰ ਸਾਡੀ ਸੇਵਾ
ਪ੍ਰਵਾਨ ਉਸ ਵੇਲੇ ਹੋਣੀ ਹੈ ਪਿਆਰਿਓ, ਜਦੋਂ ਅਸੀਂ ਗੁਰੂ ਕੇ ਬਚਨਾਂ ਦੇ ਅਧੀਨ ਹੋ ਜਾਵਾਂਗੇ, ਗੁਰੂ ਨੂੰ ਸਮਰਪਿਤ ਹੋ ਜਾਵਾਂਗੇ। ਜੇ ਗੁਰੂ ਨੂੰ ਸਮਰਪਿਤ ਨਹੀਂ ਹੋਏ ਤੇ ਫਿਰ ਜਿਵੇਂ ਪੰਜਾਬੀ ਦੀ ਕਹਾਵਤ ਆ ਨਾ ਵੀ ਪੰਚਾਂ ਦਾ ਕਿਹਾ ਸਿਰ ਮੱਥੇ ਤੇ ਪਰਨਾਲਾ ਉੱਥੇ ਦਾ ਉੱਥੇ, ਅਸੀਂ ਉੱਥੇ ਖੜੇ ਰਹਿ ਜਾਣਾ। ਗੁਰੂ ਦੇ ਬਚਨ ਮੰਨ ਕੇ ਅਗਾਂਹ ਤੁਰੀਏ, ਅਗਾਹ ਕੂ ਤਰਾਗ ਪਿੱਛਾ ਫਿਰ ਨਾ ਮੋਢੜਾ। ਸਤਿਗੁਰੂ ਨੇ ਅਗਾਂਹ ਵਧੂ ਬਣਾਇਆ, ਸਾਨੂੰ ਇਹ ਨਹੀਂ ਵੀ ਸੁਣੀ ਵੀ ਗਏ ਤੇ ਮੰਨਿਆ ਵੀ ਕੁਛ ਨਾ। ਜੇ ਸੁਣ ਕੇ ਮੰਨਿਆ ਨਾ ਤੇ ਫਿਰ ਪ੍ਰਾਪਤੀ ਕੀ ਹੈ? ਸਤਿਗੁਰੂ ਤਾਂ ਕਹਿੰਦੇ ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ। ਜਿਨ੍ਹਾਂ ਨੇ ਸੁਣਿਆ, ਸੁਣ ਕੇ ਮੰਨ ਲਿਆ, ਮੰਨ ਕੇ ਕਮਾ ਲਿਆ, ਉਹਨਾਂ ਦੇ ਬੇੜੇ ਪਾਰ ਹੁੰਦੇ ਆ। ਤੇ ਜੇ ਅਸੀਂ ਸਾਧ ਸੰਗਤ ਜੀ ਇਕੱਲੀਆਂ ਹੱਥੀਂ ਸੇਵਾ ਤੱਕ ਹੀ ਸੀਮਤ ਰਹੇ, ਨਾ ਗੁਰਬਾਣੀ ਨਾਲ ਜੁੜੇ, ਨਾ ਨਿਤਨੇਮ ਨਾਲ ਜੁੜੇ, ਨਾ ਸਿਮਰਨ ਦੇ ਨਾਲ, ਤੇ ਨਾ ਸਾਧ ਸੰਗਤ ਜੀ ਅਸੀਂ ਅੰਮ੍ਰਿਤ ਛਕਿਆ, ਗੁਰੂ ਦਾ ਵਚਨ ਹੀ ਨਾ ਮੰਨਿਆ, ਫਿਰ ਕੀ ਗੁਰੂ ਦੀ ਖੁਸ਼ੀ ਮਿਲੇਗੀ? ਇੱਕ ਬੱਚਾ ਸਕੂਲ ਵਿੱਚ ਜਾਂਦਾ, ਅਧਿਆਪਕ ਜੋ ਉਹਨੂੰ ਕਹਿੰਦੇ ਆ ਉਹਨਾਂ ਦੇ ਕਹੇ ਮੁਤਾਬਕ ਸਿੱਖਿਆ ਨੂੰ ਧਾਰਨ ਨਹੀਂ ਕਰਦਾ, ਕੀ ਕਦੇ ਪਾਸ ਹੋਵੇਗਾ? ਘਰਾਂ ਦੇ ਵਿੱਚ ਬੱਚੇ ਆ, ਮਾਤਾ ਪਿਤਾ ਦੇ ਗੋਡੀ ਹੱਥ ਤਾਂ ਬਹੁਤ ਲਾਉਣ ਜੀ, ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ, ਉਹਨਾਂ ਵਾਸਤੇ ਵਸਤਰ ਵੀ ਸੋਹਣੇ ਲਿਆ ਕੇ ਦੇਣ, ਉਹਨਾਂ ਦਾ ਮਾਣ ਸਨਮਾਨ ਵੀ ਕਰਨ, ਬਾਪੂ ਜੀ ਵੀ ਕਰਨ, ਲੋਕਾਂ ਦੇ ਸਾਹਮਣੇ ਮੱਥੇ ਵੀ ਟੇਕਣ। ਕੀ ਮੱਥੇ ਟੇਕਣੇ ਪ੍ਰਵਾਨ ਹੋਣਗੇ ਜੇ ਉਹਨਾਂ ਦਾ ਵਚਨ ਨਾ ਮੰਨਦੇ ਹੋ, ਇਹਨਾਂ ਦੇ ਵਚਨ ਤੋਂ ਚੱਲਣਾ ਉਲਟ ਹੋਵੇ? ਇਸੇ ਤਰ੍ਹਾਂ ਤੂੰ ਹੈ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਗੁਰੂ ਸਾਡਾ ਮਾਤਾ ਪਿਤਾ ਹੈ, ਸਾਡੇ ਪੇਰੈਂਟਸ ਦੀ ਤਰ੍ਹਾਂ ਹੈ। ਤੇ ਜੇ ਪੇਰੈਂਟਸ ਦੀ ਆਗਿਆ ਨੂੰ ਬੱਚੇ ਨਹੀਂ ਮੰਨਣਗੇ, ਓਬੀਡੈਂਟ ਨਹੀਂ ਹੋਣਗੇ, ਆਗਿਆਕਾਰੀ ਨਹੀਂ ਹੋਣਗੇ, ਤੇ ਫਿਰ ਕੀ ਖੁਸ਼ੀ ਮਿਲੇਗੀ? ਬਾਹਰੀ ਦਿਖਾਵਾ ਤਾਂ ਜਿੰਨਾ ਮਰਜ਼ੀ ਕਰੀ ਚਲੋ। ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹੇ, ਸੀਸ ਨਵਾਇਆ ਕਿਆ ਥੀਆ ਜਾਂ ਹਿਰਦੈ ਕਸੁਧੇ ਜਾਹੇ। ਸਿਰ ਨਵਾਇਆ ਕੀ ਕਰੂਗਾ ਜੇ ਸਾਡਾ ਹਿਰਦਾ ਹੀ ਟੇਢਾ ਚੱਲਿਆ ਜਾਂਦਾ, ਜੇ ਸਾਡਾ ਦਿਲ ਹੀ ਹੋਰ ਪਾਸੇ ਨੂੰ ਤੁਰਦਾ, ਗੁਰੂ ਦੇ ਮੁਤਾਬਕ ਲੱਗਦਾ ਹੀ ਨਹੀਂ, ਫਿਰ ਸਿਰ ਨਵਾਇਆ ਕੀ ਕਰੂਗਾ? ਇਸ ਕਰਕੇ ਭਾਈ ਬੇਨਤੀ ਪ੍ਰਬੰਧਕਾਂ ਨੂੰ ਵੀ ਕਿ ਘੱਟੋ ਘੱਟ ਵਿਸਾਖੀ ਦੇ ਦਿਹਾੜੇ ਦੇ ਉੱਤੇ ਜ਼ਰੂਰ ਅੰਮ੍ਰਿਤ ਸੰਚਾਰ ਦਾ ਪ੍ਰਬੰਧ ਕੀਤਾ ਜਾਵੇ। ਤੇ ਸੰਗਤਾਂ ਨੂੰ ਬੇਨਤੀ ਹੈ, ਜਿਨ੍ਹਾਂ ਦਾ ਮਨ ਮੰਨੇ, ਜਿਨ੍ਹਾਂ ਦਾ ਮਨ ਬਣੇ, ਮਨ ਨੂੰ ਮਨਾਓ ਗੁਰੂ ਦੀ ਸਿੱਖਿਆ ਦੇ ਮੁਤਾਬਕ। ਉਹ ਆਪੋ ਆਪਣੇ ਨਾਮ ਪ੍ਰਬੰਧਕ ਵੀਰਾਂ ਦੇ ਕੋਲ ਲਿਖਾਉਣੇ, ਗ੍ਰੰਥੀ ਸਿੰਘਾਂ ਦੇ ਕੋਲ ਸ਼ੁਰੂ ਕਰੋ, ਤਾਂ ਕਿ ਤੁਹਾਡੀ ਗਿਣਤੀ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਪ੍ਰਬੰਧਕਾਂ ਨੂੰ ਮੈਂ ਪਰਸਨਲੀ ਵੀ ਬੇਨਤੀ ਮਿਲ ਕੇ ਕਰ ਲਵਾਂਗਾ, ਮੈਨੇਜਰ ਸਾਹਿਬ ਹੋਰਾਂ ਨੂੰ, ਹੋਰ ਪ੍ਰਬੰਧਕਾਂ ਨੂੰ, ਤੇ ਇਹ ਸਟੇਜ ਤੋਂ ਵੀ ਸਮੁੱਚੇ ਰੂਪ ਦੇ ਵਿੱਚ ਕਰ ਦਿੰਦਾ ਵੀ ਘੱਟੋ ਘੱਟ ਵਿਸਾਖੀ ਦੇ ਦਿਹਾੜੇ ਤੇ ਤਾਂ ਅੰਮ੍ਰਿਤ ਸੰਚਾਰ ਹੋਵੇ ਨਾ। ਉਹ ਤਾਂ ਦਿਹਾੜਾ ਹੀ ਅੰਮ੍ਰਿਤ ਸੰਚਾਰ ਦਾ, ਉਹ ਤਾਂ ਹੈ ਹੀ ਖਾਲਸਾ ਸਾਜਨਾ ਦਿਵਸ। ਆਪਾਂ ਜਨਮ ਦਿਨ ਮਨਾਉਂਦੇ ਹਾਂ, ਜਨਮ ਦਿਨ ਮਨਾਉਂਦੇ ਹਾਂ ਕਿਸੇ ਬੱਚੇ ਦਾ, ਵਧਾਈਆਂ ਕਿਹਨੂੰ ਮਿਲਦੀਆਂ? ਜਿਹਦਾ ਜਨਮ ਦਿਨ ਹੁੰਦਾ ਉਹਨੂੰ। ਬਾਕੀ ਤਾਂ ਆਪਾਂ ਵੈਸੇ ਸ਼ਾਮਲ ਹੁੰਦੇ ਹਾਂ ਨਾ ਪਾਰਟੀ ਦੇ ਵਿੱਚ, ਪਾਸੇ ਖੜੇ ਆਪਾਂ, ਚਲੋ ਕੋਈ ਗੁਰਮਰਿਆਦਾ ਅਨੁਸਾਰ ਗੁਰਦੁਆਰਾ ਸਾਹਿਬ ਆ ਕੇ ਅਰਦਾਸ ਕਰਾਉਂਦਾ, ਤੇ ਕੋਈ ਦੁਨਿਆਵੀ ਜਿਹੜੀ ਅੱਜ ਕੱਲ੍ਹ ਬਹੁਤੀ ਰੀਤੀ ਚੱਲ ਪਈ ਹੈ, ਕੇਕ ਕੱਟ ਕੇ ਹੈਪੀ ਬਰਥਡੇ ਟੂ ਯੂ ਉਹਨੂੰ ਕਹਿੰਦੇ ਆਪਾਂ, ਜਿਹੜਾ ਜਿਹਦਾ ਜਨਮ ਦਿਨ ਹੋਵੇ। ਵਧਾਈਆਂ ਉਹਨੂੰ ਮਿਲਦੀਆਂ ਜਿਹਦਾ ਜਨਮ ਦਿਨ ਹੈ। ਤੇ ਖਾਲਸਾ ਸਾਜਨਾ ਦਿਵਸ ਦੀਆਂ ਵਧਾਈਆਂ ਵਾਲੀਆਂ ਤਾਂ ਆਪਾਂ ਲਾਈਨਾਂ ਲਾ ਦਿੰਦੇ ਹਾਂ WhatsApp ਦੇ ਉੱਤੇ, ਮੈਸੇਜ ਭੇਜ ਕੇ। ਫੋਨਾਂ ਨੂੰ ਸਾਹ ਨਹੀਂ ਆਉਂਦਾ 2-3 ਦਿਨ ਜੀ ਖਾਲਸੇ ਸਾਜਨਾ ਦਿਵਸ ਦੀਆਂ ਵਧਾਈਆਂ ਹੋਣ, ਹੋਲੇ ਮਹੱਲੇ ਦੀਆਂ ਵਧਾਈਆਂ ਹੋਣ। ਪਰ ਵਧਾਈਆਂ ਕਿਹਨੂੰ ਮਿਲਣੀਆਂ? ਜਿਹਦਾ ਜਨਮ ਦਿਨ ਹੈ। ਤੇ ਖਾਲਸਾ ਸਾਜਨਾ ਦਿਵਸ ਦੀ ਵਧਾਈ ਵੀ ਉਹਨੂੰ ਮਿਲੂਗੀ ਨਾ ਜਿਹੜਾ ਖਾਲਸਾ ਸਜਿਆ। ਬਾਕੀਆਂ ਨੂੰ ਵਧਾਈਆਂ ਦਾ ਕੀ ਮਤਲਬ ਹੈ? ਜਿਹੜੇ ਪਾਰਟੀ ਵਿੱਚ ਆਏ ਉਹਨਾਂ ਨੂੰ ਕਹੀ ਜਾਓ ਇੱਕ ਦੂਜੇ ਨੂੰ ਵੀ ਤੈਨੂੰ ਵਧਾਈਆਂ ਹੋਣ, ਉਹ ਆਖੂਗਾ ਵੀ ਮੇਰਾ ਕਿਹੜਾ ਜਨਮ ਦਿਨ ਆ, ਜਿਹਦਾ ਜਨਮ ਦਿਨ ਵਧਾਈਆਂ ਉਹਨੂੰ ਦਿਓ। ਇਸ ਕਰਕੇ ਖਾਲਸਾ ਸਾਜਨਾ ਦਿਵਸ ਆਪਾਂ ਖਾਲਸੇ ਸਜ ਕੇ ਮਨਾਉਣਾ ਹੈ, ਖਾਲਸੇ ਬਣ ਕੇ ਮਨਾਉਣਾ ਹੈ, ਗੁਰੂ ਦਾ ਹੁਕਮ ਮੰਨ ਕੇ ਮਨਾਉਣਾ ਹੈ। ਅੰਮ੍ਰਿਤ ਛਕੋ, ਸਿੰਘ ਸਜੋ, ਗੁਰੂ ਵਾਲੇ ਬਣੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਿੱਖਤਾ ਕੰਨ ਤੇ ਮੇਰ ਕੀਏ। ਦਸ਼ਮੇਸ਼ ਪਿਤਾ ਜੀ ਨੇ ਸਾਧ ਸੰਗਤ ਜੀ ਸਿੱਖਤਾ ਜਿਹੜੇ ਰੇਤ ਦੇ ਕਿਣਕਿਆਂ ਤੋਂ ਪਰਬਤ ਬਣਾ ਦਿੱਤੇ। ਕਿਵੇਂ? ਜਿਨ੍ਹਾਂ ਨੂੰ ਉਹ ਪਹਾੜੀ ਰਾਜੇ ਕਹਿੰਦੇ ਸੀ ਮਹਾਰਾਜ ਇਹ ਤਾਂ ਨੀਚ ਹੈ, ਇਹ ਛੋਟੀਆਂ ਜਾਤੀਆਂ ਦੇ ਆ, ਅਸੀਂ ਇਹਨਾਂ ਨਾਲ ਅੰਮ੍ਰਿਤ ਨਹੀਂ ਛਕ ਸਕਦੇ। ਉਹ ਜਿਹੜੇ ਆਮ ਗੁਰੂ ਕੇ ਸਿੱਖ ਸੀ, ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਦੇਖੀ ਜਾਇਓ, ਪਾਤਸ਼ਾਹੀਆਂ ਇਹਨਾਂ ਨੂੰ ਬਖਸ਼ਣੀਆਂ ਮੈਂ। ਵਚਨ ਕੀਤੇ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ, ਜੇ ਯਾਦ ਕਰੈ ਹਮਰੀ ਗੁਰਿਆਈ। ਇਹ ਸਾਡੀ ਗੁਰਿਆਈ ਨੂੰ ਚੇਤੇ ਰੱਖਣਗੇ, ਸਾਡੀ ਗੌਰਵਤਾ ਨੂੰ, ਸਾਡੇ ਗੁਰਤਾ ਗਦੀ ਦੇ ਸਮੇਂ ਨੂੰ ਯਾਦ ਰੱਖਣਗੇ। ਇਹਨਾਂ ਜਿਨ੍ਹਾਂ ਨੂੰ ਤੁਸੀਂ ਗਰੀਬ ਕਹਿੰਦੇ ਹੋ, ਜਿਨ੍ਹਾਂ ਨੂੰ ਤੁਸੀਂ ਦਲਿਤ ਕਹਿੰਦੇ ਹੋ, ਜਿਨ੍ਹਾਂ ਨੂੰ ਤੁਸੀਂ ਨੀਚ ਕਹਿੰਦੇ ਹੋ, ਜਿਨ੍ਹਾਂ ਨੂੰ ਤੁਸੀਂ ਲਤਾੜੇ ਹੋਏ ਦੱਬੇ ਕੁਚਲੇ ਲੋਕ ਕਹਿੰਦੇ ਹੋ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਰਿਆਸਤਾਂ ਦੇ ਰਾਜੇ ਹੋਣਗੇ, ਰਾਜੇ।
ਇਸ ਕਰਕੇ ਉਹ ਜਿਨ੍ਹਾਂ ਨੂੰ ਲੋਕ ਰੇਤ ਦੇ ਕਿਣਕਿਆਂ ਵਰਗੇ ਗਿਣਦੇ ਸੀ, ਪਾਤਸ਼ਾਹ ਨੇ ਕਿਰਪਾ ਕੀਤੀ, ਸਿਕਤਾ ਕੰਨ ਤੇ ਮੇਰ ਕੀਏ, ਉਹਨਾਂ ਨੂੰ ਪਰਬਤਾਂ ਵਰਗੇ, ਪਹਾੜਾਂ ਵਰਗੇ ਵੱਡੇ ਬਣਾ ਦਿੱਤਾ, ਰਾਜ ਭਾਗ ਦੇ ਮਾਲਕ ਬਣਾ ਦਿੱਤਾ। ਆਖਿਆ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ। ਆ ਤੁਸੀਂ ਜਿਹੜੇ ਆਕੀ ਹੋਣ ਵਾਲੇ ਹੋ, ਤੁਹਾਡੇ ਪੱਲੇ ਨਹੀਂ ਰਹੇਗਾ ਕੁਛ। ਮੇਰਾ ਖਾਲਸਾ, ਮੇਰਾ ਹੁਕਮ ਮੰਨਣ ਵਾਲਾ, ਇਹ ਮੇਰੇ ਪੁੱਤਰ ਧੀਆਂ, ਇਹ ਰਾਜ ਕਰਨਗੇ। ਇਨ ਗਰੀਬ ਸਿੱਖਣ ਕੋ ਦੇਵ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਬਰਿਆਈ। ਇਉਂ ਕਹਿ ਕੇ ਸਤਿਗੁਰੂ ਨੇ ਸਿੱਖਤਾ ਕੰਨ ਤੇ ਮੇਰ ਕੀਏ, ਰੇਤ ਦੇ ਕਿਣਕਿਆਂ ਤੋਂ ਵੱਡੇ ਵੱਡੇ ਪਰਬਤਾਂ ਵਰਗੇ ਬਣਾ ਦਿੱਤਾ। ਮੇਰੂ ਤੇ ਕਨਕੀਨ, ਜਿਹੜੇ ਆਪਣੇ ਆਪ ਨੂੰ ਵੱਡੇ ਕਹਾਉਂਦੇ ਸੀ ਪਹਾੜਾਂ ਵਰਗੇ, ਉਹਨਾਂ ਨੂੰ ਮੇਰੋਂ ਤੇ ਕਨਕੀਨ, ਪਹਾੜਾਂ ਤੋਂ ਕਿਣਕੇ ਬਣਾ ਦਿੱਤਾ। ਵੱਡੇ ਵੱਡੇ ਔਰੰਗਜ਼ੇਬ ਵਰਗੇ ਪਹਾੜੀ ਰਾਜੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਅਸੀਂ ਵੱਡੇ, ਅਸੀਂ ਉੱਚ ਜਾਤੀ ਦੇ, ਉਹਨਾਂ ਨੂੰ ਰੇਤ ਵਿੱਚ ਮਿਲਾ ਦਿੱਤਾ। ਸ੍ਰੀ ਗੋਬਿੰਦ ਸਿੰਘ ਨਾਮ ਮੈਂ ਨਵੇਂ ਮਾਮਾ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ, ਸ਼ੋਭਾ ਵਾਲੇ ਪਾਤਸ਼ਾਹ ਜੀ ਨੂੰ ਮੇਰੀ ਨਮਸਕਾਰ ਹੈ। ਕੀ ਵਰਦਾਨੀ ਦੀਨ, ਜਿਹੜੇ ਇਕੱਲੇ ਹੀ ਸਾਧ ਸੰਗਤ ਜੀ ਦੀਨਾਂ ਨੂੰ, ਗਰੀਬਾਂ ਨੂੰ ਦਾਨ ਕਰਨ ਵਾਲੇ ਹੈ, ਜਿਹੜੇ ਇਕੱਲੇ ਹੀ ਗਰੀਬ ਨਵਾਜ ਹੈ। ਮੈਂ ਉਹਨਾਂ ਵਰਗਾ ਗਰੀਬ ਨਵਾਜ ਨਹੀਂ ਕਿਸੇ ਨੂੰ ਜਾਣਦਾ। ਕੋਈ ਐਸਾ ਗਰੀਬ ਨਵਾਜ ਹੋ ਸਕਦਾ ਹੈ ਆਪਣਾ ਪਰਿਵਾਰ ਵਾਰ ਕੇ, ਆਪਣਾ ਸਰਬੰਸ ਵਾਰ ਕੇ, ਆਪਣੇ ਸਰਬੰਸ ਦਾ ਦਾਨ ਕਰਕੇ ਤੇ ਸਾਨੂੰ ਪਾਤਸ਼ਾਹੀਆਂ ਬਖਸ਼ਣ, ਸਾਨੂੰ ਆਪਣੇ ਪੁੱਤਰ ਧੀਆਂ ਬਣਾਉਣ, ਸਾਨੂੰ ਆਖਣ ਜਦੋਂ ਮਾਤਾਵਾਂ ਪੁੱਛਣ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਸਾਹਿਬਜ਼ਾਦੇ ਨਜ਼ਰ ਨਹੀਂ ਆਉਂਦੇ, ਸਾਡੇ ਪੁੱਤਰ ਨਜ਼ਰ ਨਹੀਂ ਆਉਂਦੇ, ਤੇ ਪਾਤਸ਼ਾਹ ਨੇ ਸਾਡੇ ਵਡੇਰਿਆਂ ਵੱਲ ਹੱਥ ਕਰਕੇ ਪ੍ਰੇਮਿਓ ਆਖਿਆ, ਕੀ ਵਚਨ ਕੀਤੇ, ਭੋਲਿਓ ਤੁਸੀਂ ਕਹਿੰਦੇ ਹੋ ਸਾਡੇ ਪੁੱਤਰ ਕਿੱਥੇ ਹੈ? ਆ ਜਿੰਨੇ ਆ ਸੰਗਤ ਦੇ ਵਿੱਚ ਬੈਠੇ ਆ ਸਾਰੇ ਤੁਹਾਡੇ ਪੁੱਤਰ ਧੀਆਂ। ਇਹਨਾਂ ਵਿੱਚੋਂ ਕਿਹੜਾ ਜਿਹੜਾ ਤੁਹਾਡਾ ਪੁੱਤਰ ਧੀ ਨਹੀਂ ਆ? ਸਾਰਾ ਪੰਥ ਤੁਹਾਡੀ ਝੋਲੀ ਪਾ ਦਿੱਤਾ, ਸਾਰਾ ਪੰਥ ਤੁਹਾਡੀ ਝੋਲੀ ਪਾਇਆ। ਸੋ ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਵਰਗਾ ਦਾਨੀ ਕੌਣ ਹੋਵੇਗਾ? ਦੁਨੀਆ ਵਿੱਚ ਕੋਈ ਧਨ ਦਾਨ ਕਰੇਗਾ, ਵਸਤਰ ਦਾਨ ਕਰੇਗਾ, ਸੋਨਾ ਦਾਨ ਕਰੇਗਾ, ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕੇਵਲ ਦਾਨੀ ਦੀਨ, ਦੀਨਾਂ ਗਰੀਬਾਂ ਅਨਾਥਾਂ ਦੇ ਵਾਸਤੇ ਜਿਹੜੇ ਵੱਡਾ ਦਾਨ ਕਰਨ ਵਾਲੇ, ਉਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਹਨ। ਸ੍ਰੀ ਬਾਲਾ ਸੰਦੂਰ ਵਾਚ, ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਗਰ ਦਾ ਨਿਵਾਸੀ, ਉਹਨਾਂ ਦੇ ਬਚਪਨ ਤੋਂ ਲੈ ਕੇ ਜੀਵਨ ਪਰਯੰਤ ਸਾਥੀ ਰਿਹਾ ਭਾਈ ਬਾਲਾ ਸਿੱਖ ਸੰਧੂ ਗੋਤ ਦਾ, ਉਹ ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਹਿਤ ਬਾਬਾ ਬੁੱਢਾ ਸਾਹਿਬ ਜੀ, ਭਾਈ ਜੋਧ ਜੀ, ਭਾਈ ਜੀਵਾ ਜੀ ਇਤਿਆਦਿਕ ਗੁਰੂ ਕੇ ਸਿੱਖਾਂ ਨੂੰ, ਸੰਗਤਾਂ ਨੂੰ ਗੁਰਦੁਆਰਾ ਤਪਿਆਣਾ ਸਾਹਿਬ ਖਡੂਰ ਸਾਹਿਬ ਵਿਖੇ ਬੈਠੇ ਹੋਏ ਇਤਿਹਾਸ ਸੁਣਾ ਰਹੇ ਆ, ਗੁਰੂ ਨਾਨਕ ਦੇਵ ਜੀ ਦਾ ਵਚਨ ਕਰਦੇ ਹਨ। ਕਿ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਵਿਆਹ ਕੇ ਲੈ ਆਏ ਮਾਤਾ ਸੁਲੱਖਣੀ ਨੂੰ ਬਟਾਲੇ ਨਗਰ ਤੋਂ, ਪੱਖੋ ਕੇ ਰੰਧਾਵਿਆਂ ਦੇ ਪਟਵਾਰੀ ਦੀ, ਭਾਈ ਮੂਲੇ ਦੀ, ਮੂਲੇ ਚੋਣੇ ਦੀ ਪੁੱਤਰੀ ਬੀਬੀ ਸੁਲੱਖਣੀ, ਉਹਨਾਂ ਨੂੰ ਵਿਆਹ ਕੇ ਜਿਹੜੀ ਬਰਾਤ ਜਦੋਂ ਵਾਪਸ ਆਈ ਹੈ, ਨਿਕਟ ਨਗਰ ਕੇ ਗਈ ਬਰਾਤਾ। ਇਹ ਜਿਹੜਾ ਨਗਰ ਸੁਲਤਾਨਪੁਰ ਲੋਧੀ ਹੈ, ਸੁਲਤਾਨਪੁਰ ਨਗਰ ਦੇ ਜਦੋਂ ਨਿਕਟ ਨੇੜੇ ਬਰਾਤ ਪਹੁੰਚੀ, ਜਾਂਦੀ ਸ਼ੋਭਾ ਭਾਤਨ ਭਾਤਾ, ਜਿਸ ਬਰਾਤ ਦੀ ਸ਼ੋਭਾ ਬੜੀ ਭਾਂਤ ਭਾਂਤ ਦੀ ਹੈ, ਬੜੀ ਸਜਦੀ ਫਬਦੀ ਬਰਾਤ ਹੈ, ਬਾਜੀ ਤਰੀ ਪਟੇ ਨਿਸ਼ਾਨਾ, ਔਰ ਬਰਾਤ ਦੇ ਵਿੱਚ ਜਿਹੜੀਆਂ ਤੁਰਰੀਆਂ ਵੱਜ ਰਹੀਆਂ, ਭੇਰੀਆਂ ਵੱਜ ਰਹੀਆਂ, ਪਟੇ ਨਿਸ਼ਾਨ ਨਗਾਰੇ ਇਤਿਆਦਿਕ ਖੜਕ ਰਹੇ ਹਨ। ਨਗਰ ਦੇ ਲੋਕਾਂ ਨੇ ਜਦੋਂ ਆਵਾਜ਼ ਇਹ ਧੁਨੀ ਆਪਣੇ ਕੰਨਾਂ ਨਾਲ ਸੁਣੀ, ਇਉਂ ਲੱਗਿਆ ਇਹਨਾਂ ਨੂੰ ਆਵਾਜ਼ ਸੁਣ ਕੇ ਜਿਵੇਂ ਬਰਸਾਤ ਦੇ ਦਿਨਾਂ ਦੇ ਵਿੱਚ ਜਦੋਂ ਮੀਂਹ ਪੈਂਦਾ ਹੋਵੇ, ਬਰਸਾਤ ਵਰਦੀ ਹੋਵੇ, ਵਰਖਾ ਹੁੰਦੀ ਹੋਵੇ, ਬੱਦਲ ਗੱਜਦਾ ਹੈ, ਇਉਂ ਬੱਦਲਾਂ ਦੇ ਗੱਜਣ ਵਰਗੀ ਨਗਾਰਿਆਂ ਦੀ ਆਵਾਜ਼ ਸੁਣੀ। ਤੇ ਜਿਵੇਂ ਬੱਦਲਾਂ ਦੇ ਗੱਜਣ ਦੇ ਨਾਲ, ਮੀਂਹ ਪੈਣ ਦੇ ਨਾਲ ਮੋਰ ਬੜਾ ਖੁਸ਼ੀ ਵਿੱਚ ਨੱਚ ਉੱਠਦਾ ਹੈ, ਉਹਨੂੰ ਖੁਸ਼ੀ ਕੋਈ ਥੋੜ੍ਹੀ ਨਹੀਂ ਹੁੰਦੀ, ਬਹੁਤ ਆਨੰਦ ਵਿੱਚ ਆ ਜਾਂਦਾ। ਇਸੇ ਪ੍ਰਕਾਰ ਸਾਧ ਸੰਗਤ ਜੀ ਨਗਰ ਨਿਵਾਸੀਆਂ ਨੇ ਜਦੋਂ ਦੇਖਿਆ ਸੁਣਿਆ, ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਵਿਆਹ ਕੇ ਆਪਣੀ ਵਹੁਟੀ ਨੂੰ, ਮਾਤਾ ਸੁਲੱਖਣੀ ਨੂੰ, ਇਹ ਬਰਾਤ ਉਹਨਾਂ ਦੀ ਵਾਪਸ ਆ ਗਈ।
ਸਾਰੀਆਂ ਸੰਗਤਾਂ ਬੜੀਆਂ ਖੁਸ਼ ਹੋਈਆਂ, ਮਨ ਦੇ ਵਿੱਚ ਬਹੁਤ ਆਨੰਦ ਹੋਇਆ। ਕਿਉ ਪਰ ਮਨ ਜਰੇ ਹਰਖਾਈ। ਇਸੇ ਤਰ੍ਹਾਂ ਜਿਵੇਂ ਮੋਰ ਬਰਸਾਤ ਦੇ ਦਿਨਾਂ ਵਿੱਚ ਖੁਸ਼ੀ ਵਿੱਚ ਨੱਚਦਾ ਟੱਪਦਾ, ਨਗਰ ਦੇ ਲੋਕ ਬੜੇ ਖੁਸ਼ ਹੋਏ। ਸਤਿ ਨਾਨਕੀ ਭਗਤ ਵਧਾਈ। ਮਾਤਾ ਨਾਨਕੀ ਜੀ, ਭੈਣ ਨਾਨਕੀ ਜੀ ਉਹਨਾਂ ਦੇ ਘਰ ਵਿੱਚ ਜਾ ਕੇ ਵਧਾਈਆਂ ਦਿੰਦੇ ਹਨ। ਪੂਰਨ ਬਹਿਰ ਨਗਰ ਤੇ ਆਈ। ਤੇ ਸਾਰੇ ਨਗਰ ਨਿਵਾਸੀ ਬਰਾਤ ਨੂੰ ਦੇਖਣ ਵਾਸਤੇ ਸੁਲਤਾਨਪੁਰ ਨਗਰ ਤੋਂ ਬਾਹਰ ਚੱਲ ਕੇ ਆ ਗਏ। ਕੀਤ ਬਲੋਕ ਨੇ ਮਨ ਸੁਖ ਪਾਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਦੇਖਣ ਵਾਸਤੇ, ਉਹਨਾਂ ਦੀ ਬਰਾਤ ਨੂੰ ਦੇਖਣ ਵਾਸਤੇ, ਸਤਿਗੁਰੂ ਜੀ ਦੀ ਵਹੁਟੀ ਮਾਤਾ ਸੁਲੱਖਣੀ ਦੇ ਦਰਸ਼ਨ ਕਰਨ ਵਾਸਤੇ, ਕਿ ਸਾਨੂੰ ਦਰਸ਼ਨ ਕਰਕੇ ਮਨ ਦੇ ਵਿੱਚ ਸੁਖ ਪ੍ਰਾਪਤ ਹੋਵੇ, ਸਾਰੇ ਨਗਰ ਨਿਵਾਸੀ ਪਹੁੰਚੇ। ਹਰ ਸ਼ਿੰਗਾਰ ਕੋ ਨਗਰ ਨਾਰੀ। ਸੋ ਸ਼ਿੰਗਾਰ ਕਰਕੇ ਨਗਰ ਦੀਆਂ ਜਿਹੜੀਆਂ ਸਿਆਣੀਆਂ ਇਸਤਰੀਆਂ ਹਨ, ਭੂਖਨ ਬਦਨ ਬਚਨ ਸ਼ਬ ਧਾਰੀ। ਬਹੁਤ ਚੰਗੇ ਚੰਗੇ ਇਹਨਾਂ ਨੇ ਗਹਿਣੇ ਧਾਰਨ ਕੀਤੇ, ਸੁੰਦਰ ਵਸਤਰ ਧਾਰਨ ਕਰਕੇ, ਔਰ ਬੜੀ ਰੁਚੀ ਦੇ ਨਾਲ, ਬੜੇ ਮਨ ਦੇ ਨਾਲ, ਬੜੀ ਭਾਵਨਾ ਦੇ ਨਾਲ ਇਹਨਾਂ ਨੇ ਉੱਥੇ ਪਹੁੰਚਣਾ ਕੀਤਾ। ਬੜੀ ਸ਼ਬ ਧਾਰਨ ਕੀਤੀ ਹੋਈ ਸ਼ੋਭਾ ਪਾ ਰਹੀਆਂ ਹਨ। ਬਾਦ ਬਾਦ ਬੀਤਨ ਮੈਂ ਟੋਲੀ। ਬੀਹਾਂ ਦੇ ਵਿੱਚ, ਗਲੀਆਂ ਦੇ ਵਿੱਚ ਟੋਲੀਆਂ ਬੰਨ ਬੰਨ ਕੇ, ਗਰੁੱਪ ਬਣਾ ਬਣਾ ਕੇ ਆਏ ਨਕੇਤ ਵਧਾਈ ਬੋਲੀ। ਸਾਰੇ ਆ ਕੇ ਭੈਣ ਨਾਨਕੀ ਦੇ ਘਰ ਵਿੱਚ ਵਧਾਈਆਂ ਦਿੰਦੇ ਹਨ। ਵਧੂ ਬਲੋਕਨ ਕੀ ਅਬੇਲਾ ਕਾਲ। ਨਵ ਵਿਆਹੀ ਵਹੁਟੀ ਨੂੰ ਵੇਖਣ ਦੀ ਸਾਰਿਆਂ ਦੇ ਮਨ ਵਿੱਚ ਇੱਛਾ ਹੈ। ਜਗਤ ਨਾਨਕੀ ਕੈ ਸ਼ੁਭ ਭਾਖਾਲ। ਨੇੜੇ ਆ ਕੇ ਭੈਣ ਨਾਨਕੀ ਦੇ ਸਾਰੇ ਇਹ ਸ਼ੁਭ ਭਾਖਿਆ ਕਰਦੇ ਆ, ਚੰਗੇ ਬਚਨ ਕਰਦੇ ਆ ਕਿ ਸਾਨੂੰ ਵਹੁਟੀ ਦੇ ਦਰਸ਼ਨ ਕਰਾ ਦਿਓ। ਨਗਰ ਪ੍ਰਵੇਸ਼ੀ ਸਗਲ ਬਰਾਤਾਲ। ਇਉਂ ਸਾਧ ਸੰਗਤ ਜੀ ਥੋੜੇ ਸਮੇਂ ਵਿੱਚ ਜਿਹੜੀ ਬਰਾਤ ਹੈ ਉਹ ਵਾਪਸ ਨਗਰ ਸੁਲਤਾਨਪੁਰ ਪਹੁੰਚ ਗਈ। ਜਾਣਿਆ ਆਨੰਦ ਕੋ ਮੇਘ ਸੁਹਾਤਾਲ। ਜਿਵੇਂ ਸਾਧ ਸੰਗਤ ਜੀ ਆਨੰਦ ਦਾ ਮੇਘ ਵਰ੍ਹਿਆ ਹੋਵੇ, ਆਨੰਦ ਦਾ ਬੱਦਲ ਵਰ੍ਹਿਆ ਹੋਵੇ, ਇਉਂ ਲੋਕ ਖੁਸ਼ੀ ਮਨਾਉਂਦੇ ਹਨ। ਕੇ ਜਾਵਤ। ਦੂਲਾ ਤੇ ਦੁਲਹਨ, ਲਾੜਾ ਤੇ ਲਾੜੀ ਅੱਗੇ ਅੱਗੇ ਜਾ ਰਹੇ ਹਨ। ਪਿਛੇ ਲਾਲੂ ਧਨ ਬਰਖਾਵਤ। ਪਿੱਛੇ ਭਾਈ ਲਾਲੂ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਾਚਾ ਜੀ, ਉਹ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਮਾਤਾ ਸੁਲੱਖਣੀ, ਉਹ ਅੱਗੇ ਅੱਗੇ ਜਾ ਰਹੇ ਆ। ਪਿੱਛੇ ਜਿਹੜੇ ਇਹਨਾਂ ਦੇ ਚਾਚਾ ਜੀ ਆ ਸਤਿਗੁਰੂ ਜੀ ਦੇ, ਉਹ ਧਨ ਦੀ ਵਰਖਾ ਕਰਦੇ ਆ ਰਹੇ ਹਨ। ਅਸਮਿਦ ਸ੍ਰੀ ਬੇਦੀ ਗੁਰ ਕੇਤੂ। ਇਸ ਤਰੀਕੇ ਦੇ ਨਾਲ ਬੇਦੀ ਕੁਲ ਦੇ ਧੁਜਾ ਰੂਪ ਸਤਿਗੁਰੂ ਨਾਨਕ ਦੇਵ ਜੀ ਮੰਦ ਮੰਦ ਕੇ ਆਪਣਨ ਕੇਤੂ। ਹੌਲੀ ਹੌਲੀ ਬੜੀ ਗੰਭੀਰ ਚਾਲ ਦੇ ਨਾਲ ਚੱਲਦੇ ਹੋਏ ਆਪਣੇ ਘਰ ਪਹੁੰਚੇ। ਨਾਰਨ ਸਹਿਤ ਨਾਨਕੀ ਤੂਰਨ। ਸੋ ਬਹੁਤ ਇਸਤਰੀਆਂ ਦੇ ਸਹਿਤ ਉਸ ਵੇਲੇ ਭੈਣ ਨਾਨਕੀ ਨਿਕਸ ਕਰੀ ਕੁਲ ਰੀਤ ਸੰਪੂਰਨ। ਘਰ ਤੋਂ ਬਾਹਰ ਆਏ, ਦਰਵਾਜ਼ੇ ਦੇ ਉੱਤੇ ਆ ਕੇ ਜਿਵੇਂ ਕੁਲ ਦੀ ਰੀਤੀ ਸੀ, ਰਸਮੋ ਰਿਵਾਜ ਸਨ ਵਿਆਹ ਦੇ, ਉਹ ਸੰਪੂਰਨ ਕੀਤੇ ਉਹਨਾਂ ਨੇ। ਸਾਦਰ ਦੇ ਕਰ ਨਿਜ ਭਰਜਾਈ। ਫਿਰ ਬਹੁਤ ਹੀ ਆਦਰ ਸਤਿਕਾਰ ਦੇ ਨਾਲ ਆਪਣੀ ਭਰਜਾਈ ਬੀਬੀ ਸੁਲੱਖਣੀ ਨੂੰ ਨਾਲ ਲੈ ਕੇ ਸੁੰਦਰ ਮੰਦਰ ਵਿੱਚ ਬਸਾਈ। ਆਪਣੇ ਸੋਹਣੇ ਘਰ ਦੇ ਵਿੱਚ ਜਾ ਕੇ ਬਿਠਾ ਲਿਆ। ਭਾਈ ਓਲ ਮੈਂ ਧਨ ਕੀ ਥਾਪੀ। ਤੇ ਬਿਠਾ ਕੇ ਉਹਨਾਂ ਦੇ ਪੱਲੇ ਦੇ ਵਿੱਚ ਧਨ ਦੀ ਥੈਲੀ ਪਾ ਦਿੱਤੀ ਸ਼ਗਨ ਵਜੋਂ। ਹਰੀ ਹੰਗ ਵੀ ਸ਼ੀਤਲ ਛਾਤੀ। ਭੈਣ ਨਾਨਕੀ ਦੇਖ ਕੇ ਫਿਰ ਬਹੁਤ ਖੁਸ਼ ਹੋਏ, ਛਾਤੀ ਸ਼ੀਤਲ ਹੋ ਗਈ, ਸੀਨਾ ਠਰ ਗਿਆ ਉਹਨਾਂ ਦਾ। ਬਦਨ ਬਲੋਕ ਤੋ ਸੰਗ ਮੰਗਲ। ਨਵ ਵਿਆਹੀ ਵਹੁਟੀ ਦਾ ਬੜੀ ਉਮੰਗ ਦੇ ਨਾਲ, ਚਾਹਨਾ ਦੇ ਨਾਲ, ਇੱਛਾ ਦੇ ਨਾਲ ਮੁਖ ਤੱਕਿਆ। ਪੰਜਨ ਭੂਕਨ ਭੂਕਤ ਅੰਗਲ। ਜਿਨ੍ਹਾਂ ਦੇ ਬੜੇ ਸੋਨੇ ਦੇ ਗਹਿਣੇ ਪਾਏ ਹੋਏ ਐ, ਸਾਰੇ ਅੰਗ ਜਿਹੜੇ ਸ਼ੋਭਨੀਕ ਹੋ ਰਹੇ ਹਨ। ਹੇਰ ਹੇਰ ਤੁਰ ਹਰਖੈ ਨਾਰੀ। ਦੇਖ ਦੇਖ ਕੇ ਸਾਰੀਆਂ ਬਾਕੀ ਜਿਹੜੀਆਂ ਇਸਤਰੀਆਂ ਬੀਬੀਆਂ ਮਾਤਾ ਸੁਲੱਖਣੀ ਦੇ ਰੂਪ ਨੂੰ ਬੜੀਆਂ ਖੁਸ਼ ਹੁੰਦੀਆਂ ਹਨ। ਦੀਪ ਆਜ ਕਾ ਸੁਖ ਦੁਜਾਰੀ। ਤੇ ਇਉਂ ਖੁਸ਼ ਹੋ ਕੇ ਆਸ਼ਿਕਾ ਆਸ਼ੀਰਵਾਦ ਦਿੰਦੀਆਂ, ਤੂੰ ਚਿਰੰਜੀਵੀ ਹੋਵੇਂ, ਸਦਾ ਸੁਹਾਗਣ ਰਹੇ। ਔਰ ਬਰਾਤਾਂ ਕੀਨਨ ਵਿਸਾਈ। ਬਾਕੀ ਦੀ ਜਿਹੜੀ ਬਰਾਤ ਆ ਉਹਨੇ ਆ ਕੇ ਡੇਰਾ ਕੀਤਾ, ਟਿਕਾਣਾ ਕੀਤਾ, ਆਰਾਮ ਕੀਤਾ। ਪਰਮਾਨੰਦ ਕੀ ਪਾਏ ਨਦੇਸ਼ਾ। ਭਾਈ ਪਰਮਾਨੰਦ ਜੀ ਜਿਹੜੇ ਭੈਣ ਨਾਨਕੀ ਜੀ ਦੇ ਸਹੁਰਾ ਸਾਹਿਬ ਹਨ, ਭਾਈ ਜੈ ਰਾਮ ਜੀ ਦੇ ਪਿਤਾ ਜੀ, ਉਹਨਾਂ ਦੀ ਆਗਿਆ ਪਾ ਕਰਕੇ ਸੋ ਸਾਰਿਆਂ ਨੇ ਚੰਗੀ ਤਰ੍ਹਾਂ ਉੱਥੇ ਆਰਾਮ ਕੀਤਾ। ਸੇਵਾ ਜਦਾ ਜੋਗ ਸਭ ਹੀ ਕੀ। ਸਾਰਿਆਂ ਦੀ ਜਿਹੜੀ ਸੇਵਾ ਜਥਾ ਯੋਗ ਜਿਵੇਂ ਜਿਵੇਂ ਕਰਨੀ ਬਣਦੀ ਸੀ, ਭਾਈ ਜੈ ਰਾਮ ਜੀ ਨੇ
ਹੋਰ ਸੇਵਾਦਾਰਾਂ ਸੇਵਕਾਂ ਮਨੁੱਖਾਂ ਦੇ ਨਾਲ ਰਲ ਕੇ ਕੀਤੀ। ਤਬ ਜੈ ਰਾਮ ਕੀਨੀ ਬਦਨਿਕੀ। ਜੈ ਰਾਮ ਜੀ ਨੇ ਬੜੇ ਵਧੀਆ ਤਰੀਕੇ ਦੇ ਨਾਲ ਸਭ ਦੀ ਸੇਵਾ ਕਮਾਈ। ਅਸ ਪ੍ਰਕਾਰ ਦੋਇ ਨਿਸ਼ਾਨ ਕੀਤੀ। ਇਸ ਪ੍ਰਕਾਰ 2 ਰਾਤਾਂ ਜਦੋਂ ਬਤੀਤ ਹੋ ਗਈਆਂ, ਹੁਣ ਕਾਲੂ ਬੋਲਿਓ ਸ਼ੁਭ ਰੀਤੀ। ਉਸ ਵੇਲੇ ਫਿਰ ਬੜੇ ਸ਼ੁਭ ਤਰੀਕੇ ਦੇ ਨਾਲ ਸ਼ੁਭ ਰੀਤੀ ਦੇ ਨਾਲ ਮਹਿਤਾ ਕਾਲੂ ਜੀ ਬੋਲੇ। ਨਾਨਕ ਜਨਨੀ ਮਨ ਨ ਰਾਖੀ। ਕਹਿਣ ਲੱਗੇ ਕਿ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ, ਇਹਨਾਂ ਦੀ ਜਨਨੀ, ਇਹਨਾਂ ਦੀ ਮਾਤਾ ਤ੍ਰਿਪਤਾ, ਉਹਨਾਂ ਦੇ ਮਨ ਦੇ ਵਿੱਚ ਬਹੁਤ ਪ੍ਰੇਮ ਹੈ। ਦੇਖਨ ਹੇਤ ਦ੍ਰਿੜ ਲਾਗੀ। ਸੋ ਬੜੇ ਪ੍ਰੇਮ ਦੇ ਨਾਲ ਆਪਣੇ ਪੁੱਤਰ ਤੇ ਆਪਣੀ ਨੂੰਹ ਨੂੰ ਦੇਖਣਾ ਚਾਹੁੰਦੇ ਆ, ਤੇ ਉਹਨਾਂ ਦੀ ਨਜ਼ਰ ਜਿਹੜੀ ਇੱਧਰ ਸੁਲਤਾਨਪੁਰ ਵੱਲ ਲੱਗੀ ਹੋਈ ਹੈ ਤਲਵੰਡੀ ਬੈਠਿਆਂ ਦੀ। ਦੇਖੋ ਕਰਨ ਮਨੋਰਥ ਪੂਰਨ। ਉਹਨਾਂ ਦੇ ਮਨ ਦਾ ਜਿਹੜਾ ਫੁਰਨਾ ਉਹਨੂੰ ਪੂਰਾ ਕਰਨ ਵਾਸਤੇ। ਸਭ ਬਰਾਤ ਗਮਨੇ ਅਬ ਤੂਰਨ। ਸੋ ਇਸ ਵੇਲੇ ਜਿਹੜੀ ਸਾਰੀ ਬਰਾਤ ਹੈ ਇਹ ਤਲਵੰਡੀ ਨਗਰ ਵੱਲ ਨੂੰ ਚੱਲੇ। ਵਧੂ ਸੰਗ ਲੈ ਨਾਨਕ ਗਮਨੇ। ਸੋ ਆਪਣੀ ਵਹੁਟੀ ਨੂੰ ਨਾਲ ਲੈ ਕੇ ਸਤਿਗੁਰੂ ਨਾਨਕ ਦੇਵ ਜੀ ਵੀ ਚੱਲਣ। ਸਭ ਬਰਾਤ ਗਮਨੇ ਅਬ ਤੂਰਨ। ਫਿਰੇ ਮਾਲਕੋ ਆਪਣੇ ਪਵਨੈ। ਸੋ ਇਸ ਪ੍ਰਕਾਰ ਜਾ ਕੇ ਆਪਣੀ ਮਾਤਾ ਨੂੰ ਆਪਣੇ ਘਰ ਦੇ ਵਿੱਚ ਮਿਲਣ। ਬਾਲ ਬੁਲਾਰ ਦਰਸ ਕੀ ਪਿਆਸਾ। ਬਾਕੀ ਰਾਏ ਬੁਲਾਰ ਜਿਹੜਾ ਹੈ ਉਹਦੇ ਵੀ ਮਨ ਵਿੱਚ ਸਤਿਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਦੀ ਬਹੁਤੀ ਪਿਆਸ ਹੈ। ਸਦ ਤਲਵੰਡੀ ਪੂਰੇ ਆਸਾ। ਤੇ ਆਪ ਜੀ ਕਿਰਪਾ ਕਰੋ, ਤਲਵੰਡੀ ਨਗਰ ਵਿੱਚ ਪਹੁੰਚ ਕੇ ਉਹਨਾਂ ਦੀ ਆਸਾ ਵੀ ਪੂਰਨ ਕਰੋ ਤੇ ਆਪਣੀ ਮਾਤਾ ਦਾ ਫੁਰਨਾ ਵੀ ਪੂਰਾ ਕਰੋ। ਮੁਝ ਚਲਿਓ ਤਿਨ ਗਿਰਾਓ ਸਾਰੀ। ਕਿਉਂਕਿ ਮੈਨੂੰ ਚੱਲਣ ਲੱਗਿਆਂ ਤਲਵੰਡੀ ਤੋਂ ਰਾਏ ਬੁਲਾਰ ਜੀ ਨੇ ਇਹ ਬਚਨ ਆਖੇ ਸਨ ਔਰ ਆਪਣੇ ਅੰਨ ਇੱਕ ਵਾਰੀ। ਕਿ ਵਿਆਹ ਤੋਂ ਬਾਅਦ ਇੱਕ ਵਾਰ ਸਤਿਗੁਰੂ ਨਾਨਕ ਦੇਵ ਮਹਾਰਾਜ ਨੂੰ ਬੇਨਤੀ ਕਰਨਾ ਕਿ ਆਪਣੇ ਨਗਰ ਜ਼ਰੂਰ ਆਉਣ। ਗੀਤ ਦਿਨ ਰਹਿ ਆਏ ਬਹੋਰੀ। ਸੋ ਇਸ ਪ੍ਰਕਾਰ ਜਦੋਂ ਕੁਝ ਕੁ ਦਿਨ ਉੱਥੇ ਰਹਿ ਜਾਣ, ਫਿਰ ਉਸ ਤੋਂ ਬਾਅਦ ਭਾਵੇਂ ਵਾਪਸ ਆ ਜਾਣ ਇੱਥੇ। ਕਰੇ ਕਾਰਿਓ ਮਸਲਤ ਮੋਰੀ। ਕਿਉਂ ਮੇਰੀ ਸਲਾਹ ਹੈ, ਮਹਿਤਾ ਕਾਲੂ ਜੀ ਕਹਿੰਦੇ ਫਿਰ ਆ ਕੇ ਆਪਣੀ ਮੋਦੀ ਖਾਨੇ ਦੀ ਕਿਰਤ ਕਰਨੀ ਫਿਰ ਸ਼ੁਰੂ ਕਰਨ। ਸ੍ਰੀ ਨਾਨਕ ਕੋ ਰੁਖ ਲਖ ਆਸੂ। ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਐਸਾ ਰੁਖ ਦੇਖ ਕੇ, ਇਹੋ ਜਿਹਾ ਉਹਨਾਂ ਦੇ ਮਨ ਦਾ ਫੁਰਨਾ ਜਾਣ ਕਰਕੇ ਬੋਲਿਓ ਤਬ ਜੈ ਰਾਮ ਤੇ ਪਾਸੂ। ਭਾਈ ਜੈ ਰਾਮ ਜੀ ਸਤਿਗੁਰੂ ਜੀ ਦੇ ਜੀਜਾ ਜੀ ਉਸ ਵੇਲੇ ਬੋਲੇ ਜਬ ਤੁਮ ਲੈ ਜਾਵੋਗੇ ਤਹਿਵਾਲ। ਕਿ ਜਦੋਂ ਪਿਤਾ ਮਹਿਤਾ ਕਾਲੂ ਜੀ ਤੁਸੀਂ ਸਤਿਗੁਰੂ ਨਾਨਕ ਦੇਵ ਜੀ ਨੂੰ ਤਲਵੰਡੀ ਲੈ ਜਾਓਗੇ, ਮੋਦੀ ਕਾਲ ਨਾ ਹੋਵੇ ਨਿਰਭੈ। ਫਿਰ ਜਿਹੜੀ ਇਹਨਾਂ ਦੀ ਮੋਦੀ ਖਾਨੇ ਦੀ ਕਿਰਤ ਆ, ਹੱਟ ਸਾਹਿਬ ਦੀ ਜਿਹੜੀ ਇਹ ਕਿਰਤ ਕਰਦੇ ਆ, ਉਹਦਾ ਨਿਰਵਾਹ ਕਿਵੇਂ ਹੋਵੇਗਾ, ਕਿਵੇਂ ਕੰਮ ਚੱਲੇਗਾ। ਦੇਣਾ ਦੇਣਾ ਕਾਰਜ ਭਾਰੀ। ਕਿਉਂਕਿ ਲੈਣ ਦੇਣ ਦਾ ਜਿਹੜਾ ਕਾਰਜ ਹੈ ਉਹ ਬਹੁਤ ਭਾਰੀ ਮਹਾਨ ਵੱਡਾ ਹੈ, ਬਿਨੇ ਨ ਤੇਨੇ ਜਾਤ ਸੰਭਾਲੀ। ਤੇ ਇਹਨਾਂ ਤੋਂ ਬਿਨਾਂ ਕਿਸੇ ਹੋਰ ਪਾਸੋਂ ਉਹ ਕਾਰਜ ਜਿਹੜਾ ਸੰਭਾਲਿਆ ਨਹੀਂ ਜਾਵੇਗਾ। ਸੌਦਾ ਆਪਨ ਵਿਖੈ ਸਿੱਖਾ। ਇਹਨਾਂ ਦੀ ਆਪਨ ਜਿਹੜੀ ਹੱਟ ਸਾਹਿਬ ਹੈ ਉਹਦੇ ਵਿੱਚ ਸੌਦਾ ਪਤਾ ਜਿਹੜਾ ਉਹ ਵੀ ਬਹੁਤਾ ਹੈ, ਕਰੇ ਨਵਾਬ ਸੰਗ ਕੋ ਲੇਖਾ। ਤੇ ਫਿਰ ਉਹ ਸੌਦਾ ਵੇਚ ਕੇ ਨਵਾਬ ਜਿਹੜਾ ਦੌਲਤ ਖਾਂ ਲੋਧੀ ਹੈ ਉਹਦੇ ਨਾਲ ਹਿਸਾਬ ਕਿਤਾਬ ਕੌਣ ਕਰੇਗਾ। ਇਹ ਸਤਿਗੁਰੂ ਨਾਨਕ ਦੇਵ ਜੀ ਤਲਵੰਡੀ ਵਿਖੇ ਚਲੇ ਗਏ। ਕਮਲ ਨੈਣ ਕੋ ਰੁਖ ਪੁਨ ਨਾਹੀ। ਬਾਕੀ ਜੈ ਰਾਮ ਜੀ ਕਹਿਣ ਲੱਗੇ ਕਮਲ ਨੇਤਰਾਂ ਵਾਲੇ ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਹੈ ਉਹਨਾਂ ਦਾ ਵੀ ਮਨ ਨਹੀਂ ਹੈ ਤਲਵੰਡੀ ਜਾਣ ਦਾ। ਕਮਨ ਬਨੇ ਕਿਉ ਤੋ ਕਰ ਮਾਹੀ। ਫਿਰ ਕਹਿਣ ਲੱਗੇ ਮਹਿਤਾ ਕਾਲੂ ਜੀ ਨੂੰ ਕਿ ਪਿਤਾ ਜੀ ਤੁਹਾਡੇ ਘਰ ਵਿੱਚ ਜਾਣਾ ਕਿਵੇਂ ਬਣਦਾ ਜਦੋਂ ਉਹਨਾਂ ਦਾ ਦਿਲ ਹੀ ਨਹੀਂ ਕਰ ਰਿਹਾ। ਸੁਨ ਜੈ ਰਾਮ ਕੀ ਗਿਰਾ ਇਹ ਤੂ। ਜਦੋਂ ਸਾਧ ਸੰਗਤ ਜੀ ਜੈ ਰਾਮ ਜੀ ਦੀ ਇਹ ਜਿਹੜੀ ਬਾਣੀ ਰੁੱਖੇ ਬੋਲ ਸੁਣੇ, ਪੁਨ ਕਾਲੂ ਬੋਲਿਓ ਪੁਰਖ ਤੂ। ਬੇਦੀ ਕੁਲ ਦੇ ਤੁਜਾ ਰੂਪ ਮਹਿਤਾ ਕਾਲੂ ਜੀ ਬੋਲੇ ਸੁਨੋ ਆਤਮਜ ਮਾਤ ਤੁਮਾਰੀ। ਬੇਦੀ ਕੁਲ ਦੇ ਤੁਜਾ ਰੂਪ ਸਤਿਗੁਰੂ ਨਾਨਕ ਦੇਵ ਜੀ ਨੂੰ ਮਹਿਤਾ ਕਾਲੂ ਜੀ ਕਹਿਣ ਲੱਗੇ ਹੇ ਪੁੱਤਰ ਜੀ ਸੁਣੋ, ਤੁਹਾਡੀ ਮਾਤਾ ਤ੍ਰਿਪਤਾ ਜੀ ਹੋਏ ਹਰ ਕੁਸੈ ਬਧੂ ਨਿਹਾਰੀ। ਕਹਿੰਦੇ ਉਹਨਾਂ ਨੂੰ ਬਹੁਤ ਖੁਸ਼ੀ ਹੋਵੇਗੀ ਜਦੋਂ ਤੁਹਾਡੇ ਸਮੇਤ ਆਪਣੀ ਬਹੂ ਨੂੰ ਵਹੁਟੀ ਨੂੰ ਦੇਖਣਗੇ। ਤਲਵੰਡੀ ਚਲੀਏ ਇੱਕ ਫੇਰਾ। ਇਸ ਕਰਕੇ ਤੁਸੀਂ ਕਿਰਪਾ ਕਰੋ ਤਲਵੰਡੀ ਨਗਰ ਵਿਖੇ ਇੱਕ ਵਾਰ ਤਾਂ ਜ਼ਰੂਰ ਚੱਲੋ। ਹੁਣ ਮੈਂ ਤੈਂ ਕਰੋ ਬਸੇਰਾ। ਫਿਰ
ਉਸ ਨਗਰ ਦੇ ਵਿੱਚ ਕੁਝ ਕੁ ਦਿਨ ਬਸੇਰਾ ਕਰੋ। ਪ੍ਰੇਮੀ ਪਰਮ ਬੁਲਾਰ ਬੋਰੀ। ਬਾਕੀ ਜਿਹੜਾ ਤੁਹਾਡਾ ਬੜਾ ਪਰਮ ਪ੍ਰੇਮੀ, ਬਹੁਤਾ ਹੀ ਪ੍ਰੇਮੀ, ਤੁਹਾਡੇ ਨਾਲ ਬਹੁਤ ਪਿਆਰ ਕਰਨ ਵਾਲਾ ਰਾਜਾ ਰਾਏ ਬੁਲਾਰ ਹੈ, ਉਹਨੇ ਵੀ ਤੁਹਾਨੂੰ ਬੁਲਾਇਆ ਹੈ। ਕਰੀ ਬੰਦਗੀ ਜੈ ਕਰ ਜੋਰੀ। ਜਿਨ੍ਹਾਂ ਨੇ ਦੋਵੇਂ ਹੱਥ ਜੋੜ ਕੇ ਤੁਹਾਡੇ ਚਰਨਾਂ ਵਿੱਚ ਬੇਨਤੀ ਕੀਤੀ ਹੈ। ਮਮ ਸਨੇਹ ਬਨੋ ਔਰ ਨਾ ਔਰ ਮੈਂ। ਕਹਿਣ ਲੱਗੇ ਪੁੱਤਰ, ਜੇ ਮੇਰਾ ਪਿਆਰ ਤੁਹਾਡੇ ਹਿਰਦੇ ਵਿੱਚ ਨਹੀਂ, ਇਹ ਸਮਝਦੇ ਹੋ ਵੀ ਬਾਪੂ ਮੈਨੂੰ ਗਾਲਾਂ ਹੀ ਕੱਢਦਾ ਰਹਿੰਦਾ, ਚਪੇੜਾਂ ਵੀ ਮਾਰ ਦਿੰਦਾ ਹੈ, ਇਹ ਕਹਿੰਦੇ ਮੇਰਾ ਪਿਆਰ ਚਲੋ ਤੁਹਾਡੇ ਹਿਰਦੇ ਵਿੱਚ ਨਾ ਵੀ ਹੋਵੇ, ਫਿਰ ਵੀ ਆਪਣੀ ਮਾਤਾ ਤੇ ਤੁਹਾਡੇ ਪ੍ਰੇਮੀ ਰਾਏ ਬੁਲਾਰ ਦੀ ਤਰਫ ਦੇਖ ਕੇ ਜ਼ਰੂਰ ਤਲਵੰਡੀ ਨਗਰ ਚੱਲੋ। ਕਿਉਂ ਸਾਧ ਸੰਗਤ ਜੀ ਆਪਸ ਦੇ ਵਿੱਚ ਝਗੜਦੇ ਰਹੇ। ਸਤਿਗੁਰੂ ਜੀ ਕਹਿੰਦੇ ਜਾਣਾ ਨਹੀਂ, ਮਹਿਤਾ ਕਾਲੂ ਜੀ ਕਹਿੰਦੇ ਲੈ ਕੇ ਜਾਣਾ, ਝਗੜਾ ਹੁੰਦਾ ਰਿਹਾ। ਇੰਨੀ ਦੇਰ ਨੂੰ ਮਾਤਾ ਸੁਲੱਖਣੀ ਜੀ ਦਾ ਪਿਤਾ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਹੁਰਾ ਭਾਈ ਮੂਲਾ ਚੋਣਾ, ਵਿਆਹ ਨੂੰ ਕਈ ਦਿਨ ਹੋ ਗਏ ਸਨ, 2-3 ਦਿਨ ਲੰਘ ਗਏ ਸਨ। ਆਪਣੀ ਪੁੱਤਰੀ ਨੂੰ ਮਿਲਣ ਵਾਸਤੇ ਪਹਿਲੀ ਵਾਰੀ ਇੱਥੇ ਸੁਲਤਾਨਪੁਰ ਪਹੁੰਚ ਗਿਆ। ਕਿਉਂਕਿ 3 ਦਿਨ ਹੋ ਗਏ ਸਨ ਪਿੱਛੇ ਵਿਆਹ ਹੋਏ ਨੂੰ। ਸੋ ਇਹ ਹਿੱਤ ਧਾਰ ਕੇ, ਬੜਾ ਪ੍ਰੇਮ ਧਾਰ ਕੇ ਆਪਣੇ ਘਰ ਤੋਂ ਚੱਲਿਆ ਸੀ ਕਿ ਪੁੱਤਰੀ ਨੂੰ ਜਾ ਕੇ ਮਿਲਾਵਾਂ, ਸੁੱਖ ਸਾਂਦ ਪੁੱਛਾਵਾਂ, ਧੀ ਨੂੰ ਪੁੱਛਾਵਾਂ ਦਿਲ ਲੱਗਿਆ ਜਾਂ ਨਹੀਂ, ਇਹ ਜਾਣਨ ਵਾਸਤੇ, ਇਹ ਹਾਲ ਚਾਲ ਪੁੱਛਣ ਵਾਸਤੇ। ਕਿਉਂਕਿ ਮਾਤਾ ਸੁਲੱਖਣੀ ਜੀ ਇਕੱਲੀ ਔਲਾਦ ਸਨ ਭਾਈ ਮੂਲਾ ਜੀ ਦੀ, ਹੋਰ ਕੋਈ ਪੁੱਤਰ ਘਰ ਵਿੱਚ ਨਹੀਂ ਸੀ। ਇਸ ਕਰਕੇ ਆਪ ਹੀ ਭਾਈ ਮੂਲਾ ਇਹ ਵਿਆਹ ਤੋਂ 3 ਦਿਨਾਂ ਬਾਅਦ ਬੜਾ ਹਿੱਤ ਧਾਰ ਕੇ ਇਹ ਮਾਤਾ ਨਾਨਕੀ ਦੇ, ਭੈਣ ਨਾਨਕੀ ਦੇ ਘਰ ਵਿਖੇ ਆਪਣੀ ਪੁੱਤਰੀ ਨੂੰ ਮਿਲਣ ਵਾਸਤੇ ਪਹੁੰਚਿਆ ਔਰ ਆਪਣੀ ਪੁੱਤਰੀ ਨੂੰ ਲੈਣ ਵਾਸਤੇ ਆਇਆ ਕਿ ਹੁਣ 3 ਦਿਨ ਹੋ ਗਏ ਵਿਆਹ ਨੂੰ ਤੇ ਮੈਂ ਇਹਦੇ ਪੇਕੇ ਪਿੰਡ ਨੂੰ ਲੈ ਜਾਵਾਂ ਮਿਲਾਉਣ ਵਾਸਤੇ। ਸਾਰਿਆਂ ਦੇ ਵਿੱਚ ਇਹ ਪਹੁੰਚ ਗਏ। ਭਾਈ ਮੂਲਾ ਜੀ ਸਤਿਗੁਰੂ ਜੀ ਦੇ ਸਹੁਰਾ ਸਾਹਿਬ ਆ ਕੇ ਸਾਰਿਆਂ ਨੂੰ ਬੰਦਨਾ ਨਮਸਕਾਰ ਕੀਤੀ। ਜਦੋਂ ਆ ਕੇ ਇਹਨੇ ਦੇਖਿਆ ਵੀ ਇੱਥੇ ਤਾਂ ਰਗੜਾ ਝਗੜਾ ਪਿਆ ਹੋਇਆ ਹੈ, ਮਹਿਤਾ ਕਾਲੂ ਜੀ ਕਹਿੰਦੇ ਆ ਤਲਵੰਡੀ ਚੱਲੋ, ਤੇ ਮੇਰਾ ਜਵਾਈ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਉਹ ਕਹਿੰਦੇ ਮੈਂ ਜਾਣਾ ਨਹੀਂ। ਸੋ ਇਹ ਸਾਰਾ ਜਿਹੜਾ ਰਗੜਾ ਝਗੜਾ ਦੇਖ ਕੇ ਇਹਨੇ ਆਪਣੀ ਰਾਏ ਦਿੱਤੀ। ਕਹਿਣ ਲੱਗੇ ਕਿ ਸਤਿਗੁਰੂ ਨਾਨਕ ਦੇਵ ਜੀ ਨੂੰ ਸੁਲਤਾਨਪੁਰ ਰਹਿਣਾ ਚਾਹੀਦਾ ਹੈ, ਕਿਉਂਕਿ ਇਹਨਾਂ ਦਾ ਕੰਮਕਾਰ ਚਲਾਉਣ ਵਾਲਾ ਹੋਰ ਕੋਈ ਨਹੀਂ ਹੈ ਮੋਦੀ ਖਾਨੇ ਦਾ। ਜਿਹੜਾ ਵੱਡਾ ਹਿਸਾਬ ਕਿਤਾਬ ਹੈ ਉਹ ਇਹ ਆਪ ਵੀ ਰਹਿ ਕੇ ਇੱਥੇ ਕਰਨ। ਫਿਰ ਭਾਈ ਪਰਮਾਨੰਦ ਜੀ ਜਿਹੜੇ ਜੈ ਰਾਮ ਜੀ ਦੇ ਪਿਤਾ ਜੀ ਹੈ, ਬੇਬੇ ਨਾਨਕੀ ਦੇ ਸਹੁਰਾ ਸਾਹਿਬ, ਜਿਹੜੇ ਬੜੇ ਸਿਆਣੇ ਹਨ, ਜਿਨ੍ਹਾਂ ਦੇ ਵਚਨ ਜਿਹੜੇ ਬੜੇ ਬੜੇ ਬੁੱਧੀਵਾਨ ਸਿਆਣੇ ਲੋਕ ਵੀ ਮੰਨਦੇ ਸਨ। ਸਾਰਿਆਂ ਦੇ ਹੇਤ ਦੀ, ਸਾਰਿਆਂ ਦੇ ਪੱਖ ਦੀ ਬਾਣੀ ਬੋਲੇ, ਸਾਰਿਆਂ ਦੇ ਪੱਖ ਦੇ ਸਾਂਝੇ ਰੂਪ ਦੇ ਵਿੱਚ ਉਹਨਾਂ ਨੇ ਬਚਨ ਕੀਤੇ। ਕਹਿਣ ਲੱਗਾ ਜੀ ਧਿਆਨ ਦੇ ਕੇ ਮੇਰੀ ਗੱਲ ਸੁਣੋ, ਮੈਂ ਜਿਹੜੀ ਸ਼ੁਭ ਰੀਤੀ, ਸ਼ੁਭ ਰਿਵਾਜ, ਸ਼ੁਭ ਜਿਹੜੀ ਗੱਲ ਜਾਣੀ ਹੈ। ਕਹਿੰਦੇ ਜਿਨ੍ਹਾਂ ਦਾ ਵਿਆਹ ਹੋਇਆ, ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਵਿਆਹ ਹੋ ਚੁੱਕਿਆ, ਪਰ ਇਹਨਾਂ ਦੀ ਮਾਤਾ ਦੇ ਹੋਰ ਤਾਂ ਕੋਈ ਪੁੱਤਰ ਨਹੀਂ ਹੈ, ਇੱਕੋ ਪੁੱਤਰ ਦੀ ਮਾਤਾ ਹੈ, ਮਾਤਾ ਤ੍ਰਿਪਤਾ। ਫਿਰ ਕਹਿੰਦੇ ਇੱਕੋ ਪੁੱਤਰ ਦਾ ਵਿਆਹ ਹੋਵੇ ਤੇ ਪੁੱਤਰ ਵਿਆਹ ਕਰਾ ਕੇ ਮਾਂ ਦੇ ਕੋਲ ਨਾ ਜਾਵੇ, ਮਾਂ ਦੀ ਛਾਤੀ ਕਿਵੇਂ ਠਰੇਗੀ। ਇਧਰ ਨੂੰ ਨੇਤਰ ਲਾ ਕੇ, ਇਧਰ ਨੂੰ ਨਿਗਾਹ ਲਾ ਕੇ ਮਾਤਾ ਤਾਂ ਉਡੀਕ ਰਹੀ ਹੈ। ਜਿਵੇਂ ਧੇਨ ਨਾਮ ਗਊ ਦਾ, ਗਊ ਤੋਂ ਉਹਦਾ ਵੱਛਾ ਵਿਛੜ ਜਾਵੇ ਤੇ ਗਊ ਉਧਰ ਨੂੰ ਮੂੰਹ ਚੱਕ ਕੇ ਦੇਖਦੀ ਰਹਿੰਦੀ ਹੈ ਨਾ, ਵਾਰ-ਵਾਰ ਆਵਾਜ਼ਾਂ ਕੱਢਦੀ ਹੈ। ਇਉਂ ਕਹਿੰਦੇ ਮਾਤਾ ਉਹ ਗਊ ਦੀ ਤਰ੍ਹਾਂ, ਜਿਵੇਂ ਗਊ ਆਪਣੇ ਬੱਚੇ ਨੂੰ ਉਡੀਕਦੀ ਹੈ, ਆਪਣੇ ਪੁੱਤਰ ਸਤਿਗੁਰੂ ਨਾਨਕ ਦੇਵ ਜੀ ਨੂੰ ਮਿਲਣ ਵਾਸਤੇ ਉਡੀਕ ਰਹੀ ਹੈ। ਸੋ ਇਹੋ ਜਿਹੇ ਉਤਸਵ ਦੇ ਵੇਲੇ, ਉਤਸ਼ਾਹ ਦੇ ਮੌਕੇ, ਖੁਸ਼ੀ ਦੇ ਮੌਕੇ ਜੇ ਕਹਿੰਦੇ ਮਾਤਾ ਨੂੰ ਨਾ ਮਿਲਿਆ ਜਾਵੇ ਤੇ ਫਿਰ ਕਹਿੰਦੇ ਇਹ ਤਾਂ ਅਨੀਤੂ ਨੀਤੀ ਤੋਂ ਗਲਤ ਗੱਲ ਹੈ, ਰਸਮੋ ਰਿਵਾਜ ਤੋਂ, ਵਿਹਾਰ ਤੋਂ ਉਲਟ ਗੱਲ ਹੈ। ਕਹਿੰਦੇ ਸਾਰਿਆਂ ਦੇ ਮਨ ਦੇ ਵਿੱਚ ਕਹਿੰਦੇ
ਇਹ ਗੱਲ ਪੱਕੀ ਹੋ ਜਾਣੀ ਚਾਹੀਦੀ ਹੈ। ਸਾਰੇ ਆਪਣੇ ਮਨ ਵਿੱਚ ਵਿਚਾਰੋ, ਫਿਰ ਤਾਂ ਕਹਿੰਦੇ ਇਹ ਉਲਟੀ ਗੱਲ ਹੋ ਜਾਵੇਗੀ। ਮੂਲ ਚੰਦ ਸੁਨ ਤੋਰ ਕੁਮਾਰੀ। ਉਸ ਵੇਲੇ ਭਾਈ ਮੂਲ ਚੰਦ ਜੀ ਨੂੰ ਕਹਿਣ ਲੱਗੇ ਕਿ ਸੁਣੋ, ਤੁਹਾਡੀ ਜਿਹੜੀ ਪੁੱਤਰੀ ਹੈ ਭਇਓ ਆਮਨਾ ਪੂਰਬ ਵਾਰੀ। ਉਹ ਪਹਿਲੀ ਵਾਰ ਆਪਣੇ ਸਹੁਰੇ ਘਰ ਆਈ ਹੈ ਜਾਏ ਸਾਸ ਟਿਗਰੀ ਤੁਸਾਤੀ। ਤੇ ਉਹ ਜਾ ਕੇ ਆਪਣੀ ਸੱਸ ਨੂੰ ਮਿਲੇ, ਉਹਦੇ ਪੈਰੀ ਹੱਥ ਲਾਵੇ। ਇਹੀ ਰੀਤ ਸਹਾਉਂਦੀ ਹੈ, ਇਹੀ ਰਸਮ ਚੰਗੀ ਹੈ। ਹੀਰ ਕਦੂ ਹੈ ਸ਼ੀਤਲ ਛਾਤੀ। ਆਪਣੀ ਨੂੰਹ ਨੂੰ ਦੇਖ ਕੇ, ਨਾ ਵਿਆਹੀ ਵਹੁਟੀ ਨੂੰ ਦੇਖ ਕੇ ਮਾਤਾ ਦੀ ਛਾਤੀ ਸ਼ੀਤਲ ਹੋਵੇਗੀ, ਹਿਰਦਾ ਠੰਡਾ ਹੋਵੇਗਾ। ਕੀਤਕ ਦਿਨ ਰਹਿ ਲੈ ਅਸੀਸਾਂ। ਕਿੰਨੇ ਕੁ ਦਿਨ ਉੱਥੇ ਰਹੇ ਤਾਂ ਕਿ ਮਾਤਾ ਦੀਆਂ ਅਸੀਸਾਂ ਲਵੇ। ਪੁਨ ਆਵੈ ਪਦ ਪਰ ਧਰ ਸੀਸਾ। ਫਿਰ ਮਾਤਾ ਦਾ ਆਸ਼ੀਰਵਾਦ ਲੈ ਕੇ ਫਿਰ ਇੱਥੇ ਵਾਪਸ ਆ ਜਾਣ, ਕਿਉਂ ਇਨ ਬਨੇ ਰਹਿਣ ਤਲਵੰਡੀ। ਕਿਉਂਕਿ ਤਲਵੰਡੀ ਵਿੱਚ ਰਹਿਣਾ ਇਹਨਾਂ ਦਾ ਫਿਰ ਕਿਵੇਂ ਬਣੇਗਾ। ਪ੍ਰਿਤ ਮੋਦੀ ਕੀ ਏਠਾ ਮੰਡੀ। ਕਿਉਂਕਿ ਇਹਨਾਂ ਦਾ ਜਿਹੜਾ ਕੰਮਕਾਰ ਹੈ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦਾ, ਉਹ ਤਾਂ ਕਹਿੰਦੇ ਇਹਨਾਂ ਦਾ ਇੱਥੇ ਮੋਦੀਖਾਨਾ ਖੁੱਲਿਆ, ਸਾਰੀ ਕਿਰਤ ਵਿਰਤ ਤਾਂ ਇਹਨਾਂ ਦੀ ਇੱਥੇ ਹੈ। ਬਾਲੇ ਕੋ ਤਰ ਕਰ ਅਬ ਜਾਵੇਂ। ਕਹਿਣ ਲੱਗੇ ਜੇ ਮੇਰੀ ਗੱਲ ਮੰਨੋ ਤੇ ਭਾਈ ਬਾਲਾ ਜੀ ਨੂੰ ਇੱਥੇ ਹਟ ਸਾਹਿਬ ਛੱਡ ਜਾਓ। ਬਾਹਰ ਆਏ ਨਿਰਕਾਰ ਚੁਰਾਵੇਂ। ਜਦੋਂ ਸਤਿਗੁਰੂ ਪਾਤਸ਼ਾਹ ਜੀ ਮੁੜ ਆਉਣਗੇ ਤੇ ਆ ਕੇ ਫਿਰ ਆਪਣਾ ਕੰਮਕਾਰ ਸੰਭਾਲ ਲੈਣ। ਸੁਨ ਪਰਮਾਨੰਦ ਕੀ ਸ਼ੁਭ ਬਾਣੀ। ਕਿਉਂ ਭਾਈ ਪਰਮਾਨੰਦ ਜੀ ਦੇ ਸੋਹਣੇ ਬਚਨਾਂ ਨੂੰ ਸੁਣ ਕੇ ਪਰਮਾਮੀ ਸਭ ਦੂਸ਼ਣ ਠਾਨੀ। ਸਾਰਿਆਂ ਨੇ ਮਨ ਦੇ ਵਿੱਚ ਮੰਨ ਲਈ ਵੀ ਗੱਲ ਇਹਨਾਂ ਦੀ ਠੀਕ ਹੈ, ਚੁੱਪ ਕਰ ਗਏ। ਬੁਲੇ ਬੁਲਾਏ ਨੀਨ ਤੇ ਕਲ। ਉਸ ਵੇਲੇ ਭਾਈ ਬਾਲਾ ਜੀ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੈਨੂੰ ਆਪਣੇ ਕੋਲ ਬੁਲਾਇਆ। ਬੋਲੇ ਬਾਣੀ ਦੀਨ ਦਿਆਲਾ। ਦੀਨਾਂ ਦੇ ਉੱਤੇ ਦਇਆ ਕਰਨ ਵਾਲੇ ਦਇਆ ਦੇ ਘਰ ਸਤਿਗੁਰੂ ਜੀ ਬੋਲੇ। ਅਬ ਜਾਵੇਂ ਤਲਵੰਡੀ ਨਗਰੀ। ਕਹਿਣ ਲੱਗੇ ਭਾਈ ਹਾਂ, ਅਸੀਂ ਹੁਣ ਤਲਵੰਡੀ ਨਗਰੀ ਵਿਖੇ ਜਾਵਾਂਗੇ। ਰਹਿ ਤੁਮ ਕਾਰ ਚਲਾਓ ਸਦਰੀ। ਤੁਸੀਂ ਇੱਥੇ ਪਿੱਛੇ ਰਹਿ ਕੇ ਹੱਟ ਸਾਹਿਬ ਦਾ ਮੋਦੀਖਾਨੇ ਦਾ ਸਾਰਾ ਕੰਮਕਾਰ ਚਲਾਓ। ਅਰਜਨ ਸ਼ੰਕੈ ਦਿਓ ਸਿਕਾਈ। ਕਹਿੰਦੇ ਜਿੰਨਾ ਤੁਹਾਡੇ ਤੋਂ ਖਰਚ ਹੋਵੇ ਨਿਰਸੰਸ਼ੇ ਹੋ ਕੇ ਕਹਿੰਦੇ ਤੁਸੀਂ ਖਰਚ ਕਰੀ ਜਾਓ। ਆਨ ਕਰਾਂਗੇ ਹਮ ਸਭ ਲੇਖਾ। ਬਾਕੀ ਜਿਹੜਾ ਹਿਸਾਬ ਕਿਤਾਬ ਲੇਖਾ ਜੋਖਾ ਹੋਊਗਾ ਉਹ ਅਸੀਂ ਆ ਕੇ ਕਰ ਲਵਾਂਗੇ। ਸੁਣੀਏ ਸ਼੍ਰੀ ਅੰਗਦ ਕਹਿ ਬਾਲਾ। ਭਾਈ ਬਾਲਾ ਜੀ ਕਥਾ ਸੁਣਾਉਂਦੇ ਕਹਿੰਦੇ ਹੇ ਗੁਰੂ ਅੰਗਦ ਦੇਵ ਮਹਾਰਾਜ ਸੁਣੋ। ਹਮ ਬੋਲਿਓ ਬਾਣੀ ਤੇ ਕਲਾ। ਉਸ ਵੇਲੇ ਮੈਂ ਬਚਨ ਆਖੇ ਦੀਨ ਦੀਨ ਕੋ ਕਾਜ ਵਿਸ਼ਿਕਾਈ। ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਮੋਦੀਖਾਨੇ ਦੇ ਲੈਣ ਦੇਣ ਦਾ ਜਿਹੜਾ ਕੰਮਕਾਰ ਹੈ ਇਹ ਬਹੁਤ ਵੱਡਾ ਹੈ। ਉਹਦੇ ਸਮਝੋ ਜਾਈ ਨਾ ਲੇਖਾ। ਮਹਾਰਾਜ ਸੱਚੇ ਪਾਤਸ਼ਾਹ ਇਹ ਮੇਰੇ ਤੋਂ ਹਿਸਾਬ ਕਿਤਾਬ ਜਿਹੜਾ ਸਾਂਭਿਆ ਨਹੀਂ ਜਾਵੇਗਾ। ਕਾਰ ਚਲੇ ਕੋ ਬਿਨਾ ਤੁਮਾਰੀ। ਮਹਾਰਾਜ ਤੁਹਾਡੇ ਬਿਨਾ ਕੰਮਕਾਰ ਨਹੀਂ ਚੱਲੇਗਾ। ਰਹਿਣ ਚਾਹੇ ਮਨ ਸਦਾ ਸੰਗਾਰੀ। ਤੇ ਬਾਕੀ ਮੇਰੀ ਇੱਛਾ ਮਹਾਰਾਜ ਮੈਂ ਤੁਹਾਡੇ ਸਦਾ ਸੰਗ ਰਹਿਣਾ ਚਾਹੁੰਦਾ, ਸਦਾ ਤੁਹਾਡੇ ਨਾਲ ਰਹਾਂ, ਇਹ ਮੇਰੇ ਮਨ ਦੀ ਭਾਵਨਾ ਹੈ। ਬਰਾਬਰ ਸਰਸ ਹੋਏ ਜੋ ਕੋ। ਮਹਾਰਾਜ ਸੱਚੇ ਪਾਤਸ਼ਾਹ ਜੇਕਰ ਕੋਈ ਹੋਰ ਤੁਹਾਡੇ ਬਰਾਬਰ ਦਾ ਹੋਵੇ। ਆਉ ਪਮਕ੍ਰਿਤ ਨਪਾਹੇ ਸੋ। ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀ ਕਾਰ ਤੁਹਾਡਾ ਜਿਹੜਾ ਕੰਮਕਾਰ ਹੈ ਮੋਦੀਖਾਨੇ ਦਾ ਉਹੀ ਸਾਂਭ ਸਕਦਾ ਹੈ। ਸੁਣ ਬੋਲੇ ਸ੍ਰੀ ਸੁਣ ਬੋਲੇ ਸ੍ਰੀ ਮੁਖ ਸਭ ਸਸ ਸੁਭਾਲ। ਸਤਿਗੁਰੂ ਸੱਚੇ ਪਾਤਸ਼ਾਹ ਚੰਦਰਮਾ ਵਰਗੇ ਮੁਖੜੇ ਤੋਂ ਬੋਲੇ। ਬਚਨਨ ਪਰ ਅੰਮ੍ਰਿਤ ਸ਼ਬਦ ਉਪਾਏ। ਇਉਂ ਲੱਗਦਾ ਹੈ ਵੀ ਜਿਹੜਾ ਅੰਮ੍ਰਿਤ ਹੈ ਉਹਨਾਂ ਦੇ ਬਚਨਾਂ ਦੇ ਵਿੱਚ ਸ਼ੋਭਾ ਧਾਰ ਕੇ ਲੋਭ ਧਾਰ ਕਰਕੇ ਵਸ ਗਿਆ ਹੋਵੇ। ਲੈ ਬਾਲੇ ਤੁਝ ਕੋ ਮਮ ਸੰਗਾ। ਸਤਿਗੁਰੂ ਕਹਿੰਦੇ ਭਾਈ ਬਾਲੇ ਤੇਰਾ ਇਹ ਵਚਨ ਪੂਰਾ ਕਰਾਂਗੇ, ਹਮੇਸ਼ਾ ਤੂੰ ਸਾਡੇ ਸੰਗ ਰਹੇਗਾ। ਸਦਾ ਬੈਸ ਮੈਂ ਰਹਿ ਅਪੰਗਾ। ਤੇ ਕਹਿੰਦੇ ਕੱਲਾ ਸੁਲਤਾਨਪੁਰ ਜਾਂ ਰਾਏ ਭੋਜ ਦੀ ਤਲਵੰਡੀ ਵਿਖੇ ਨਹੀਂ, ਕਹਿੰਦੇ ਸਾਰੀ ਉਮਰ ਅਪੰਗ ਨਿਰੰਤਰ ਤੂੰ ਹਮੇਸ਼ਾ ਸਾਡੇ ਨਾਲ ਰਹੇਗਾ। ਸਦਾ ਨਾਮ ਮੈਂ ਪ੍ਰੀਤ ਤਨੇਰੀ। ਕਿਉਂਕਿ ਹਮੇਸ਼ਾ ਹੀ ਤੁਹਾਡੀ ਜਿਹੜੀ ਪ੍ਰੀਤੀ ਹੈ ਉਹ ਨਾਮ ਦੇ ਵਿੱਚ ਲੱਗੀ ਹੋਈ ਹੈ। ਜਨਮ ਮਰਨ ਕੀ ਕਟੈ ਜੋ ਬੇਰੀ। ਜਿਸ ਕਰਕੇ ਤੁਹਾਡੇ ਜਨਮ ਮਰਨ ਦੀਆਂ ਬੇੜੀਆਂ ਕੱਟੀਆਂ ਜਾਣਗੀਆਂ। ਕਾਰ ਕਰੈ ਸਭੀ ਕਰਤਾਰਾ। ਔਰ ਬਾਕੀ ਜਿਹੜਾ ਕੰਮਕਾਰ ਹੈ ਇਹਦਾ ਫਿਕਰ ਨਾ ਕਰ, ਇਹ ਸਾਰਾ ਕਰਤਾਰ ਆਪੇ ਕਰੇਗਾ, ਵਾਹਿਗੁਰੂ ਪਰਮੇਸ਼ਰ ਆਪ ਸਾਂਭੇਗਾ। ਕਾਂਡੋ ਮਦ ਈਠ ਹਮਾਰਾ। ਤੇ ਇਸ ਕਰਕੇ ਹੇ ਮੇਰੇ ਪਿਆਰੇ ਤੁਸੀਂ ਇੱਥੇ ਹੱਟ ਸਾਹਿਬ ਰੁਕੋ, ਮੋਦੀਖਾਨੇ ਰੁਕੋ। ਈਕ ਮਾਸ ਲੋ ਹਮਰੋ
ਆਮਨ 1 ਮਹੀਨੇ ਤੱਕ ਸਾਡਾ ਆਉਣਾ ਹੋਵੇਗਾ ਵਾਪਸ। ਤਾਵਤ ਰਹੀਏ ਰੀਤ ਸੁਹਾਵਨ ਉਨੀ ਦੇਰ ਤੱਕ ਕਹਿੰਦੇ ਤੁਸੀਂ ਭਲੀ ਪ੍ਰਕਾਰ ਤੱਕ ਇੱਥੇ ਕਹਿੰਦੇ ਰਹੋ। ਇਉਂ ਸੁਣ ਮੈਂ ਸੁਖ ਪਾਏ ਭਲੇਰਾ ਕਿਉਂ ਸਤਿਗੁਰੂ ਜੀ ਦੇ ਵਚਨ ਸੁਣ ਕੇ ਭਾਈ ਬਾਲਾ ਜੀ ਕਹਿੰਦੇ ਮੈਂ ਬਹੁਤ ਖੁਸ਼ ਹੋ ਗਿਆ। ਭਇਓ ਬਦਨ ਹਉ ਰਾਵ ਚੀਰਾ ਮੈਂ ਵਚਨ ਆਖੇ ਮਹਾਰਾਜ ਮੈਂ ਤਾਂ ਹਮੇਸ਼ਾ ਆਪ ਜੀ ਦਾ ਚੇਲਾ ਸਿੱਖ ਸੇਵਕ ਹਾਂ। ਕਰ ਕਰਣਾ ਦੀਜੈ ਪਰ ਐਸੀ ਆਪ ਜੀ ਕਿਰਪਾ ਕਰਕੇ ਮੈਨੂੰ ਇਹ ਵਰਦਾਨ ਦਿਓ ਮਾਇ ਸੁਪਿਲੋ ਨੈ ਕੈਸੀ ਕਿ ਮੈਂ ਕਦੇ ਵੀ ਤੁਹਾਡੀ ਆਗਿਆ ਨੂੰ ਮੋੜਾ ਨਾ। ਦੇਖੋ ਕਿੰਨੀ ਵੱਡੀ ਮੰਗ ਗੁਰੂ ਕਾ ਸਿੱਖ ਮੰਗ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਮੇਰੇ ਤੇ ਇਹ ਕਿਰਪਾ ਕਰੋ ਕਿ ਤੁਹਾਡਾ ਵਚਨ ਕਦੇ ਨਾ ਮੋੜਾਂ। ਸਾਡੇ ਵਾਂਗ ਨਹੀਂ ਕਿ ਸਤਿਗੁਰੂ ਵਚਨ ਕੁਝ ਹੋਰ ਕਰਦੇ ਆ, ਅਸੀਂ ਕਹਿੰਦੇ ਆ ਨਹੀਂ ਮਹਾਰਾਜ ਅੰਮ੍ਰਿਤ ਵੇਲਾ ਜਿਹੜਾ ਇਹ ਹੁਣ 9 ਵਜੇ ਹੋਣਾ ਚਾਹੀਦਾ। ਇਹ ਤੁਸੀਂ ਔਖੇ ਕੰਮ ਨਾ ਸਾਨੂੰ ਕਹੋ, ਮਰਿਆਦਾ ਹੀ ਬਦਲ ਦਿਓ। ਅਸੀਂ ਗੁਰੂ ਨੂੰ ਆਪਣੀ ਗੱਲ ਮਨਾਉਣ ਦੀ ਕੋਸ਼ਿਸ਼ ਕਰਦੇ ਆ ਤੇ ਗੁਰੂ ਦਾ ਜਿਹੜਾ ਅਸਲ ਸਿੱਖ ਹੈ ਉਹ ਕਹਿੰਦਾ ਮਹਾਰਾਜ ਮੇਰੇ ਤੇ ਇਹ ਕਿਰਪਾ ਕਰੋ ਮੈਂ ਕਦੇ ਤੁਹਾਡੀ ਆਗਿਆ ਨਾ ਮੋੜਾਂ। ਰਹੂੰ ਸਦਾ ਮੈਂ ਹੋਇ ਅਨੁਸਾਰੀ ਸਦਾ ਹੀ ਮੈਂ ਤੁਹਾਡਾ ਅਨੁਸਾਰੀ ਹੋ ਕੇ ਰਵਾਂ। ਜਿਵੇਂ ਤੁਸੀਂ ਆਗਿਆ ਕਰੋ ਹੁਕਮ ਕਰੋ ਮੈਂ ਹੁਕਮ ਦਾ ਤਾਬੇਦਾਰ ਬਣਾ। ਹਿਰਦੇ ਰਸਾ ਕਹੀ ਹਮਾਰੀ ਇਹੀ ਮੇਰੇ ਮਨ ਦੀ ਵੱਡੀ ਇੱਛਾ ਹੈ। ਭੀਮ ਪ੍ਰਸੀਦੇ ਸੁਣ ਕਰ ਬਚਨਾ ਇਹ ਵਚਨ ਸੁਣ ਕੇ ਸਤਿਗੁਰੂ ਜੀ ਪ੍ਰੇਮ ਦੇ ਵਿੱਚ ਬੜੇ ਪ੍ਰਸਿੱਧੇ ਬੜੇ ਪ੍ਰਸੰਨ ਹੋਏ, ਮੇਰੇ ਤੇ ਬਹੁਤ ਖੁਸ਼ੀਆਂ ਕੀਤੀਆਂ। ਭਇਓ ਹੋਏ ਮਨ ਹਰ ਸੰਗ ਕਚਨਾ ਉਸ ਵੇਲੇ ਸਤਿਗੁਰੂ ਨੇ ਆਖਿਆ ਕਿ ਤੇਰਾ ਮਨ ਹਮੇਸ਼ਾ ਹਰੀ ਪਰਮੇਸ਼ਰ ਨਾਲ ਜੁੜਿਆ ਰਹੇ। ਹਰੀ ਗੌਰ ਤਲਵੰਡੀ ਤਿਆਰੀ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਲਵੰਡੀ ਨਗਰ ਵੱਲ ਜਾਣ ਦੀ ਤਿਆਰੀ ਕਰ ਲਈ। ਜੋ ਬਰਾਤ ਸੰਗ ਸਦਾਰੀ ਜਿਹੜੀ ਬਰਾਤ ਆਈ ਸੀ ਉੱਥੋਂ ਉਹ ਵੀ ਸਤਿਗੁਰੂ ਜੀ ਦੇ ਨਾਲ ਚੱਲੀ। ਮੈਂ ਪਿਛੇ ਕੀਨੀ ਕ੍ਰਿਤ ਮੋਦੀ ਭਾਈ ਬਾਲਾ ਜੀ ਕਹਿੰਦੇ ਮੈਂ ਪਿੱਛੇ ਮੋਦੀ ਖਾਨੇ ਦਾ ਕੰਮਕਾਰ ਸ਼ੁਰੂ ਕਰ ਲਿਆ। ਦਇਓ ਗੱਜ ਜੋ ਚੈਨ ਪਰਲੋਦੀ ਹਾਂ ਜਿਵੇਂ ਰਾਜਾ ਸੁਲਤਾਨਪੁਰ ਲੋਧੀ ਦਾ ਨਵਾਬ ਚਾਹੁੰਦਾ ਸੀ ਉਸ ਤਰੀਕੇ ਦੇ ਨਾਲ ਮੈਂ ਅਗਾਂਹ ਜਿਹੜੀ ਸੈਨਾ ਨੂੰ ਫੌਜ ਨੂੰ ਹੋਰ ਜਿਹੜੇ ਦੁਕਾਨ ਤੋਂ ਸੌਦਾ ਲੈਣ ਆਉਂਦੇ ਸੀ ਉਹਨਾਂ ਨੂੰ ਖਰਚਾ ਦਿੰਦਾ ਰਿਹਾ। ਵਸਤ ਸਬਨ ਕੇ ਟੁੱਟ ਭੰਡਾਰਾ ਸਾਰੀਆਂ ਵਸਤੂਆਂ ਦੇ ਜਿਹੜੇ ਅਟੁੱਟ ਭੰਡਾਰੇ ਭਰੇ ਹੋਏ ਸਨ। ਆਪਨ ਮੈਸਾ ਦੇਉ ਸੁਖਾਰਾ ਸੋ ਇਸ ਪ੍ਰਕਾਰ ਕਹਿੰਦੇ ਮੈਂ ਉਸ ਦੁਕਾਨ ਦੇ ਉੱਤੇ ਹੱਟੀ ਦੇ ਉੱਤੇ ਬੈਠਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੈਨੂੰ ਸੁੱਖ ਦੇਣਗੇ ਤੇ ਮੈਂ ਵੀ ਸੁੱਖ ਪ੍ਰਾਪਤ ਕਰ ਰਿਹਾ ਸਤਿਗੁਰੂ ਦੀ ਆਗਿਆ ਮੰਨ ਕੇ। ਦੋਹਰਾ ਬਾਲਾ ਕਹਿ ਦੇਖੇ ਨਹੀਂ ਭਾਈ ਬਾਲਾ ਜੀ ਕਹਿਣ ਲੱਗੇ ਕਿ ਹੇ ਗੁਰੂ ਅੰਗਦ ਦੇਵ ਮਹਾਰਾਜ ਜੋ ਤਲਵੰਡੀ ਨਗਰ ਦੇ ਵਿੱਚ ਵਾਪਰਿਆ ਕਿਉਂਕਿ ਮੈਂ ਤਾਂ ਸੁਲਤਾਨਪੁਰ ਸੀ ਉਹ ਮੈਂ ਆਪਣੇ ਅੱਖੀਂ ਤਾਂ ਨਹੀਂ ਦੇਖਿਆ। ਤਲਵੰਡੀ ਜੋ ਆਨੰਦ ਤਲਵੰਡੀ ਨਗਰ ਵਿੱਚ ਜਿਹੜਾ ਆਨੰਦ ਵਰਿਆ ਉਹ ਮੈਂ ਆਪਣੇ ਅੱਖੀਂ ਨਹੀਂ ਦੇਖ ਸਕਿਆ ਸੁਲਤਾਨਪੁਰ ਰਹਿਣ ਕਰਕੇ। ਸੁਨੇ ਸੋ ਬਿਸਮਤ ਹਉ ਕਹੋ ਜਿਹੜਾ ਮੈਂ ਬਾਅਦ ਵਿੱਚ ਜਾ ਕੇ ਨਗਰ ਦੇ ਲੋਕਾਂ ਵੱਲੋਂ ਆਪਣੇ ਪਰਿਵਾਰ ਦੇ ਵੱਲੋਂ ਸੁਣਿਆ ਉਸ ਤਰੀਕੇ ਕਹਿੰਦਾ ਹਾਂ। ਸ੍ਰੀ ਅੰਗਦ ਸੁਖ ਕੰਦ ਇਹ ਗੁਰੂ ਅੰਗਦ ਦੇਵ ਮਹਾਰਾਜ ਸੁੱਖਾਂ ਦੇ ਦਾਤੇ ਇਹ ਸੁਣੋ ਸਾਰਾ। ਕਾਉ ਭਈ ਤਲਵੰਡੀ ਕੇ ਨਿਕਟ ਪਹੁੰਚੀ ਜਦੋਂ ਇਹ ਚੱਲਦੇ ਚੱਲਦੇ ਸਤਿਗੁਰੂ ਸਾਹਿਬ ਜੀ ਤੇ ਹੋਰ ਸਾਰੇ ਬਰਾਤੀ ਤਲਵੰਡੀ ਨਗਰ ਦੇ ਨੇੜੇ ਪਹੁੰਚੇ ਬਾਜਦ ਬਾਜੇ ਜਨ ਪਨੋਚੀ ਔਰ ਵੱਡੇ ਵੱਡੇ ਜਿਹੜੇ ਬਾਜੇ ਨਗਾਰੇ ਆ ਬੜੀ ਉੱਚੀ ਧੁਨੀ ਵਿੱਚ ਵਜਾਏ ਗਏ। ਆਪਰ ਪਾਈ ਸਾਗਰ ਸੋਭਾ ਉਸ ਵੇਲੇ ਨਗਰ ਦੇ ਲੋਕਾਂ ਨੇ ਜਦੋਂ ਇਹ ਖਬਰ ਪਾ ਲਈ ਕਿ ਇਉਂ ਲੱਗਦਾ ਜਿਵੇਂ ਸ਼ੋਭਾ ਦਾ ਸਮੁੰਦਰ ਸਾਡੇ ਨਗਰ ਵਿੱਚ ਆ ਗਿਆ ਹੋਵੇ। ਘੁੰਮਗੇ ਨਰ ਜਨ ਮਿਲਿਓ ਸ਼ੋਭਾ ਸਾਰੇ ਜਿਹੜੇ ਨਗਰ ਦੇ ਲੋਕ ਹੈ ਉਹ ਇਉਂ ਉਹਨਾਂ ਦਾ ਸਾਧ ਸੰਗਤ ਜੀ ਨਗਰ ਦੇ ਵਿੱਚ ਪ੍ਰਵੇਸ਼ ਹੋਣਾ ਹੋਇਆ, ਇਉਂ ਨਗਰ ਦੇ ਵਿੱਚ ਦਾਖਲ ਹੋਏ, ਇਉਂ ਉਹਨਾਂ ਦੀ ਚੜ੍ਹਾਈ ਨਗਰ ਵਿੱਚ ਹੋਈ ਜਿਵੇਂ ਸ਼ਹਿਰ ਨੂੰ ਸਾਰੇ ਸਮੁੰਦਰ ਨੇ ਘੇਰਿਆ ਹੋਵੇ। ਉਹ ਸ਼ੋਭਾ ਦਾ ਸਮੁੰਦਰ ਉਮੜ ਪਿਆ। ਤਾਰ ਸ਼ਿੰਗਾਰ ਕੋ ਨਗਰ ਨਾਰੀ ਬਹੁਤ ਸਾਰੇ ਨਗਰ ਦੇ ਜਿਹੜੇ ਇਸਤਰੀ ਪੁਰਸ਼ ਹੈ ਨਗਰ ਦੀਆਂ ਸਿਆਣੀਆਂ ਬੀਬੀਆਂ ਉਹ ਸ਼ਿੰਗਾਰ ਕਰਕੇ ਕੰਚਨ ਭੂਖਨ ਰੁਚਰ ਸਵਾਰੀ ਬੜੀ ਰੁਚੀ ਦੇ ਨਾਲ ਸੋਨੇ ਦੇ ਭੂਖਣ ਗਹਿਣੇ ਸਜਾ ਕੇ ਪਰ ਪਾਗੜੀ ਪ੍ਰਕਾਸ਼ ਸੁਪੀਲਾ ਸਾਰੀਆਂ ਜਿਹੜੀਆਂ ਬੀਬੀਆਂ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੋਹਣੇ ਰੂਪ ਨੂੰ ਤੱਕਣ ਵਾਸਤੇ ਦੇਖਣ ਵਾਸਤੇ ਸੋ ਉਹ ਸਾਰੀਆਂ ਚੱਲ ਪਈਆਂ। ਸੋਹਤ ਜਿਉ ਬੜਵਾ ਨਲਕੀਲਾ ਜਿਵੇਂ ਸਮੁੰਦਰ ਦੇ ਵਿੱਚ ਬੜਵਾ ਅਗਨੀ ਹੁੰਦੀ ਆ ਸੋ ਇਉਂ ਇਹਨਾਂ ਦੇ ਗਹਿਣਿਆਂ ਦੀ ਚਮਕ ਦਮਕ ਚਮਕ ਰਹੀ ਹੈ। ਕੀਰਤ ਰੰਗਾ ਬਨਵੇਂ ਬਣੀ ਸੁਹਾਤੀ ਸੋ ਜਿਵੇਂ ਸਾਧ ਸੰਗਤ ਜੀ
ਚੰਦਰਮਾ ਦੀ ਚਾਂਦਨੀ ਬੜੀ ਸ਼ੋਭਾ ਪਾਉਂਦੀ ਹੈ, ਇਉਂ ਬਰਾਤ ਜਿਹੜੀ ਬੜੀ ਸ਼ੋਭ ਰਹੀ ਹੈ। ਗੁਣਗਣ ਪੋਖਨ ਸਹਿਤ ਬਰਾਤੀ ਜਿਹੜੇ ਬਰਾਤੀ ਹੈ ਉਹ ਸਾਧ ਸੰਗਤ ਜੀ ਤਾਰਿਆਂ ਦੀ ਤਰ੍ਹਾਂ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੰਦਰਮਾ ਵਾਂਗ ਚਾਂਦਨੀ ਬਖੇਰ ਰਹੇ ਪ੍ਰਕਾਸ਼ ਕਰ ਰਹੇ ਹਨ। ਭਜਨ ਮੇ ਐਲਾਦ ਮੁਕੰਦਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਬੜੇ ਖੁਸ਼ੀ ਦੇ ਭਰਪੂਰ ਜਿਹੜੇ ਬਚਨ ਹੈ ਉਹ ਅੰਮ੍ਰਿਤ ਸਰੀਖੇ ਹਨ। ਅਸ ਸ੍ਰੀ ਨਾਨਕ ਪੂਰਨ ਚੰਦਾ ਇਸ ਤਰੀਕੇ ਦੇ ਨਾਲ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪੂਰਨਮਾਸ਼ੀ ਦੇ ਚੰਦਰਮਾ ਵਰਗੇ ਸਹਿਬ ਲੋਕਨ ਹੇਤੋ ਮੰਗਾ ਉਹਨਾਂ ਨੂੰ ਦੇਖਣ ਵਾਸਤੇ ਲੋਕਾਂ ਦੇ ਮਨ ਵਿੱਚ ਬਹੁਤ ਉਮੰਗ ਉਤਸ਼ਾਹ ਹੈ। ਆਵਤ ਨਰ ਜਨ ਉਠੇ ਤਰੰਗਾ ਹੋਰ ਜਿੰਨੇ ਵੀ ਸਾਧ ਸੰਗਤ ਜੀ ਮਨੁੱਖ ਦੇਖਣ ਵਾਸਤੇ ਆ ਰਹੇ ਆ, ਇਉਂ ਲੱਗਦਾ ਜਿਵੇਂ ਸਮੁੰਦਰ ਵਿੱਚ ਲਹਿਰਾਂ ਉੱਠ ਰਹੀਆਂ ਹੋਣ। ਨਗਰ ਕੋਟ ਬੇਲਾ ਤਜ ਦੂਰਨ ਸ਼ਹਿਰ ਦਾ ਜਿਹੜਾ ਆਲੇ ਦੁਆਲੇ ਦਾ ਕੋਟ ਹੈ, ਉੱਚੀਆਂ ਕੰਧਾਂ ਫਸੀਲ ਹਨ, ਉਹ ਇਉਂ ਲੱਗਦਾ ਜਿਵੇਂ ਸਮੁੰਦਰ ਦੇ ਕਿਨਾਰੇ ਹੋਣ। ਐਲਿਓ ਜਲ ਜੋ ਵੈਦ ਸੰਪੂਰਨ ਜਿਵੇਂ ਕਿਨਾਰਿਆਂ ਨੂੰ ਛੱਡ ਕੇ ਜਲ ਵਹਿ ਰਿਹਾ ਹੋਵੇ ਸਮੁੰਦਰ ਦਾ, ਇਉਂ ਸਾਧ ਸੰਗਤ ਜੀ ਨਗਰ ਨੂੰ ਛੱਡ ਕੇ ਲੋਕਾਂ ਦੀ ਭੀੜ ਇਕੱਠੀ ਹੋਈ ਹੈ। ਠੀਕ ਦੇਖ ਪਰਮੋਦ ਨ ਥੂਰਾ ਦੇਖ ਦੇਖ ਕੇ ਮਨ ਵਿੱਚ ਬਹੁਤ ਖੁਸ਼ ਹੁੰਦੇ ਹਨ। ਪ੍ਰਮੋਦ ਨਾ ਥੋੜਾ, ਥੋੜੀ ਖੁਸ਼ੀ ਨਹੀਂ, ਬਹੁਤ ਹੀ ਖੁਸ਼ੀ ਹੈ। ਸਵੇ ਬਲੋਚਨ ਕੀ ਨ ਚਕੋਰਾ ਜਿਵੇਂ ਚਕੋਰਾਂ ਸਾਧ ਸੰਗਤ ਜੀ ਚੰਦਰਮਾ ਨੂੰ ਵੇਖਦੀਆਂ, ਇਉਂ ਸਤਿਗੁਰੂ ਜੀ ਵੱਲ ਟਿਕਟਿਕੀ ਲਾ ਕੇ ਲੋਕ ਦੇਖਦੇ ਹਨ। ਨਿਰੰਕਾਰ ਵਿਸਰੇ ਸੁਖ ਰਾਸਾ ਕਿਉਂਕਿ ਬਹੁਤ ਸਮਾਂ ਹੋ ਗਿਆ ਸੀ ਸੁੱਖਾਂ ਦੇ ਖਜ਼ਾਨੇ ਸਤਿਗੁਰੂ ਜੀ ਨੂੰ ਇੱਥੋਂ ਗਿਆ ਹੋਇਆਂ ਨੂੰ ਵਿਛੋੜਾ ਦਿੱਤਿਆਂ ਹੋਇਆਂ। ਜਿਨ ਕੋ ਮਿਲਣੇ ਕੀ ਬਹੁ ਪਿਆਸਾ ਜਿਨ੍ਹਾਂ ਨੂੰ ਮਿਲਣ ਦੀ ਨਗਰ ਦੇ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਪਿਆਸ ਹੈ। ਅਸ ਪ੍ਰਕਾਰ ਗੁਰ ਨਿਤ ਬਰਾਤਾ ਇਸ ਤਰੀਕੇ ਦੇ ਨਾਲ ਜਦੋਂ ਤਲਵੰਡੀ ਨਗਰ ਦੇ ਨੇੜੇ ਬਰਾਤ ਪਹੁੰਚੀ, ਹਰ ਵਿਸ਼ੀ ਦਵਾਰ ਪ੍ਰਕਾਸ਼ ਸੁਹਾਤਾ ਜਿਹੜਾ ਪ੍ਰਵੇਸ਼ ਦੁਆਰ ਸੀ ਨਗਰ ਦਾ, ਉਹਦੇ ਅੰਦਰ ਦਾਖਲ ਹੋਈ। ਜੈ ਚੌਪਰ ਜਿਉ ਚਾਰ ਚਾਰੂ ਬਜਾਰੂ ਜਿਸ ਤਲਵੰਡੀ ਨਗਰ ਦੇ ਜਿਹੜੇ ਬਾਜ਼ਾਰ ਬੜੇ ਸੋਹਣੇ ਆ, ਜਿਵੇਂ ਚੌਪੜ ਦੀ ਬਾਜੀ ਹੋਵੇ, ਏ ਮੈਂ ਗਮਨੇ ਹਰ ਕੋ ਮਾਰੂ ਉਹਨਾਂ ਬਾਜ਼ਾਰਾਂ ਵਿੱਚੋਂ ਦੀ ਲੰਘੇ ਬਹੁਤ ਖੁਸ਼ੀ ਦੇ ਨਾਲ। ਧੰਨਵਾਦ ਪ੍ਰਕਾਵਤ ਭਾਰੀ ਔਰ ਬਹੁਤ ਧਨ ਜਿਹੜਾ ਚਾਚਾ ਲਾਲੂ ਜੀ, ਪਿਤਾ ਮਹਿਤਾ ਕਾਲੂ ਜੀ ਵਰਖਾ ਰਹੇ ਆ, ਮਾਨੋ ਧਨ ਦੀ ਵਰਖਾ ਕਰ ਰਹੇ ਹਨ। ਬਰੈ ਸਦਾ ਸਤੈ ਜੈ ਨਾ ਤੈ ਨਰ ਨਾਰੀ ਜਿੱਥੇ ਕਿਤੇ ਸਾਰੇ ਜਿਹੜੇ ਬੀਬੀਆਂ ਭਾਈ ਬਹੁਤ ਮਹਿਮਾ ਕਰ ਰਹੇ ਹਨ। ਜਿਨ ਕੇਤ ਕੇ ਨਿਰਟੈ ਆਈ ਜਦੋਂ ਆਪਣੇ ਨਿੱਜੀ ਘਰ ਦੇ ਨੇੜੇ ਪਹੁੰਚੇ, ਅਨੁਪ ਮਾਨ ਕੇ ਹੋਤ ਵਧਾਈ ਅਨੇਕਾਂ ਪ੍ਰਕਾਰ ਦੇ ਨਾਲ ਲੋਕਾਂ ਨੇ ਵਧਾਈਆਂ ਦਿੱਤੀਆਂ। ਆਦਰਤਾਵ ਹਰ ਕਨੇਰਾ ਮਾਤਾ ਤ੍ਰਿਪਤਾ ਦੇ ਮਨ ਦੇ ਵਿੱਚ ਬਹੁਤ ਖੁਸ਼ੀ ਹੋਈ ਸਹਿਤ ਸਨੂਕਾ ਸੁਧ ਪੋਹਿਰਾ ਜਦੋਂ ਉਹਨਾਂ ਨੇ ਆਪਣੀ ਨੂੰਹ ਦੇ ਸਮੇਤ ਆਪਣੇ ਪੁੱਤਰ ਨੂੰ ਇੱਥੇ ਆਇਆਂ ਦੇਖਿਆ। ਬਰੈ ਨਿਸ਼ਾਵਰ ਦਰਗ ਪਾਰਾ ਮਾਤਾ ਨੇ ਵੀ ਬਹੁਤ ਸਾਰਾ ਧਨ ਨਿਸ਼ਾਵਰ ਕਰ ਦਿੱਤਾ। ਵਾਰੈ ਵਾਰ 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 ਵਾਰਾ ਇਉਂ ਧਨ ਵੀ ਵਾਰ ਰਹੇ ਆ, ਧਨ ਵੀ ਸੁੱਟ ਰਹੇ ਆ, ਤੇ ਵਾਰੈ ਵਾਰ 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 ਵਾਰਾ, ਵਾਰੀ ਵਾਰੀ, ਤੇ ਵਰ ਨਾਮ ਜਲ ਦਾ ਵੀ ਪਾਣੀ ਦਾ ਵੀ ਹੈ। ਮਾਤਾ ਆਪਣੇ ਪੁੱਤਰ ਤੇ ਨੂੰਹ ਤੋਂ ਪਾਣੀ ਵਾਰ-ਵਾਰ ਪੀਂਦੀ ਹੈ। ਜੋ ਕਦਰੀ ਸ਼ੋਭ ਸ਼ਬਨ ਸਭ ਕਰੀ ਜਿਵੇਂ ਕੁਲ ਦੀ ਇਹਨਾਂ ਦੀ ਰੀਤੀ ਸੀ, ਰਸਮੋ ਰਿਵਾਜ ਸਨ, ਉਹ ਸਾਰੇ ਸ਼ੁਭ ਤਰੀਕੇ ਨਾਲ ਕੀਤੇ। ਆਮ ਬਲਿਹਾਰੀ ਬੈਨੋ ਚਰਹੀ ਹੇ ਪੁੱਤਰ, ਹੇ ਮੇਰੀ ਨੂੰਹ ਧੀ ਰਾਣੀਏ, ਮੈਂ ਤੁਹਾਡੇ ਤੋਂ ਕੁਰਬਾਨ ਸਦਕੇ ਜਾਂਦੀ ਹਾਂ। ਭਇਓ ਸਪੂਤ ਜਗਤ ਜਗਤ ਹਮਾਰੀ ਮੇਰਾ ਪੁੱਤਰ ਮੇਰੇ ਘਰ ਆ ਗਿਆ, ਇਸ ਪੁੱਤਰ ਬਣ ਗਿਆ ਹੈ। ਬਿਨਸਤ ਏਕ ਦਾਸ ਕੁਲ ਤਾਰੀ ਸੋ ਬਿਨਸਤ ਏਕ ਜਾਸ ਕੁਲ ਤਾਰੇ। ਸੋ ਜਿਨ੍ਹਾਂ ਨੂੰ ਵਿਸਰਨ ਦੇ ਕਰਕੇ, ਜਿਨ੍ਹਾਂ ਨੂੰ ਛੱਡਣ ਦੇ ਕਰਕੇ, ਸੋ ਜਿਨ੍ਹਾਂ ਤੋਂ ਦੂਰ ਰਹਿਣ ਦੇ ਕਰਕੇ, ਕਹਿੰਦੇ ਮੇਰਾ ਬਹੁਤ ਬੁਰਾ ਹਾਲ ਸੀ, ਉਹ ਹੁਣ ਮੇਰੇ ਨੇੜੇ ਆ ਗਏ ਹਨ। ਸੋ ਇਹ ਸਾਡੀ ਕੁਲ ਨੂੰ ਤਾਰਨ ਵਾਲੇ ਹਨ। ਮੇਰੀ ਸੁਲਖਣੀ ਪੁਰਨ ਮੇਰਾ ਸਾਸੂ ਬਿਨਸਤ ਏਕ 20 ਤੇ 1 ਭਾਵ 21 ਕੁਲਾਂ ਨੂੰ ਜਿਨ੍ਹਾਂ ਨੇ ਤਾਰ ਦਿੱਤਾ ਹੈ। ਧਰਿਓ ਚਰਨ ਮੇਰੀ ਸੁਲਖਣੀ ਪੁਰਨ ਜੇ ਸਾਸੂ ਫਿਰ ਜਿਹੜੀ ਇਹ ਮਾਤਾ ਸੁਲੱਖਣੀ ਹੈ, ਸਤਿਗੁਰੂ ਨਾਨਕ ਦੇਵ ਜੀ ਦੇ ਧਰਮ ਪਤਨੀ, ਉਹ ਆਪਣੀ ਸੱਸ ਨੂੰ ਬਹੁਤ ਸੁੱਖ ਆਰਾਮ ਦੇ ਨਾਲ ਮਿਲੇ। ਧਰਿਓ ਚਰਨ ਪਰਮਤ ਤੇ ਆਸੂ ਬਹੁਤ ਚੰਗੀ ਤਰ੍ਹਾਂ ਆਪਣਾ ਜਿਹੜਾ ਮੱਥਾ ਮਾਤਾ ਦੇ ਆਪਣੀ ਸੱਸ ਦੇ ਚਰਨਾਂ ਦੇ ਉੱਤੇ ਰੱਖ ਕੇ ਨਮਸਕਾਰ ਕੀਤੀ। ਆਸਕ ਦੀਨੀ ਲੀਨੀ ਅੰਕਾਲ ਮਾਤਾ ਤ੍ਰਿਪਤਾ ਜੀ ਨੇ ਆਸ਼ੀਰਵਾਦ ਦਿੱਤਾ, ਸਿਰ ਤੇ ਹੱਥ ਰੱਖ ਕੇ
ਆਪਣੀ ਨੂੰਹ ਨੂੰ ਆਪਣੀ ਗੋਦੀ ਵਿੱਚ ਲੈ ਲਿਆ। ਅਰਧ ਬਿਲੋਕਿਓ ਬਦਨ ਮਯੰਕਾ। ਬਹੁਤ ਖੁਸ਼ੀ ਦੇ ਸਹਿਤ ਇਹਨਾਂ ਦਾ ਚੰਦਰਮਾ ਵਰਗਾ ਮੁਖ ਤੱਕਿਆ। ਬੇਦੀ ਕੁਲ ਕੀ ਮਿਲੀ ਬਦੂਟੀ। ਬੇਦੀ ਕੁਲ ਦੀਆਂ ਹੋਰ ਵਹੁਟੀਆਂ ਮਿਲ ਕੇ ਦੇਖ ਦੇਖ ਮੁਖ ਸੁਖ ਨ ਲੂਟੀ। ਨਵ ਵਿਆਹੀ ਵਹੁਟੀ ਦਾ ਮੁਖ ਦੇਖ ਦੇਖ ਕੇ, ਮੂੰਹ ਦੇਖ ਦੇਖ ਕੇ ਸੁਖ ਲੁੱਟ ਰਹੀਆਂ ਹਨ। ਜਿਗੜ ਸਤਰਤਾ ਦੇ ਵਧਾਈ। ਮਾਤਾ ਤ੍ਰਿਪਤਾ ਦੇ ਨੇੜੇ ਆ ਕੇ ਵਧਾਈਆਂ ਦਿੰਦੀਆਂ ਹਨ। ਵੇਦ ਅਰਗ ਜੁਤ ਅੰਗ ਨ ਮਾਈ। ਮਾਤਾ ਇਹਨਾਂ ਦੀਆਂ ਵਧਾਈਆਂ ਕਬੂਲ ਕਰਦੀ ਹੋਈ ਬਹੁਤ ਖੁਸ਼ ਹੋ ਰਹੀ ਹੈ, ਖੁਸ਼ੀ ਅੰਗਾਂ ਵਿੱਚ ਨਹੀਂ ਸਮਾਉਂਦੀ। ਸਹਿਤ ਸਲੋਕਾ ਸੁਦੈ ਸੁਹਾਈ। ਆਪਣੇ ਪੁੱਤਰ ਅਤੇ ਨੂੰਹ ਦੇ ਸਮੇਤ ਬੜੀ ਸ਼ੋਭਾ ਵਾਲਿਆਂ ਦੇ ਭਾਰਤ ਮਾਤ ਲਵਨ ਪੁਨਰਾਈ। ਮਾਤਾ ਇਹਨਾਂ ਦੇ ਉੱਤੋਂ ਲੂਣ ਰਾਈ ਇਤਿਆਦਿਕ ਵਾਰਦੀ ਹੈ। ਤੋਰ ਤੋਰ ਤ੍ਰਿਣ ਡਾਲਤ ਪੀਠਾ। ਤਿਣਕੇ ਤੋੜ ਤੋੜ ਕੇ ਨਜ਼ਰ ਉਤਾਰਨ ਦਾ ਯਤਨ ਕਰਦੀ ਹੈ, ਮੇਰੀ ਨੂੰਹ ਤੇ ਮੇਰੇ ਪੁੱਤ ਨੂੰ ਕੋਈ ਨਜ਼ਰ ਨਾ ਲੱਗ ਜਾਏ ਕਿਸੇ ਦੀ। ਕਹਿ ਕੇ ਲਗੇ ਨ ਕਾਹੂ ਡੀਠਾ। ਤੇ ਮੁੱਖੋਂ ਕਹਿੰਦੀ ਹੈ ਵੀ ਕਿਸੇ ਦੀ ਨਜ਼ਰ ਨਾ ਲੱਗੇ ਇਹਨਾਂ ਨੂੰ। ਨਿਗਤ ਸਦਨ ਸੁਖ ਕਦਨ ਬਹੋਰੀ। ਸੋ ਸੁੱਖਾਂ ਦੇ ਦਾਤੇ ਆਪਣੇ ਘਰ ਤੋਂ ਬਾਹਰ ਨਿਕਲ ਕੇ ਮੇਰੇ ਸਬਨ ਕਰ ਪ੍ਰੀਤ ਨ ਥੋਰੀ। ਸਾਰਿਆਂ ਨੂੰ ਬਹੁਤ ਪ੍ਰੇਮ ਦੇ ਨਾਲ ਮਿਲੇ। ਜਦਾ ਜੋਗ ਕੀਨੋ ਸਨਮਾਨਾ। ਸਾਰਿਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਸਨਮਾਨ ਕੀਤਾ ਤੇ ਆਪਣੇ ਤੋਂ ਵੱਡਿਆਂ ਦਾ ਆਦਰ ਸਤਿਕਾਰ ਸਤਿਗੁਰੂ ਨੇ ਕੀਤਾ। ਬੈਠੇ ਸਭਾ ਲਗਾਏ ਸੁਜਾਨਾ। ਸਤਿਗੁਰੂ ਸੱਚੇ ਪਾਤਸ਼ਾਹ ਸੁਗੜ ਸਜਾਨ ਸਭਾ ਲਾ ਕੇ ਬੈਠ ਗਏ। ਕੁਸ਼ਲ ਪ੍ਰਸਨ ਸਭੇ ਕੋ ਬੁੱਧੀ। ਸਾਰਿਆਂ ਨੂੰ ਰਾਜੀ ਖੁਸ਼ੀ ਸਤਿਗੁਰੂ ਨੇ ਪੁੱਛੀ। ਸੁਖੈ ਸੁਨਾਇਓ ਨਿਹ ਅਰੁਜੀ। ਸਾਰਿਆਂ ਨੇ ਸਤਿਗੁਰੂ ਜੀ ਦੇ ਪਿਆਰ ਦੇ ਵਿੱਚ ਜਿਹੜੇ ਉਲਝੇ ਹੋਏ ਆ ਆਪਣੀ ਸੁਖ ਸੰਦ ਸੁਣਾਈ। ਮਰਦਲ ਉਦਾਰ ਮਦਰ ਰਗ ਸ਼ੀਲਾ। ਸਤਿਗੁਰੂ ਜੀ ਦੇ ਮਿੱਠੇ ਤੇ ਕੋਮਲ ਬੋਲ ਸੁਣ ਕੇ ਸ਼ੀਲ ਸੁਭਾਅ ਦੇਖ ਕੇ ਸਭੇ ਸਰਾਏ ਰੂਪ ਸ਼ਬੀਲਾ। ਸਾਰੇ ਸਰਾਹਨਾ ਕਰਦੇ ਆ, ਉਸਤਤ ਮਹਿਮਾ ਕਰਦੇ ਆ ਸਤਿਗੁਰੂ ਜੀ ਦਾ ਬੜਾ ਛਬੀਲਾ, ਬੜੀ ਛਬ ਵਾਲਾ, ਬੜੀ ਫੱਬਤ ਵਾਲਾ ਸੁੰਦਰ ਜਵਾਨ ਸਰੂਪ ਹੈ। ਜੁਗਲ ਮਹੂਰਤ ਲੈ ਸੁਭਤਾਈ। ਇਉਂ 2 ਘੜੀਆਂ ਸਤਿਗੁਰੂ ਜੀ ਨੇ ਬੈਠ ਕੇ ਇਹਨਾਂ ਦੇ ਨਾਲ ਬਤੀਤ ਕੀਤੀਆਂ। ਘਰ ਘਰ ਸਬਨਾਰ ਕਰਾ ਮਧਿਆਰ ਪਧਰਾਈ। ਉਸ ਤੋਂ ਬਾਅਦ ਉੱਠ ਉੱਠ ਕੇ ਆਪੋ ਆਪਣੇ ਘਰਾਂ ਨੂੰ ਸਭ ਚਲੇ ਗਏ। ਕਾਲੂ ਬੋਲਿਓ ਇਉਂ ਕੀਜੈ। ਉਸ ਤੋਂ ਬਾਅਦ ਮਹਿਤਾ ਕਾਲੂ ਜੀ ਬੋਲੇ ਕਿ ਹੁਣ ਇਸ ਤਰ੍ਹਾਂ ਕਰੋ ਤਲ ਬੁਲਾਰ ਤਾਤ ਮਰੀਜੈ। ਕਿ ਹੇ ਪੁੱਤਰ ਹੁਣ ਰਾਏ ਬਲਾਰ ਦੇ ਕੋਲ ਜਾ ਕੇ ਉਹਨਾਂ ਨੂੰ ਮਿਲੋ। ਕਿੰਚਿਤ ਮਾਨਵ ਲਾਲੂ ਸਾਥਾ। ਕਿੰਨੇ ਹੀ ਮਨੁੱਖ ਤੇ ਭਾਈ ਲਾਲੂ ਜੀ ਨੂੰ ਇਹਨਾਂ ਦੇ ਨਾਲ ਭੇਜਿਆ। ਸੁਣ ਕਰ ਕਉਨੇ ਸ੍ਰੀ ਜਗਨਾਥਾ। ਇਹ ਬਚਨ ਪਿਤਾ ਜੀ ਤੋਂ ਸੁਣ ਕੇ ਜਗਤ ਦੇ ਮਾਲਕ ਸਤਿਗੁਰੂ ਨਾਨਕ ਦੇਵ ਜੀ ਚੱਲ ਪਏ। ਨਿਜ ਮੰਡਪ ਸਭਾ ਲਗਾਈ। ਜਿੱਥੇ ਇਹਨੇ ਆਪਣੇ ਘਰ ਦੇ ਵਿੱਚ ਆਪਣੇ ਦਰਬਾਰ ਸਭਾ ਲਾਈ ਹੋਈ ਸੀ ਰਾਏ ਬਲਾਰ ਨੇ, ਉਚਿਤ ਰਾਏ ਗਵਾ ਭਲਾਈ। ਉੱਥੇ ਜਾ ਪਹੁੰਚੇ ਤੇ ਉੱਥੇ ਸਾਧ ਸੰਗਤ ਜੀ ਰਾਏ ਬਲਾਰ ਜਿਹੜੇ ਬੰਦੇ ਬੈਠੇ ਆ ਉਹਨਾਂ ਨੂੰ ਵਿਆਹ ਬਾਰੇ ਪੁੱਛ ਰਿਹਾ ਵੀ ਠੀਕ ਠਾਕ ਸਭ ਕੁਝ ਹੋਇਆ ਹੈ। ਤਾਂ ਜਾਏ ਪਹੁੰਚੇ ਗੁਣ ਖਾਨੀ। ਜਦੋਂ ਉੱਥੇ ਗੁਣਾਂ ਦੀ ਖਾਨ ਸਤਿਗੁਰੂ ਨਾਨਕ ਦੇਵ ਜੀ ਜਾ ਪਹੁੰਚੇ। ਕਰਨ ਈਦ ਕੋ ਬਿਰਹਿ ਪਰਹਾਨੀ। ਆਪਣੇ ਪਿਆਰੇ ਦਾ ਵਿਛੋੜਾ ਦੂਰ ਕਰਨ ਵਾਸਤੇ ਏਕ ਤੁਲ ਪਿਓ ਪ੍ਰੀਮੈ ਅੰਗਾ। ਰਾਏ ਬਲਾਰ ਨੇ ਜਦੋਂ ਸਤਿਗੁਰੂ ਦੇ ਦਰਸ਼ਨ ਕੀਤੇ, ਦੇਖ ਕੇ ਇਹਦੇ ਸਰੀਰ ਦੀ ਰੋਮਾਵਲੀ ਖੜੀ ਹੋ ਗਈ, ਸਾਰੇ ਅੰਗਾਂ ਦੇ ਵਿੱਚ ਪੁਲਕਾਵਤ ਪੈਦਾ ਹੋ ਗਈ, ਰੋਮ ਰੋਮ ਖਿੜ ਗਿਆ। ਪੂਰਨ ਤੇਜੋ ਸੰਗ ਮੰਗਾ। ਉਸ ਵੇਲੇ ਸਾਧ ਸੰਗਤ ਜੀ ਬਹੁਤ ਉਤਸ਼ਾਹ ਦੇ ਸਹਿਤ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨੇੜੇ ਜਾ ਪਹੁੰਚਿਆ ਖੜਾ ਹੋ ਕੇ। ਬਦਨ ਚੰਦਰਮਾ ਉਜਲੋਰਾ। ਸਤਿਗੁਰੂ ਜੀ ਦਾ ਉਜਲ ਪਵਿੱਤਰ ਚੰਦਰਮਾ ਵਰਗਾ ਮੁਖੜਾ ਤੱਕਿਆ। ਲੋਚਨ ਕੀਲ ਚਕੋਰਨ ਜੋਰਾ। ਸਤਿਗੁਰੂ ਜੀ ਦੇ ਮੁਖ ਵੱਲ ਐਉਂ ਨੇਤਰ ਗੱਡ ਲਏ ਜਿਵੇਂ ਚਕੋਰ ਚੰਦਰਮਾ ਵੱਲ ਦੇਖਦਾ ਹੈ। ਜਗਤ ਜਾਏ ਪਦ ਪਰਸਨ ਹੈ ਤੂ। ਨੇੜੇ ਪਹੁੰਚਿਆ ਸਤਿਗੁਰੂ ਜੀ ਦੇ ਚਰਨਾਂ ਨੂੰ ਫੜਨ ਵਾਸਤੇ। ਸੁਭਨ ਲਗੇ ਬੇਦੀ ਕੁਲ ਕੇ ਤੂ। ਇੱਧਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਡੇਰੇ ਬਜ਼ੁਰਗ ਜਾਣ ਕੇ ਰਾਏ ਬਲਾਰ ਦੇ ਅੱਗੇ ਜਦੋਂ ਝੁਕਣ ਲੱਗੇ ਭਰ ਕਰ ਸੋ ਕੌਰੀ ਕਰ ਲਾਈ। ਤੇ ਉਸ ਵੇਲੇ ਰਾਏ ਬਲਾਰ ਜੀ ਨੇ ਇਹਨਾਂ ਨੂੰ ਗੋਦੀ ਦੇ ਵਿੱਚ ਲੈ ਕੇ ਆਪਣੇ ਅੰਗਾਂ ਨਾਲ ਲਾਇਆ, ਛਾਤੀ ਨਾਲ ਲਾ ਲਿਆ ਲੋਚਨ ਵਿੱਚ ਆਨੰਦ ਜਲ ਛਾਈ। ਤੇ ਇਹਦੇ ਨੇਤਰਾਂ ਵਿੱਚ ਪ੍ਰੇਮ ਦਾ ਜਲ ਵਹਿ ਤੁਰਿਆ। ਸੁਖ ਪੂਜਿਤ ਪੇ ਕਦ ਕਦ ਬਾਣੀ। ਉਸ ਵੇਲੇ ਸਾਧ ਸੰਗਤ ਜੀ ਦੋਵੇਂ ਪਾਸੇ ਇੱਕ ਦੂਜੇ ਨੂੰ ਸੁੱਖ ਸਾਂਤ ਤੱਕ ਕੀ ਪੁੱਛਣੀ ਸੀ, ਬਾਣੀ ਗਦ-ਗਦ ਹੋ ਗਈ, ਕੰਠ ਰੁਕ ਗਿਆ। ਬਿਨੁ ਚਰੇ ਦੋਇ ਦਿਸ਼ ਪਹਿਚਾਨੀ। ਬਿਨਾਂ ਕੁਝ ਬੋਲੇ ਦੋਵੇਂ ਇੱਕ ਦੂਜੇ ਵੱਲ ਦੇਖ ਕੇ ਪਛਾਣ ਗਏ ਵੀ ਸਭ ਠੀਕ ਠਾਕ ਹੈ। ਮੌਤ ਸਿਰਹਾਨੈ ਦਿਸ਼ ਬੁਰਿਆਈ। ਉਸ ਵੇਲੇ ਸਾਧ ਸੰਗਤ ਜੀ
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਪਲੰਘੇ ਦੇ ਉੱਤੇ ਸਿਰਹਾਣੇ ਵਾਲੇ ਪਾਸੇ ਬੜੇ ਆਦਰ ਸਤਿਕਾਰ ਸਹਿਤ ਜਲਦੀ ਦੇ ਨਾਲ ਔਰ ਮੱਲੋ ਜੋਰੀ ਰਾਏ ਬੁਲਾਰ ਨੇ ਬਿਠਾ ਲਿਆ। ਇਹ ਰਵਾਇਤ ਹੈ ਕਿ ਜਿਹੜਾ ਸਾਡੇ ਤੋਂ ਵੱਡਾ ਹੋਵੇ, ਸਾਡੇ ਤੋਂ ਸਤਿਕਾਰਯੋਗ ਹੋਵੇ, ਉਹਨੂੰ ਹਮੇਸ਼ਾ ਸਿਰਹਾਣੇ ਵਾਲੇ ਪਾਸੇ ਆਪਾਂ ਬਿਠਾਉਂਦੇ ਹਾਂ। ਸੋ ਸਿਰਹਾਣੇ ਵਾਲੇ ਪਾਸੇ ਸਤਿਗੁਰੂ ਜੀ ਦੇ ਨਾਮ ਨੁਕਰ ਕਰਦਿਆਂ ਜੋਰੋ ਜੋਰੀ ਮੱਲੋ ਜੋਰੀ ਰਾਏ ਬੁਲਾਰ ਜੀ ਨੇ ਸਤਿਗੁਰੂ ਨੂੰ ਬਿਠਾ ਲਿਆ ਵੈਸਾਈ ਔਰ ਮੋਦ ਬੜਾਈ ਔਰ ਬਿਠਾ ਕੇ ਮਨ ਵਿੱਚ ਬੜੀ ਖੁਸ਼ੀ ਧਾਰਨ ਕੀਤੀ। ਦਰਸ ਪਿਆਸ ਦਿਨ ਬਿਤੇ ਨਾ ਥੋਰੀ। ਸੋ ਦਰਸ਼ਨਾਂ ਦੀ ਪਿਆਸ ਸੀ, ਕਹਿਣ ਲੱਗਾ ਮੇਰੇ ਮਨ ਦੇ ਵਿੱਚ, ਤੇ ਜਿਹੜੇ ਤੁਹਾਡੇ ਦਰਸ਼ਨਾਂ ਦੀ ਪਿਆਸ ਦੇ ਵਿੱਚ ਜਿਹੜੇ ਦਿਨ ਜਿਹੜੇ ਆ ਉਹ ਇਉਂ ਬਤੀਤ ਹੋਏ ਹਨ। ਜਨ ਜੀਵਤ ਕੀਏ ਨੈਣ ਕਟੋਰੀ। ਇਹ ਸਾਧ ਸੰਗ ਨੇਤਰਾਂ ਨਾਲ ਸਤਿਗੁਰੂ ਜੀ ਵੱਲ ਇਉਂ ਤੱਕ ਰਿਹਾ ਜਿਵੇਂ ਸਤਿਗੁਰੂ ਜੀ ਦੇ ਦਰਸ਼ਨਾਂ ਨੂੰ ਆਪਣੇ ਨੈਣਾਂ ਦੇ ਕਟੋਰਿਆਂ ਨਾਲ ਭਰ ਭਰ ਕੇ ਪੀ ਰਿਹਾ ਹੋਵੇ। ਇੱਕ ਘੜੀ ਲਗ ਕੋਈ ਨਾ ਬੋਲਾ। ਇੱਕ ਘੜੀ ਤੱਕ ਇਉਂ ਹੀ ਬੈਠੇ ਰਹੇ ਸਾਧ ਸੰਗਤ ਜੀ ਦੋਵਾਂ ਦੇ ਵਿੱਚੋਂ ਕਿਸੇ ਨੇ ਕੋਈ ਵਾਚਨ ਨਾ ਕੀਤਾ, ਨਾ ਸਤਿਗੁਰੂ ਨੇ ਤੇ ਨਾ ਰਾਏ ਬੁਲਾਰ ਨੇ। ਹੀਰ ਪ੍ਰੇਮ ਕੋ ਰਹੀ ਅਡੋਲਾ। ਔਰ ਸਤਿਗੁਰੂ ਜੀ ਵੀ ਇਹਦੇ ਪ੍ਰੇਮ ਨੂੰ ਦੇਖ ਕੇ ਅਡੋਲ ਹੀ ਇੱਕ ਜਗ੍ਹਾ ਟਿਕ ਕੇ ਬੈਠੇ ਰਹੇ। ਔਰ ਵਿਆਹ ਕੀ ਸ਼ੁਭ ਕਰਤੂਤਾ। ਉਸ ਵੇਲੇ ਵਿਆਹ ਦਾ ਜਿਹੜਾ ਸ਼ੁਭ ਕਾਰਜ ਹੈ, ਪੂਜਤ ਭਇਓ ਰਾਏ ਮਤ ਪੁੱਤਾ। ਇਹ ਰਾਏ ਬੁਲਾਰ ਜਿਹੜਾ ਬੜੀ ਪਵਿੱਤਰ ਬੁੱਧੀ ਵਾਲਾ ਸੀ, ਉਹ ਪੁੱਛਣ ਲੱਗ ਪਿਆ ਸਾਰਾ ਕੁਝ ਵਿਆਹ ਬਾਰੇ। ਵਰਦਾਨਾ ਬੋਲਿਓ ਤੇ ਕਾਲਾ। ਉਸ ਵੇਲੇ ਭਾਈ ਮਰਦਾਨਾ ਜੀ ਜਿਹੜਾ ਕੋਲ ਸੀ ਨਾਲ ਸਤਿਗੁਰੂ ਦੇ ਬੋਲਿਆ, ਤਾਪ ਪ੍ਰਤਾਪ ਤੇ ਸੁਨੋ ਭੁਪਾਲਾ। ਕਹਿਣ ਲੱਗਾ ਹੇ ਰਾਜਾ ਸਾਹਿਬ ਤੁਹਾਡੀ ਕਿਰਪਾ ਦੇ ਨਾਲ ਪੁਰ ਸੁਲਤਾਨ ਬਹੁਤ ਜਸ ਛਾਵਾ। ਸੁਲਤਾਨਪੁਰ ਨਗਰੀ ਦੇ ਵਿੱਚ ਸਾਡਾ ਅਬੇਦੀਆਂ ਦਾ, ਆਪਣੇ ਨਗਰ ਦਾ, ਗੁਰੂ ਨਾਨਕ ਦੇਵ ਜੀ ਦਾ, ਇਹਨਾਂ ਦੇ ਪਰਿਵਾਰ ਦਾ ਬਹੁਤ ਜਸ ਫੈਲਿਆ। ਨਰ ਨਾਰਨ ਕਰ ਕਰ ਪ੍ਰਤਰ ਗਾਵਾ। ਨਰ ਨਾਰੀਆਂ ਨੇ, ਮਨੁੱਖਾਂ ਨੇ, ਬੀਬੀਆਂ ਨੇ, ਭਾਈਆਂ ਨੇ ਘਰ ਘਰ ਦੇ ਵਿੱਚ ਜਸ ਗਾਇਆ। ਦੌਲਤ ਖਾਨ ਦੀਨ ਜੋ ਚਾਹਾ। ਤੇ ਨਵਾਬ ਦੌਲਤ ਖਾਨ ਜਿਹੜਾ ਉਹਨੇ ਜੋ ਕੁਝ ਦੇਣਾ ਚਾਹਿਆ, ਪੂਰਵਤ ਲੀਨੀ ਤੇ ਪਾਹਾ। ਕਹਿੰਦੇ ਉਹਦੇ ਕੋਲੋਂ ਵੀ ਬਹੁਤ ਸਾਰੀਆਂ ਵਸਤੂਆਂ ਲੈ ਲਈਆਂ ਵਰਤਨਯੋਗ। ਤੇ ਤੇ ਪੁਨ ਚੜ ਚੜੀ ਬਰਾਤਾ। ਉਸ ਤੋਂ ਬਾਅਦ ਜਿਹੜੀ ਸਾਰੀ ਬਰਾਤ ਹੈ ਸੁਲਤਾਨਪੁਰ ਤੋਂ ਚੜ੍ਹ ਕੇ ਬਟਾਲੇ ਨੂੰ ਚੱਲੀ ਕੀਨੋ ਜਾਏ ਟੁਕਾਓ ਸੁਹਾਤਾ। ਔਰ ਬੜੇ ਸ਼ੋਭਨੀਕ ਥਾਂ ਦੇ ਉੱਤੇ, ਬੜੀ ਸੋਹਣੀ ਜਗ੍ਹਾ ਦੇ ਉੱਤੇ ਬਰਾਤ ਨੇ ਟਿਕਾਓ ਕੀਤਾ, ਟਿਕਾਣਾ ਕੀਤਾ, ਬਰਾਤ ਉਤਰੀ। ਹਰਜੋ ਕਾਲੂ ਦਰਬ ਵਿਸਾਲਾ। ਮਹਿਤਾ ਕਾਲੂ ਜੀ ਨੇ ਦਿਲ ਖੋਲ ਕੇ ਉੱਥੇ ਬਹੁਤ ਧਨ ਖਰਚ ਕੀਤਾ। ਆਦੋ ਦਸੋ ਪਾਸੁਖ ਤੇ ਕਾਲਾ। ਉਸ ਵੇਲੇ ਜਿਹੜਾ ਇਹ ਉਤਸਵ ਸੀ, ਇਹ ਖੁਸ਼ੀ ਦਾ ਮੌਕਾ ਸੀ, ਬੜਾ ਸੁੰਦਰ ਬਣਿਆ। ਦੋ ਦੇਸ਼ ਨੇ ਰਸ ਅਤ ਸਹਿ ਰਾਖਾ। ਤੇ ਦੋਵੇਂ ਦਿਸ਼ਾਵਾਂ ਨੇ ਵੀ ਸੁਖ ਸ਼ਾਂਤੀ ਰੱਖੀ। ਨਾ ਮਹਿਤਾ ਕਾਲੂ ਜੀ ਕੋਈ ਬੋਲ ਕਬੋਲ ਬੋਲੇ ਤੇ ਨਾ ਭਾਈ ਮੂਲਾ ਜੀ ਕੁਝ ਬੋਲੇ। ਸੁਖ ਸ਼ਾਂਤੀ ਰਹੀ, ਬੜਾ ਜਿਹੜਾ ਪ੍ਰੇਮ ਰਸੂਖ ਰਿਹਾ ਦੋਵੇਂ ਧਿਰਾਂ ਦਾ। ਜਿਨ ਕੈ ਮਨ ਜਸੀ ਅਬਲਾਕਾ। ਜਿਨ੍ਹਾਂ ਦੇ ਦੋਵਾਂ ਧਿਰਾਂ ਦੇ ਮਨ ਵਿੱਚ ਜਸ ਖੱਟਣ ਦੀ ਅਭਲਾਖਾ ਇੱਛਾ ਸੀ। ਮੁਝ ਦੇਖਤ ਤੇ ਵਿਆਹ ਨਹੀਂ। ਸੋ ਇਸ ਪ੍ਰਕਾਰ ਭਾਈ ਮਰਦਾਨਾ ਜੀ ਕਹਿੰਦੇ ਰਾਜਾ ਸਾਹਿਬ ਮੈਂ ਇਹੋ ਜਿਹੇ ਵਿਆਹ ਤਾਂ ਕਹਿੰਦਾ ਬਹੁਤ ਦੇਖੇ ਹਨ, ਵਿਪਰ ਜੋ ਬਾਜ ਪੈ ਸੁਖੜੀਰੀ। ਪਰ ਕਹਿੰਦੇ ਮੈਂ ਦੇਖਿਆ ਵੀ ਇਹ ਵਿਆਹ ਵਰਗਾ ਵਿਆਹ ਨਹੀਂ ਸੀ ਕੋਈ। ਇਹ ਵਿਆਹ ਦੇ ਵਿੱਚ ਜਿਹੜੇ ਵਿਪਰ ਸਨ, ਬ੍ਰਾਹਮਣ ਸਨ, ਖੱਤਰੀ ਸਨ, ਸੋ ਇਸੇ ਤਰ੍ਹਾਂ ਜਿਹੜੇ ਵੈਸ਼ ਸਨ। ਆਸ ਉਤਸਵ ਮੈਂ ਸੁਣਾ ਨਾ ਦੇਖਾ। ਕਹਿੰਦੇ ਮੈਂ ਸਾਰੇ ਕਹਿੰਦੇ ਸੁਣਿਆ, ਉੱਥੇ ਵੀ ਇਹੋ ਜਿਹਾ ਉਤਸ਼ਾਹ, ਇਹੋ ਜਿਹਾ ਵਿਆਹ ਅਸੀਂ ਅੱਜ ਤੱਕ ਨਹੀਂ ਦੇਖਿਆ ਨਾ ਸੁਣਿਆ ਹੈ। ਦਸ ਸਮੈ ਪਾਉ ਖੁਦ ਦੇਖਾ। ਜਿਹੋ ਜਿਹਾ ਆਨੰਦ ਇਸ ਵਿਆਹ ਦੇ ਵਿੱਚ ਪ੍ਰਾਪਤ ਹੋਇਆ ਹੈ। ਸੁਨ ਬੁਲਾਰ ਮਨ ਤਨ ਸੁਖ ਪਾਵਾ। ਰਾਏ ਬੁਲਾਰ ਨੇ ਜਦੋਂ ਸੁਣਿਆ ਵੀ ਸਭ ਕੁਝ ਠੀਕ ਠਾਕ ਹੋਇਆ, ਮਨ ਵਿੱਚ ਇਹਨੇ ਸੁਖ ਪ੍ਰਾਪਤ ਕੀਤਾ। ਸਾਧ ਸਾਧ ਕਾਲੂ ਪ੍ਰਤਗਾਵਾ। ਉਸ ਵੇਲੇ ਮਹਿਤਾ ਕਾਲੂ ਪ੍ਰਤੀ ਵੀ ਆਖਿਆ ਵੀ ਸ਼ਾਬਾਸ਼ ਕਾਲੂ ਤਾਂ ਰੱਖ ਵਿਖਾਈ ਹੈ, ਜਿਹੜਾ ਤੈਨੂੰ ਕਿਹਾ ਸੀ ਵੀ ਉੱਥੇ ਜਾ ਕੇ ਕੁਝ ਵੱਧ ਘੱਟ ਨਹੀਂ ਬੋਲਣਾ। ਸੋ ਕਹਿੰਦੇ ਤੂੰ ਚੰਗਾ ਕੀਤਾ, ਸ਼ਾਬਾਸ਼ ਹੈ ਤੇਰੇ। ਸ੍ਰੀ ਬੇਦੀ ਕੁਲ ਕਲਸ ਸੁਹਾਵਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜੇ ਵੇਦੀਆਂ ਦੀ ਕੁਲ ਦੇ ਕਲਸ ਵਾਂਗੂ ਸ਼ੋਭਦੇ ਹਨ। ਦਸ ਪ੍ਰਕਾਸ਼ ਪ੍ਰਕਾਰ ਮਿਲ ਕੇ ਕਰਕ ਆਮਨ। ਇਉਂ ਰਾਏ ਬੁਲਾਰ ਜੀ ਨੂੰ ਮਿਲ ਕੇ ਫਿਰ ਘਰੇ ਆਉਣਾ ਕੀਤਾ। ਵਿਜਨ ਲੈ ਕਰ ਜਨਨ ਸਵਾਰੀ। ਸੋ ਇਸ ਪ੍ਰਕਾਰ ਮਾਤਾ ਨੇ ਜਿਹੜੇ ਬੜੇ ਵਧੀਆ ਤਰੀਕੇ ਦੇ ਨਾਲ ਭੋਜਨ ਬਣਾਏ। ਬੈਗ ਨਿਕਲ ਕਰ ਲਿਓ ਦੀਵਾਰੀ। ਸੋ ਆਪਣੇ ਕੋਲ ਬਿਠਾ ਕੇ ਆਪਣੇ ਹੱਥੀ ਮਾਤਾ ਨੇ
ਬੜੇ ਪਿਆਰ ਦੇ ਨਾਲ ਆਪਣੀ ਨੂੰਹ ਤੇ ਪੁੱਤਰ ਨੂੰ ਭੋਜਨ ਛਕਾਇਆ। ਰੁਚਰੇ ਅਸਨ ਜੋ ਅਜੋ ਕਿਰਪਾਲਾ ਜਿੰਨੀ ਕੁ ਸਤਿਗੁਰੂ ਜੀ ਦੀ ਰੁਚੀ ਸੀ ਉਹਨਾਂ ਭੋਜਨ ਛਕ ਲਿਆ। ਗਏ ਤਲਬ ਪਰ ਮਿਰਦਲ ਮਸਾਲਾ ਉਸ ਤੋਂ ਬਾਅਦ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਸੇਜਾ ਆਪਣੇ ਪਲੰਗ ਤੇ ਚਲੇ ਗਏ। ਜਾਮ ਨਿਸ਼ਾ ਕੀਤੀ ਕੀਏ ਸੈਨਾ ਸੋ ਇੱਕ ਪਹਿਰ ਰਾਤ ਬਤੀਤ ਹੋ ਗਈ ਤੇ ਸਤਿਗੁਰੂ ਜੀ ਨੇ ਆਰਾਮ ਕੀਤਾ। ਰਹੀ ਜਾਮ ਜਾਗੇ ਬਣੈ ਨਾ ਫਿਰ ਪਹਿਰ ਰਾਤ ਰਹਿੰਦੀ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਜਾਗਣਾ ਕੀਤਾ। ਕ੍ਰਮ ਕ੍ਰਮ ਸੋਈ ਨਿਸ਼ਨਾਨਾ ਫਿਰ ਇਸ ਪ੍ਰਕਾਰ ਸ਼ੌਚ ਇਸ਼ਨਾਨ ਆਦਿਕ ਕਿਰਿਆਵਾਂ ਕੀਤੀਆਂ। ਪਹਿਰੇ ਵੀਰ ਸਰੀਰ ਸੁਹਾਨਾ ਸਤਿਗੁਰੂ ਜੀ ਨੇ ਸਰੀਰ ਦੇ ਉੱਤੇ ਬੜੇ ਸ਼ੋਭਨੀਕ ਵਸਤਰ ਧਾਰਨ ਕੀਤੇ। ਭਈ ਕੋਰ ਜਸ ਦਾ ਸੁਪਤਰਾ ਸਵੇਰ ਦਾ ਵੇਲਾ ਹੋਇਆ ਜਿਨ੍ਹਾਂ ਦਾ ਜਸ ਬੜਾ ਪਵਿੱਤਰ ਹੈ। ਐਸੀ ਸੋਧ ਭਵਨ ਪਵਿੱਤਰਾ ਸਤਿਗੁਰੂ ਜੀ ਆਪਣੇ ਭਵਨ ਵਿੱਚ ਆਪਣੇ ਘਰ ਵਿੱਚ ਬੈਠੇ ਸ਼ੋਭਾ ਪਾ ਰਹੇ ਹਨ। ਇਹ ਬੁਲਾਏ ਪ੍ਰੋਦਾ ਹਰਿਆਲਾ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹਰਦਿਆਲ ਪੁਰੋਹਿਤ ਨੂੰ ਆਪਣੇ ਕੋਲ ਬੁਲਾਇਆ। ਸ੍ਰੀ ਮੁਖ ਬੋਲੇ ਗਿਰਾ ਰਸਲਾ ਕਿਉਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਪਵਿੱਤਰ ਮੁਖ ਤੋਂ ਜਿਹੜੀ ਸੋਹਣੀ ਬਾਣੀ ਬੋਲੇ। ਜਦ ਚੁੱਪ ਜਜ ਜੋ ਮਨ ਮੈਂ ਹੋਈ ਰਾਰਸ ਕਹਿਣ ਲੱਗੇ ਪੁਰੋਹਿਤ ਜੀ ਹਰਦਿਆਲ ਜੀ ਜੋ ਤੁਹਾਡੇ ਮਨ ਦੀ ਲਾਲਸਾ ਉਹ ਮੰਗ ਲਓ। ਲਿਓ ਕਬੈ ਸੋ ਕਰੋ ਨਾ ਆਲਸ ਕਹਿੰਦੇ ਹੁਣੇ ਸਾਡੇ ਤੋਂ ਪ੍ਰਾਪਤ ਕਰ ਲਓ, ਆਲਸ ਨਾ ਕਰੋ। ਬੋਲਿਓ ਤੇ ਹਰਦਿਆਲ ਪਰਬੀਨਾ ਜਿਹੜਾ ਹਰਦਿਆਲ ਪੰਡਤ ਬੜਾ ਸਿਆਣਾ ਸੀ ਬੋਲਿਆ। ਆਦ ਰੂਪ ਤੁਮ ਦਾਨੀ ਦੀਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਤਾਂ ਆਦਿ ਰੂਪ ਤੋਂ ਹੀ ਦਾਨ ਦੇਣ ਵਾਲੇ ਹੋ। ਬਰਾਬਰ ਜਤੀ ਰਕਾਵਨ ਕੀਨੀ ਆਪ ਜੀ ਨੇ ਜਿੰਨਾ ਕੁ ਮੈਨੂੰ ਜਣਾਉਣਾ ਕੀਤਾ ਸਮਝਾਇਆ ਹੈ ਤੀ ਮਹਿਮਾ ਮੈਂ ਲਗਲੀ ਉਨੀ ਕੁ ਸੋਭਾ ਮੈਂ ਆਪ ਜੀ ਦੀ ਜਾਣ ਲਈ ਹੈ। ਅਪਰ ਨਰਨ ਸੀ ਮਤ ਮਰ ਨਾਹੀ ਮਹਾਰਾਜ ਹੋਰ ਲੋਕਾਂ ਵਰਗੀ ਜਿਹੜੀ ਮੇਰੀ ਮਤ ਨਹੀਂ ਹੈ। ਧਰੇ ਦੇ ਭਾਵਨ ਨਰ ਤਵ ਮਾਹੀ ਮਹਾਰਾਜ ਸੱਚੇ ਪਾਤਸ਼ਾਹ ਮੈਂ ਤਾਂ ਆਪ ਜੀ ਦੇ ਉੱਤੇ ਬਹੁਤ ਭਾਵਨਾ ਧਾਰਨ ਕਰਕੇ ਰੱਖਦਾ, ਹੋਰਾਂ ਵਰਗੀ ਭਾਵਨਾ ਨਹੀਂ ਹੈ। ਕਾਰਨ ਕਾਰਜ ਕੋ ਆਧਾਰ ਮੈਂ ਤਾਂ ਆਪ ਨੂੰ ਇਹ ਸਾਰੇ ਸੰਸਾਰ ਦਾ ਕਾਰਨ ਰੂਪ ਤੇ ਸਾਰੇ ਸੰਸਾਰ ਦਾ ਕਾਰ ਵਿਹਾਰ ਚਲਾਉਣ ਵਾਲਾ ਆਸਰਾ ਮੰਨਦਾ ਹਾਂ। ਸਭ ਲੋਕ ਕਰਤਾ ਜਦੋ ਪਸਾਰਾ ਆਪ ਜੀ ਸਾਰੇ ਸੰਸਾਰ ਦਾ ਪਸਾਰਾ ਕਰਨ ਵਾਲੇ ਹੋ। ਪਰਮੇਸ਼ਵਰ ਪਾਰਮ ਪੁਰਾਤਨ ਆਪ ਜੀ ਪਰਮੇਸ਼ਰ ਰੂਪ ਹੋ, ਪਾਰ ਬ੍ਰਹਮ ਹੋ, ਪਾਰਾਵਾਰ ਤੋਂ ਰਹਿਤ ਹੋ ਤੇ ਪੁਰਾਤਨ ਪੁਰਖ ਅਕਾਲ ਪੁਰਖ ਹੋ। ਪਰਮਪਰਾ ਬਰਨਾਥ ਸਨਾਤਨ ਸੋ ਇਸ ਪ੍ਰਕਾਰ ਆਪ ਜੀ ਪਰਮ ਪਰਾਵਰ ਨਾਥ ਹੋ, ਸਾਰਿਆਂ ਦੇ ਮਾਲਕ ਹੋ। ਮੈਂ ਸਤਿਦਾਨੰਦ ਮੁਕੰਦਾ ਆਪ ਜੀ ਸਤਚਿਤ ਆਨੰਦ ਸਰੂਪ ਤੇ ਮੁਕਤੀ ਦੇ ਦਾਤੇ ਹੋ। ਆਪ ਲੀਲਾ ਭਗਤਨ ਸੁਖ ਕੰਦਾ ਆਪ ਜੀ ਦੀ ਲੀਲਾ ਆਪ ਜੀ ਦੇ ਕੌਤਕ ਭਗਤਾਂ ਨੂੰ ਸੁਖ ਦੇਣ ਵਾਲੇ ਹਨ। ਜਗਜੂ ਪ੍ਰੀਤ ਤਜ ਲੈ ਤੁਮ ਦੀਨੋ ਜਦੋਂ ਮਹਾਰਾਜ ਸੱਚੇ ਪਾਤਸ਼ਾਹ 9 ਸਾਲ ਦੀ ਉਮਰ ਵਿੱਚ ਆਪ ਜੀ ਨੂੰ ਮੈਂ ਜਨੇਊ ਪਹਿਨਾਉਣ ਆਇਆ ਸੀ, ਉਸ ਵੇਲੇ ਆਪ ਜੀ ਨੇ ਮੈਨੂੰ ਜੀਵਨ ਦਾ ਜਨੇਊ ਬਖਸ਼ਿਸ਼ ਕੀਤਾ ਸੀ। ਤੁਮ ਕੋ ਮਨ ਇਸਤਰ ਕੀਨੋ ਮਹਾਰਾਜ ਉਸੇ ਵੇਲੇ ਆਪ ਜੀ ਨੇ ਮੇਰੇ ਮਨ ਦੇ ਵਿੱਚ ਟਿਕਾਈ ਬਖਸ਼ੀ ਸੀ। ਸਰਬ ਲਾਲ ਸਾਬੀ ਔਰ ਪੂਰੀ ਹੋਰ ਜਿਹੜੀਆਂ ਇਸ਼ਾਵਾਂ ਸੀ ਉਹ ਵੀ ਪੂਰੀਆਂ ਕੀਤੀਆਂ। ਦੇਖੀ ਮੈਂ ਲੀਲਾ ਤੁਮਰੂਰੀ ਕਿਉਂ ਮਹਾਰਾਜ ਮੈਂ ਆਪ ਜੀ ਦੀ ਸੋਹਣੀ ਲੀਲਾ ਦੇਖੀ ਹੈ। ਬਿਰਦ ਮੈਂ ਸਭ ਭਾਵ ਰਹੀਨਾ ਹੁਣ ਮੈਂ ਬਿਰਧ ਹੋ ਗਿਆ, ਮੇਰਾ ਸਰੀਰ ਬਲ ਤੋਂ ਹੀਣਾ ਹੈ। ਅਬਦੀ ਜੈ ਮੁਝ ਮੋਖ ਪ੍ਰਵੀਨਾ ਹੁਣ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਮੁਕਤੀ ਦੀ ਬਖਸ਼ਿਸ਼ ਕਰੋ। ਭਗਤ ਮਿਲੀ ਬਾਣੀ ਸੁਣ ਕਾਲਾ ਕਿਉਂ ਭਗਤੀ ਦੇ ਸਹਿਤ ਮਿਲੀ ਹੋਈ ਬਾਣੀ ਸੁਣ ਕੇ ਹਸ ਬੋਲੇ ਸ੍ਰੀ ਕਿਰਪਾ ਨਿਦਾਨਾ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਦੇ ਖਜ਼ਾਨੇ ਹੱਸ ਕੇ ਬੋਲੇ। ਧਨ ਵਿਪਰ ਮਰ ਬੁੱਧ ਤੁਮਾਰੀ ਕਹਿਣ ਲੱਗੇ ਧੰਨ ਹੋ ਬ੍ਰਾਹਮਣ ਜੀ, ਪੁਰੋਹਿਤ ਹਰਦਿਆਲ ਜੀ, ਤੁਹਾਡੀ ਬੁੱਧੀ ਜਿਹੜੀ ਬੜੀ ਸ੍ਰੇਸ਼ਟ ਹੈ। ਧਨ ਹਉਮੈ ਕੀ ਸੁਰਤ ਵਿਸਾਰੀ ਕਿਉਂਕਿ ਤੁਸੀਂ ਆਪਣੇ ਤਨ ਦੀ, ਸਰੀਰ ਦੀ ਤੇ ਹਉਮੈ ਦੀ ਜਿਹੜੀ ਹੈ ਇਹਦਾ ਤੁਸੀਂ ਇਹਨੂੰ ਵਿਸਾਰ ਦਿੱਤਾ, ਇਹਨੂੰ ਦੂਰ ਕਰ ਦਿੱਤਾ ਤੇ ਸੁਰਤ ਲਾ ਰੱਖੀ ਹੈ ਪ੍ਰਮਾਤਮਾ ਵਿੱਚ। ਕਿੰਜਤ ਰਹਿ ਬੈਸ ਸਰੀਰਾ ਹਉਮੈ ਤੇ ਤਨ ਦੀ ਹੰਗਤਾ ਮਮਤਾ ਸੁਰਤ ਚੋਂ ਤੁਸੀਂ ਵਿਸਾਰ ਕੇ ਕਹਿੰਦੇ ਹੁਣ ਮੁਕਤ ਹੋ ਗਏ ਹੋ। ਤੁਹਾਡੀ ਥੋੜੀ ਜੀ ਉਮਰ ਜਿਹੜੀ ਬਾਕੀ ਰਹਿ ਗਈ ਹੈ। ਤੁਮਾ ਪੁਰਗ ਪਾਏ ਮਤ ਧੀਰਾ ਹੁਣ ਕਹਿੰਦੇ ਹੇ ਧੀਰਜ ਮਤੀ ਵਾਲਿਓ ਤੁਸੀਂ ਜ਼ਰੂਰ ਮੁਕਤੀ ਨੂੰ ਪ੍ਰਾਪਤ ਕਰੋਗੇ। ਜਿਉਂ ਸਿਕ ਗਜ ਤਜੀ ਬਿਨ ਸ਼ੁਕੂ ਜਿਵੇਂ ਕਹਿੰਦੇ ਹਾਥੀ ਗਲ ਦੇ ਵਿੱਚ ਆਪਣੀ ਮਾਲਾ
ਉਹ ਬਿਨਾਂ ਹੀ ਕਿਸੇ ਦੁੱਖ ਤੋਂ ਬੜੇ ਸਹਿਜੇ ਲਾਹ ਦਿੰਦਾ ਹੈ। ਜੋ ਤਨ ਤਜ ਗਮਨੈ ਹਰਿ ਲੋਕੁ। ਇਸ ਤਰ੍ਹਾਂ ਤੁਸੀਂ ਸਰੀਰ ਨੂੰ ਛੱਡ ਕੇ ਵਾਹਿਗੁਰੂ ਦੇ ਲੋਕ ਚਲੇ ਜਾਓਗੇ। ਅਸਤੈ ਦੀਨੋ ਦਰਬ ਪਨੀਰਾ। ਇਉਂ ਕਹਿ ਕੇ ਸਤਿਗੁਰੂ ਜੀ ਨੇ ਕੁਝ ਧਨ ਵੀ ਇਹ ਬ੍ਰਾਹਮਣ ਨੂੰ ਦਿੱਤਾ। ਪਰ ਕਿਰਪਾ ਦ੍ਰਿਸ਼ ਵੈਰਾ। ਉਹਦੇ ਉੱਤੇ ਕਿਰਪਾ ਦ੍ਰਿਸ਼ਟੀ ਕਰਕੇ ਸਤਿਗੁਰੂ ਨੇ ਤੱਕਿਆ। ਭਇਓ ਗਿਆਨ ਦੇ ਰੂਪ ਪਛਾਨਾ। ਸੋ ਇਹਨੂੰ ਸਾਧ ਸੰਗਤ ਉਸੇ ਵੇਲੇ ਗਿਆਨ ਹੋ ਗਿਆ ਨੇ, ਆਪਣੇ ਸਰੂਪ ਦੀ ਪਛਾਣ ਕਰ ਲਈ ਪੰਡਿਤ ਹਰਦਿਆਲ ਨੇ। ਜੀਵ ਭਾਵ ਸਭੀ ਬਿਸਰਾਨਾ। ਜੀਵਤ ਭਾਵ ਜਿਹੜਾ ਸੀ ਸਾਧ ਸੰਗਤ ਸਭ ਕੁਝ ਵਿਸਾਰ ਦਿੱਤਾ ਕਿ ਮੈਂ ਜੀਵ ਵੱਖਰਾ ਹੈ, ਪਰਮਾਤਮਾ ਭਾਵ ਹੀ ਆਤਮ ਭਾਵ ਦੇ ਵਿੱਚ ਹੀ ਜੁੜ ਗਿਆ। ਭਇਓ ਸਤਨ ਸੁਖ ਪਾਏ ਅਮੋਲਾ। ਫਿਰ ਆਪਣੇ ਘਰ ਬਹੁਤ ਅਮੋਲਕ ਸੁੱਖ ਪ੍ਰਾਪਤ ਕੀਤਾ ਇਹਨੇ ਜਾ ਕੇ। ਨਿਜ ਮਨ ਨਿਚਾ ਹੋ ਡੋਲਾ। ਮਨ ਦੇ ਵਿੱਚ ਇਹਦੇ ਅਡੋਲ ਜਿਹੜਾ ਨਿਸ਼ਚਾ ਹੋ ਗਿਆ। ਬਾਰੂ ਪਾਂਦਾ ਮੈਦ ਪੁਰਾਨਾ। ਫਿਰ ਜਿਹੜਾ ਵੈਦ ਸੀ ਸਤਿਗੁਰੂ ਜੀ ਨੂੰ ਬਚਪਨ ਦੇ ਵਿੱਚ ਠੀਕ ਕਰਨ ਵਾਸਤੇ ਆਇਆ, ਤੇ ਮੌਲਾਨਾ ਜਿਹੜਾ ਸਤਿਗੁਰੂ ਨੂੰ ਪੜ੍ਹਾਉਣ ਵਾਸਤੇ ਆਇਆ, ਤੇ ਪਾਂਧਾ ਜਿਹਦੇ ਕੋਲੇ ਸਤਿਗੁਰੂ ਜੀ ਨੇ 35 ਅੱਖਰੀ ਪੜ੍ਹੀ ਸੀ, ਤੇ ਮੌਲਾਨਾ, ਇਹ ਦੋਵੇਂ ਉਸਤਾਦ ਆਏ। ਚਲੇ ਆਈ ਜੈ ਕੀ ਗਤ ਤਨ। ਜਿੱਥੇ ਮੁਕਤੀ ਦਾਤਾ ਸਤਿਗੁਰੂ ਜੀ ਬੈਠੇ ਸਨ ਉੱਥੇ ਆਏ ਚੱਲ ਕੇ। ਨਿਹਿਤ ਮਨ ਸੰਗ ਮੰਗਾ। ਇਹਨਾਂ ਨੇ ਸਤਿਗੁਰੂ ਜੀ ਦੇ ਨਾਲ ਮਿਲਣ ਦੀ ਮਨ ਵਿੱਚ ਬਹੁਤ ਉਮੰਗ ਚਾਹਨਾ ਹੈ। ਕੋ ਚੜਿਓ ਰੰਗ ਸਤ ਸੰਗਾ। ਜਿਨ੍ਹਾਂ ਨੂੰ ਸਤਿਗੁਰੂ ਦੇ ਬਚਨਾਂ ਕਰਕੇ ਸਤਸੰਗ ਦਾ ਰੰਗ ਚੜਿਆ ਹੋਇਆ ਹੈ। ਬਲੇ ਕੋ ਕਾਲ ਬਲੋਕੋ ਕਾਲੂ ਨੰਦਨ। ਜਦੋਂ ਇਹਨਾਂ ਨੇ ਮਹਿਤਾ ਕਾਲੂ ਜੀ ਦੇ ਪੁੱਤਰ ਦੇ ਦਰਸ਼ਨ ਕੀਤੇ, ਕਾਹੇ ਕਰੀ ਜੁਗ ਪਾਦ ਪਰ ਬੰਦਨ। ਭੱਜ ਕੇ ਧਾ ਕੇ ਦੌੜ ਕੇ ਸਤਿਗੁਰੂ ਦੇ ਚਰਨਾਂ ਉੱਤੇ ਇਹਨਾਂ ਨੇ ਨਮਸਕਾਰ ਕੀਤੀ। ਹੀਰ ਸਰੂਪ ਅਨੂਪ ਜੁਨਾ। ਸਤਿਗੁਰੂ ਜੀ ਦਾ ਉਪਮਾ ਤੋਂ ਰਹਿਤ ਜਿਹੜਾ ਸਰੂਪ ਹੈ, ਔਰ ਜਿਹੜਾ ਸਤਿਗੁਰੂ ਜੋਨੀਆਂ ਤੋਂ ਰਹਿਤ ਹੈ, ਉਹਨਾਂ ਦੇ ਸਰੂਪ ਨੂੰ ਦੇਖ ਕੇ ਬੋਲਣਾ ਆਪ ਭਏ ਮੁਖ ਮੋਨਾ। ਇਹਨਾਂ ਤੋਂ ਮੁਖੋਂ ਕੁਝ ਬੋਲਿਆ ਨਹੀਂ ਜਾ ਰਿਹਾ, ਚੁੱਪ ਕਰ ਗਏ। ਸਬਰ ਨੈਣ ਸਨਮਾਨ ਵਸਾਈ। ਸਤਿਗੁਰੂ ਜੀ ਨੇ ਬਹੁਤ ਆਦਰ ਕਰਕੇ ਇਹਨਾਂ ਨੂੰ ਬਿਠਾਇਆ। ਕੁਸ਼ਲ ਪੂਜਨੈ ਬੈਨ ਸੁਨਾਈ। ਰਾਜੀ ਖੁਸ਼ੀ ਪੁੱਛਣ ਵਾਸਤੇ ਵਚਨ ਕੀਤੇ। ਧੀਰਜ ਬੋਲੇ ਮੁਖ ਬਾਣੀ। ਬਹੁਤ ਧੀਰਜ ਦੇ ਸਹਿਤ ਮੁਖੋਂ ਬਾਣੀ ਬੋਲੇ। ਰਚਨਾ ਸੁਣੋ ਸਤਿ ਬਾਣੀ। ਕਹਿਣ ਲੱਗੇ, ਮਹਾਰਾਜ ਸੱਚੇ ਪਾਤਸ਼ਾਹ, ਤੁਹਾਡੇ ਚਰਨਾ ਕਮਲਾਂ ਦੀ ਜਿਹੜੀ ਸੁੰਦਰ ਰਚਨਾ ਹੈ, ਸੋ ਉਹਦੀ ਉਸਤਤੀ ਇਹਨਾਂ ਨੇ ਕੀਤੀ। ਸਿੰਧ ਦਾ ਸੰਕਾਰ ਕਰੀਬ। ਉਸ ਵੇਲੇ ਕਹਿਣ ਲੱਗੇ, ਮਹਾਰਾਜ ਆਪ ਜਿਹੜਾ ਕਲਯੁਗ ਦਾ ਜਿਹੜਾ ਸਮਾਂ ਹੈ, ਇੱਥੇ ਅਗਨੀ ਦੇ ਸਾਗਰ ਵਰਗਾ ਹੈ। ਤਤ ਪਰ ਕਾਂਡੇ ਸਤਰੇ ਬਲੀ ਕੋ। ਕੋਈ ਬਲੀ ਮਨੁੱਖੀ ਇਸ ਪ੍ਰਚੰਡ ਜਿਹੜਾ ਸਾਗਰ ਨੂੰ, ਅੱਗ ਦੇ ਸਾਗਰ ਨੂੰ ਲੰਘ ਸਕਦਾ, ਤਰ ਸਕਦਾ ਹੈ। ਕੀ ਪਰੇ ਦਜ ਤੈ ਦੁਖ ਪਾਈ। ਨਹੀਂ ਤਾਂ ਸੰਸਾਰ ਦੇ ਲੋਕ ਜਿਹੜੇ ਇਹ ਸੰਸਾਰ ਅਗਨ ਸਾਗਰ ਵਿੱਚ ਪਏ ਐ, ਦਜ ਦਜ ਦੁੱਖ ਪਾਈ, ਸੜ ਸੜ ਕੇ ਦੁੱਖ ਪ੍ਰਾਪਤ ਕਰਦੇ ਹਨ। ਉਬਰ ਨ ਸਕੈ ਨ ਪਾਏ ਉਪਾਈ। ਜਿੰਨੇ ਮਰਜੀ ਉਪਾਅ ਕਰੀ ਜਾਣ, ਇਹਦੇ ਵਿੱਚੋਂ ਉੱਭਰ ਨਹੀਂ ਸਕਦੇ, ਨਿਕਲ ਨਹੀਂ ਸਕਦੇ। ਨਹੀਂ ਤੁਸੇ ਤਰੇ ਭਾਰਾ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਜਿਹੜਾ ਸਤਸੰਗ ਰੂਪੀ ਪੁਲ ਇਹ ਸੰਸਾਰ ਅਗਨ ਸਾਗਰ ਤੋਂ ਲੰਘਣ ਵਾਸਤੇ ਬੰਨ੍ਹ ਦਿੱਤਾ ਹੈ। ਕਿਰਪਾ ਧਾਰ ਜੀਨੋ ਅਵਤਾਰ। ਆਪ ਜੀ ਨੇ ਕਿਰਪਾ ਕਰਕੇ ਅਵਤਾਰ ਲਿਆ ਹੈ। ਚਰਨ ਕਰਮ ਤੇ ਸ਼ੁਭ ਤੇ ਜੋ ਸੁਪੂਛੀ। ਤੇ ਆਪ ਜੀ ਦੇ ਸ਼ੁਭ ਜਿਹੜੇ ਚਰਨ ਹੈ, ਤੇ ਆਪ ਜੀ ਦੇ ਜਿਹੜੇ ਸ਼ੁਭ ਕਰਮ ਹਨ, ਸੋ ਜਿਹੜੇ ਕਹਿੰਦੇ ਇਹਨਾਂ ਤੋਂ ਤੂਛੇ ਖਾਲੀ ਰਹਿ ਜਾਣਗੇ। ਲੋਚਨ ਸਮਤੇ ਤੇ ਔਰ ਛੁਛੀ। ਕਹਿੰਦੇ ਉਹ ਕਹਿੰਦੇ ਪਾਰ ਨਹੀਂ ਹੋਣਗੇ, ਪਰ ਜਿਨ੍ਹਾਂ ਨੇ ਸਮਤਵਾਨਾਂ ਨੇ, ਚੰਗੀ ਬੁੱਧੀ ਵਾਲਿਆਂ ਨੇ ਆਪ ਜੀ ਦੇ ਚਰਨਾਂ ਨੂੰ ਹਿਰਦੇ ਵਿੱਚ ਧਾਰਨ ਕਰ ਲਿਆ, ਸੰਦਮ ਜਿਨਕੇ ਕਰਨਾ ਸੰਗਾਰੀ। ਉਹਨਾਂ ਨੇ ਫਿਰ ਸਮ ਤੇ ਦਮ, ਇੰਦਰੀਆਂ ਦਾ ਰੋਕਣਾ, ਮਨ ਦਾ ਰੋਕਣਾ, ਤੇ ਸਾਧ ਸੰਗਤ ਜੀ ਉਹਨਾਂ ਦੇ ਵਸ ਵਿੱਚ ਆ ਜਾਵੇਗਾ। ਜਿਨ੍ਹਾਂ ਨੇ ਸੰਗ ਨਾ ਕੀਤਾ ਉਹ ਨਹੀਂ ਕਰਨਗੇ। ਸੋ ਜੀ ਪਦ ਤੈ ਤਰ ਜਾਣੀ ਸੁਬਾਰੀ। ਆਪ ਜੀ ਦੇ ਪਵਿੱਤਰ ਚਰਨ ਜਿਨ੍ਹਾਂ ਦੇ ਹਿਰਦੇ ਵਿੱਚ ਟਿਕ ਜਾਣਗੇ, ਸੁਖ ਬਖਸ਼ਣ ਵਾਲੇ। ਅਨੁਮਾਨ ਕਰਤ ਸਦ ਸਾਮੀ। ਅਸੀਂ ਤਾਂ ਮਨ ਦੇ ਵਿੱਚ ਹਮੇਸ਼ਾ ਇਹ ਅਨੁਮਾਨ ਲਾਉਂਦੇ ਆ, ਕਿਆਸ ਰਾਈਆਂ ਕਰਦੇ ਹਾਂ। ਪ੍ਰਕਾਸ਼ ਕਰੋ ਕਬ ਤੁਮ ਹੀ। ਮਹਾਰਾਜ ਸੱਚੇ ਪਾਤਸ਼ਾਹ ਇਹ ਸੰਸਾਰ ਦੇ ਵਿੱਚ ਸਿੱਖਿਆ ਦੇਣ ਰੂਪੀ ਆਪ ਜੀ ਕਦੋਂ ਪ੍ਰਕਾਸ਼ ਕਰੋਗੇ? ਰਾਵਲ ਪੂਰਨ ਕਰਾ ਸੰਕੋਚੀ। ਕਿਉਂਕਿ ਆਪ ਜੀ ਨੇ ਜਿਹੜੀਆਂ ਕਲਾ ਹਨ, ਸ਼ਕਤੀਆਂ, ਉਹਨਾਂ ਨੂੰ ਸੰਕੋਚ ਕੇ ਰੱਖਿਆ ਹੋਇਆ ਹੈ। ਜਗਤ ਜੀਵ ਜਨ ਮਤ ਪੋਚੀ। ਜਿਨ੍ਹਾਂ ਨੂੰ ਜਾਣਨ ਕਰਕੇ ਜਿਹੜੇ ਜੀਵਾਂ ਦੀ ਜਿਹੜੀ ਮੱਤ ਹੈ, ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੀਵੀਂ ਮੱਤ ਵਾਲੇ ਲੋਕ ਹੈ, ਉਹ ਸਮਝ ਨਹੀਂ ਰਹੇ। ਆਪ ਜੀ ਨੇ ਕਿਉਂਕਿ ਕਲਾ ਨੂੰ ਸੰਕੋਚਿਆ, ਆਪ ਜੀ ਨੂੰ ਆਮ ਮਨੁੱਖ ਸਮਝਦੇ ਹਨ। ਇਸ ਪ੍ਰਕਾਰ ਕਹਿ ਕਰ ਬਚਲੋਨੇ। ਇਸ ਪ੍ਰਕਾਰ ਦੇ ਵਚਨ ਕਹਿ ਕੇ ਇਹ ਚੁੱਪ ਹੋ ਗਏ। ਕੀ ਅਗਰੋ ਬਜਨ ਗੋਚਨ ਡੋਨੇ। ਸਤਿਗੁਰੂ ਜੀ ਦੇ ਦਰਸ਼ਨਾਂ ਨੂੰ ਆਪਣੇ ਨੇਤਰਾਂ ਦੇ ਡੋਨਿਆਂ ਦੇ ਨਾਲ ਪੀ ਰਹੇ ਹਨ। ਭਾਵ ਤਰ ਸਦਨ
ਸੁਧਾਈ। ਬਹੁਤ ਭਾਵਨਾ ਧਾਰ ਕੇ ਪ੍ਰੇਮ ਦੇ ਨਾਲ ਸਤਿਗੁਰੂ ਨੂੰ ਮਿਲਣ ਤੋਂ ਬਾਅਦ ਆਪਣੇ ਘਰ ਚਲੇ ਗਏ। ਮਨ ਭਗਤ ਵਿਖੇ ਸੁਖ ਪਾਈ। ਜਿਨ੍ਹਾਂ ਦੇ ਮਨਾਂ ਨੇ ਭਗਤੀ ਵਿਖੇ ਲੱਗ ਕੇ ਸੁਖ ਪ੍ਰਾਪਤ ਕੀਤਾ। ਮੇਰੇ ਨਾਨਕ ਬਾਦ ਸਦਾਈ। ਉਸ ਤੋਂ ਬਾਅਦ ਸਤਿਗੁਰੂ ਜੀ ਦੇ ਜਿਹੜੇ ਬਚਪਨ ਦੇ ਸੰਗੀ ਸਾਥੀ ਸਨ ਉਹ ਆ ਕੇ ਮਿਲੇ। ਸਤਿਗੁਰ ਸੱਚੇ ਪਾਤਸ਼ਾਹ ਜੀ ਔਰ ਉਹ ਜਿਹੜੇ ਬਚਪਨ ਦੇ ਸਾਥੀ ਹੈ ਆਪਸ ਦੇ ਵਿੱਚ ਉਹਨਾਂ ਨੇ ਵਚਨ ਵਿਲਾਸ ਕੀਤੇ ਤੇ ਜਿੰਨੇ ਸਾਥੀ ਹੈ ਪਰਸਪਰ ਆਪਸ ਦੇ ਵਿੱਚ ਮਿਲ ਕੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਬਹੁਤ ਵਡਿਆਈ ਕਰਦੇ ਹਨ। ਬਹੁਤ ਸਤਿਗੁਰੂ ਦੇ ਪ੍ਰੇਮ ਦੇ ਵਿੱਚ ਇਹ ਸਾਧ ਸੰਗਤ ਜੀ ਗਦਗਦ ਹੋਏ ਹਨ। ਕੋਈ ਪ੍ਰੇਮ ਥੋੜਾ, ਖੁਸ਼ੀ ਥੋੜੀ ਨਹੀਂ ਹੈ। ਟਿਕ ਟਿਕੀ ਲਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਮੁਖ ਵੱਲ ਤੱਕ ਰਹੇ ਹਨ। ਕਿਉਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਕੋਲ ਰਹਿ ਕੇ ਜਿਨ੍ਹਾਂ ਨੇ ਸਮਾਂ ਬਤੀਤ ਕੀਤਾ, ਨਿੱਤਾ ਪ੍ਰਤੀ ਜਿਨ੍ਹਾਂ ਦੇ ਮਨ ਦੇ ਵਿੱਚ ਨਵਾਂ ਹੁਲਾਸ ਹੈ। ਕਿਉਂ ਸਤਿਗੁਰੂ ਨਾਨਕ ਦੇਵ ਮਹਾਰਾਜ ਜਗਤ ਦੇ ਮਾਲਕ ਲੀਲਾ ਕਰ ਰਹੇ ਹਨ। ਕੌਤਕ ਵਰਤਾਉਂਦਿਆਂ ਹੋਇਆਂ ਸਤਿਗੁਰੂ ਜੀ ਨੇ ਸਾਰੇ ਤਲਵੰਡੀ ਨਗਰ ਨੂੰ ਸੁੱਖਾਂ ਦੇ ਸਹਿਤ ਕਰ ਦਿੱਤਾ। ਸਾਰੇ ਤਲਵੰਡੀ ਨਗਰ ਨੂੰ ਸਤਿਗੁਰੂ ਜੀ ਨੇ ਦਰਸ਼ਨ ਦੇ ਕੇ ਨਿਹਾਲ ਕੀਤਾ, ਸੁਖੀ ਕੀਤਾ। ਇੱਥੇ ਪ੍ਰਸੰਗ ਦੀ ਸਮਾਪਤੀ ਹੈ। ਕਥਾ ਵਿਚਾਰਾਂ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਸਮੂਹ ਸੰਗਤਾਂ ਨੇ ਖਿਮਾ ਬਖਸ਼ਣੀ। ਆਓ ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਅਰਦਾਸ ਵਿੱਚ ਹਾਜ਼ਰ ਹੋਈਏ। ਸ਼੍ਰੀ ਜਗਨਨਾਥ ਤਲਵੰਡੀ ਸੁਖ ਸਾਥਾ।